So welcome everybody. Before I start though, ਜਿਹੜੀਆਂ ਪਿਛਲੇ 3 ਹਫ਼ਤਿਆਂ ਤੋਂ discussion ਜਿਹੜੀ ਚਲਦੀ ਪਈ ਹੈ ਜਿਹੜੀ ਵਿਆਖਿਆ ਪ੍ਰਣਾਲੀਆਂ ਦੀ which evolved there from the ਮੈਂ ਕੁਝ books suggest ਕੀਤੀਆਂ ਸਨ ਹਰ ਇੱਕ ਸਿੱਖ household ਵਾਸਤੇ ਮੇਰੀ ਬੇਨਤੀ ਸੀ ਕਿ ਹਰ ਬੰਦਾ ਉਹ ਇੱਕ ਛੋਟੀ ਜਿਹੀ ਲਾਇਬ੍ਰੇਰੀ ਘਰ ਜ਼ਰੂਰ ਰੱਖੇ ਔਰ ਪੜ੍ਹਨ ਦੀ ਆਦਤ ਪਾਏ, you know, which I think is very important in reading yourself and understanding what's going on instead of depending on somebody else to tell you something, you know, whatever, whenever that is, you know. ਇੱਕ ਛੋਟੀ ਜੀ ਮੈਂ ਕਰੈਕਸ਼ਨ ਕਰਾਵਾਂਗਾ ਜਿਹੜੀ ਭਵਰਾਜ ਜੀ ਨੇ ਬੁੱਕ ਦੀ ਕਰੈਕਸ਼ਨ ਦਿੱਤੀ ਸੀ, ਉਹ ਬੁੱਕ ਦੀ ਲਿਸਟ ਦਿੱਤੀ ਸੀ ਮੈਂ ਉਸ ਦਿਨ ਐਕਚੁਅਲੀ ਉਹ ਜਿਹੜੇ ਆਈਟਮ ਨੰਬਰ 10 ਸੀ ਨਾ ਜਿਹੜੀ 10 A ਔਰ B, ਇੱਕ A ਔਰ B, ਉਹ A ਔਰ B ਐਂਡ ਔਰ ਨਹੀਂ ਆ, ਐਂਡ ਹੈ, you know, 10 A ਐਂਡ 10 B ਹੈ, ਔਰ ਨਹੀਂ ਹੈ ਉੱਥੇ, ਕਿਉਂਕਿ the reason ਉੱਥੇ ਔਰ ਨਹੀਂ ਹੈ because ਜਿਹੜੀਆਂ ਸੰਥਿਆ ਦੀਆਂ 7 ਵੋਲਿਊਮ ਜਿਹੜੀਆਂ ਹਨ ਜੋ ਉੱਥੇ ਡਿਸਕਸ਼ਨ ਆਈ ਹੈ ਉਹ ਅਨੇਕ ਬਾਣੀਆਂ ਵਿੱਚ ਨਹੀਂ ਆਈ ਹੈ ਡਿਸਕਸ਼ਨ, ਸੋ ਉਹ ਇੱਕ ਦੂਸਰੇ ਨੂੰ ਕੰਪਲੀਮੈਂਟ ਕਰਦੀਆਂ ਹਨ, you know, in addition to 10A 10B ਹੈ, ਔਰ ਨਹੀਂ ਹੈ ਉੱਥੇ ਜੀ, ਉੱਥੇ ਤੁਸੀਂ ਉਹਨੂੰ correct ਕਰ ਲੈਣਾ. And Nimi Didi, thank you so much for putting up the phone number and confirmation ki ਉਹ ਸਾਰੀਆਂ books ਮਲਿਕਵੀਰ ਜੀ ਕੋਲ ਉਹਨਾਂ ਦੇ ਕੋਲ ਹਨ, ਜਿਹੜੇ LA ਏਰੀਆ ਵਿੱਚ ਜਿਹੜੇ ਹਨ, ਜਿਹੜੇ ਲੋਕਲ ਜਿਹੜੀ ਸੰਗਤ ਜਿਹੜੀ ਹੈ ਜਿਨ੍ਹਾਂ ਨੂੰ ਲੋੜ ਹੋਵੇ ਉਹ ਭਜਨੀਤਰਾ ਨੂੰ ਕੰਟੈਕਟ ਕਰਕੇ, ਭਜਨੀਤ ਦਾ ਨੰਬਰ ਵੀ ਦੀਦੀ ਨੇ ਦੇ ਦਿੱਤਾ ਹੈ ਉਹਦੇ ਚ ਗਰੁੱਪ ਵਿੱਚ, ਤੋਂ ਤੁਸੀਂ ਉਹਨਾਂ ਨੂੰ ਕੰਟੈਕਟ ਕਰਕੇ ਤੁਸੀਂ ਜ਼ਰੂਰ ਲਵੋ ਨੰਬਰ ਉਹਨਾਂ ਕੋਲੋਂ, ਤੇ ਜੇ ਲੈ ਸਕਦੇ ਹੋ ਤੇ ਕਿਤਾਬਾਂ ਤੋਂ ਜ਼ਰੂਰ ਲਵੋ. I will wait for a second though to see if anybody has any comments. Otherwise, I'm going to get a very brief summary of the Pranalis again. You know, somebody requested that last time. And then we're going to pick up our pieces on the next Ashpadi in Sukhmani, you know. I'll wait to see if somebody has to say anything at all though about the Pranali wali discussion. Any questions or kuch koi comment hove ya koi nayi cheez samajh aayi hove ya dobara kisi cheez nu samajhna hove to wo mainu chultu do. So I'll wait for a few seconds and see if anybody has any questions. It looks like nobody has any questions, so we'll move forward then the discussion. So ਜਿਹੜੀਆਂ ਵਿਆਖਿਆ ਪ੍ਰਣਾਲੀਆਂ ਦੀ discussion ਵਿੱਚ ਜਿਹੜੀਆਂ important ਵਿਆਖਿਆ ਪ੍ਰਣਾਲੀਆਂ ਦੀਆਂ ਜਿਹੜੀਆਂ ਆਈਆਂ ਹਨ ਜਿਹਦੇ ਵਿੱਚ ਕੀ ਵਿਆਖਿਆ ਦੀਆਂ books ਜਿਹੜੀਆਂ ਮਿਲਦੀਆਂ ਹਨ. So as you notice though ਮੈਂ ਦੱਸਿਆ ਸੀ ਕਿ ਉਦਾਸੀਆਂ ਦੀਆਂ ਜਿਹੜੀਆਂ ਵਿਆਖਿਆ ਤਰੀਕੇ ਜਿਹੜੇ ਕਰਨ ਦੇ ਹਨ ਉਹਦੇ ਵਿੱਚ ਤੇ ਨਿਰਮਲਿਆਂ ਵਿੱਚ ਦੋਨਾਂ ਵਿੱਚ ਇੱਕ ਚੀਜ਼ ਕਾਮਨ ਹੈ ਕਿ ਦੋਨੋਂ ਦੀਆਂ thought process ਦੇ ਵਿੱਚ ਵਿਦਾਂਤਿਕ ਜਿਹੜਾ thought process ਹੈ ਵੇਦਾਂ ਤੇ ਸ਼ਾਸਤਰਾਂ ਦਾ, ਇਹ ਕੋਈ ਮਾੜੀ ਗੱਲ ਨਹੀਂ ਹੈ, ਇਹ ਕੋਈ ਨੈਗੇਟਿਵਿਟੀ ਨਹੀਂ ਹੈ ਇਹਦੇ ਵਿੱਚ ਇੱਕ ਐਡੀਸ਼ਨਲ ਵਿਊ ਪੁਆਇੰਟ ਉਹ ਦਿੰਦੇ ਹਨ. ਤੁਹਾਡਾ ਮਨ ਨਹੀਂ ਮੰਨਦਾ ਉਹਨਾਂ ਚੀਜ਼ਾਂ ਨਾਲ ਤੇ ਮੰਨਣ ਨੂੰ ਉਹਦੇ ਚ ਕੋਈ ਤੁਸੀਂ ਉਸਨੂੰ ਰਿਜੈਕਟ ਕਰ ਸਕਦੇ ਹੋ. I don't see anything negative about that fact. Learning something new with an open mind and learning something, ਹਾਂ ਇਹ ਗੱਲ ਜ਼ਰੂਰ ਹੈ ਕਿ ਜਿਹੜੀ ਗੱਲ ਗੁਰਮਤ ਅਨੁਸਾਰ ਗੁਰ ਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਜਿਹੜਾ ਸਪਿਰਿਟ ਹੈ ਉਹਦੇ ਨਾਲ ਨਹੀਂ ਮਿਲਦੀ ਗੱਲ, ਉਹ ਗੱਲ ਜਿਹੜੀ ਹੈ ਉਹ ਉੱਥੇ ਦੇ ਉੱਥੇ ਰਿਜੈਕਟ ਕਰ ਦੇਣੀ ਚਾਹੀਦੀ ਹੈ. Does not matter if I am saying it or any other author is saying it or wherever it comes from. ਜਿਹੜੀ ਸਭ ਤੋਂ ਵੱਡੀ ਕਸਵੱਟੀ ਜਿਹੜੀ ਹੈ ਜਿਹੜਾ ਮੈਜਰਿੰਗ ਜਿਹੜੀ ਸਟਿਕ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਸਪਿਰਿਟ ਹੈ, ਉਸ ਤੋਂ ਉੱਤੇ ਹੋਰ ਕੋਈ ਵੀ ਨਹੀਂ ਹੈ ਜੀ. ਉਹ ਅਗਰ ਸਪਿਰਿਟ ਨਹੀਂ ਮੀਟ ਹੋ ਰਿਹਾ ਕਿਧਰੇ ਤੇ ਹੁਣ ਫॉर एग्जांपल ਕੋਈ ਆਥਰ ਕਹਿ ਰਿਹਾ ਹੋਵੇ ਕਿ ਇਟਸ ਓਕੇ ਨਾਟ ਟੂ ਬੀ ਹੰਬਲ ਸਮਟਾਈਮ, then you know ਕਿ this is not the right thing. If an author is telling us it's okay not to be truthful sometimes, you know it's not right, you know. If somebody tells you कि there is another way of reaching God other than through love, then you know कि ये गुरबाणी ਦਾ spirit नहीं है, you know. So ਉਸ ਗੱਲ ਦਾ ਧਿਆਨ ਰੱਖੇ ਬੰਦਾ, you know. ਬਾਕੀ ਦੂਸਰਿਆਂ ਦੇ ਵਿਊ ਪੁਆਇੰਟ ਸੁਣਨੇ, ਦੂਸਰਿਆਂ ਦੇ ਵਿਊ ਪੁਆਇੰਟ ਨੂੰ ਆਦਰ ਕਰਨਾ, ਦੂਸਰਿਆਂ ਦੇ ਵਿਊ ਪੁਆਇੰਟ ਨੂੰ ਆਪਣੀ ਨਜ਼ਰ ਵਿੱਚ ਲੈ ਕੇ ਆਣਾ, ਇਹ ਇੱਕ ਸਿਆਣਪ ਔਰ ਮੈਚੁਰਿਟੀ ਦਾ ਸਾਈਨ ਹੈ, you know. ਇਹਦੇ ਚ ਕੋਈ ਇਨਸਿਕਿਉਰਿਟੀ ਦੀ ਫੀਲਿੰਗ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਵੀ ਅੰਦਰ. ਗੁਰੂਆਂ ਦੀ ਜ਼ਿੰਦਗੀ 'ਚ ਦੇਖ ਲਓ, ਜੇ ਇਹੋ ਜਿਹੀ ਇਨਸਿਕਿਉਰਿਟੀ ਉਹਨਾਂ ਦੇ ਅੰਦਰ ਹੁੰਦੀ ਤੇ ਫਿਰ ਨਾਮਦੇਵ ਵਰਗੇ ਤੇ ਫਿਰ
ਭਗਤ ਜਿਹੜੇ ਹਨ ਜੈਦੇਵ ਵਰਗੇ, ਭਗਤ ਨਾਮਦੇਵ ਵਰਗੇ, ਸੂਰਦਾਸ ਵਰਗੇ, ਤੇ ਫਰੀਦ ਵਰਗੇ ਬੈਠੇ ਹਨ ਨਾਲ। ਇਹ ਇਤਨੇ ਡਿਫਰੈਂਟ ਵਿਊ ਪੁਆਇੰਟ ਵਾਲੇ ਤੇ ਨਹੀਂ ਹਨ ਇੱਕ ਜਗ੍ਹਾ ਤੇ ਆ ਕੇ ਵਿਊ ਪੁਆਇੰਟ, ਪਰ ਤਾਂ ਵੀ ਬੜੀ ਡਿਫਰੈਂਟ ਬੈਕਗ੍ਰਾਉਂਡ ਤੋਂ ਹਨ ਸਾਰੇ। ਨਾਮਦੇਵ ਤੇ ਜੈਦੇਵ ਦੀ ਬੈਕਗ੍ਰਾਉਂਡ ਨੂੰ ਦੇਖ ਲਓ, ਆਈ ਮੀਨ ਕਿਤਨੀ ਡਿਫਰੈਂਟ ਬੈਕਗ੍ਰਾਉਂਡ ਹੈ ਦੋਨਾਂ ਦੀ। ਇੱਕ ਮਹਾਰਾਸ਼ਟਰ ਤੋਂ ਹਨ, ਇੱਕ ਬੰਗਾਲ ਤੋਂ, ਬਿਹਾਰ ਤੋਂ, ਉਸ ਈਸਟਰਨ ਇੰਡੀਆ ਤੋਂ ਹਨ, ਇੱਕ ਬਿਲਕੁਲ ਸੰਸਕ੍ਰਿਤ ਦੇ ਜਾਣੂ ਹਨ, ਪੰਡਿਤ ਹਨ, ਬ੍ਰਾਹਮਣ ਹਨ, ਬੋਧੀ ਲਿਖਦੇ ਹਨ ਪਿੱਛੇ, ਇੱਕ ਰੈਗੂਲਰ ਇਨਸਾਨ ਹਨ ਜਿਹੜੇ ਭਗਤ ਹਨ, ਜਿਹੜੇ ਪ੍ਰੇਮਾ ਭਗਤੀ ਵਿੱਚ ਜੁੜਦੇ ਹਨ, ਕ੍ਰਿਸ਼ਨ ਦੇ ਵੀ ਭਗਤ ਹਨ। ਕਿਤਨੇ ਡਿਫਰੈਂਟ। ਇੱਕ ਫਰੀਦ ਹਨ ਜਿਹੜੇ ਪਾਕ ਪਟਨ ਬੈਠੇ ਹੋਏ ਹਨ, ਜਿਹੜੇ ਮੁਸਲਮਾਨ ਹਨ, 5 ਨਮਾਜ਼ਾਂ ਪੜ੍ਹਦੇ ਹਨ, ਹਾਂਜੀ, ਹਰ ਚੀਜ਼ ਉਹ ਕਰਦੇ ਹਨ ਜਿਹੜਾ ਰੈਗੂਲਰ ਮੁਸਲਮਾਨ ਕਰਦਾ ਹੈ, ਸੂਫੀ ਹਨ। ਉਹਨਾਂ ਦਾ ਹਿਰਦਾ ਦੇਖੋ ਕਿਤਨਾ ਵੱਡਾ ਹੈ ਗੁਰੂ ਅੰਗਦ ਮਹਾਰਾਜ ਦਾ, ਕਿਤਨੇ ਵੱਡੇ ਡਿਫਰੈਂਟ ਵਿਊ ਪੁਆਇੰਟ ਨੂੰ ਉਹਨਾਂ ਨੇ ਨਾਲ ਬਿਠਾ ਦਿੱਤਾ ਸਾਰਿਆਂ। ਇਹ ਵੀ ਇੱਕ ਸਾਈਨ ਹੈ ਮੈਚੁਰਿਟੀ ਦਾ। ਇਹ ਸਾਈਨ ਆਂਦਾ ਹੈ ਜਦੋਂ ਅੰਦਰ ਸਿਕਿਉਰਿਟੀ ਹੋਵੇ, ਜਦੋਂ ਅੰਦਰ ਬੰਦਾ ਸਿਕਿਉਰ ਫੀਲ ਕਰੇ। ਇਨਸਿਕਿਉਰਿਟੀ ਵਾਲੇ ਨਹੀਂ ਕਰ ਸਕਦੇ, ਇਨਸਿਕਿਉਰਿਟੀ ਵਾਲੇ ਨੂੰ ਬਹੁਤ ਮੁਸ਼ਕਿਲ ਹੁੰਦੀ ਹੈ। ਇਨਸਿਕਿਉਰਿਟੀ ਵਾਲੇ ਹਮੇਸ਼ਾ ਡਾਊਟ ਕਰਦੇ ਹਨ ਦੂਸਰੇ ਨੂੰ, ਉਹ ਕੀ ਕਹਿ ਰਿਹਾ, ਜ਼ਰੂਰ ਮੇਰੇ ਬਾਰੇ ਕੁਝ ਕਹਿ ਰਿਹਾ ਹੋਣਾ ਹੈ, ਜਾਂ ਹੀ ਨਹੀਂ ਕਰੇਗਾ ਤਾਂ ਉਂਝ ਹੋ ਜਾਏਗਾ। ਤੇ ਅੱਜ ਕੱਲ ਦੀ ਜਿਹੜੀ ਇਨਸਿਕਿਉਰਿਟੀ ਜਿਹੜੀ ਹੈ ਸਾਡੇ ਅੰਦਰ ਹੈਜ਼ ਬੀਨ ਕ੍ਰੀਏਟਡ ਬਾਈ ourselves only because we have walked away from ਗੁਰਬਾਣੀ ਦੀ ਨੌਲੇਜ ਨਾ ਹੋਣ ਕਾਰਨ, ਨਾ ਸਮਝ ਹੋਣ ਕਾਰਨ ਇਹ ਇਨਸਿਕਿਉਰਿਟੀਜ਼ ਅੰਦਰੋਂ ਪੈਦਾ ਹੁੰਦੀਆਂ ਸਾਰੀਆਂ। ਸੋ ਦੋਨਾਂ ਦੇ ਵਿੱਚ ਥੋੜੀ ਬਹੁਤ ਵਿਦਾਂਤਿਕ ਥਾਟ ਪ੍ਰੋਸੈਸ ਹੈ। ਨਿਰਮਲਿਆਂ ਦੇ ਵਿੱਚ ਸੰਸਕ੍ਰਿਤ ਤੇ ਬਹੁਤ ਜ਼ੋਰ ਹੈ, ਸੰਸਕ੍ਰਿਤ ਤੇ ਅਧਿਐਨ ਕਰਦੇ ਹਨ ਸੰਸਕ੍ਰਿਤ। ਇਸੇ ਵਾਸਤੇ ਨਿਰਮਲੇ ਸਕਾਲਰ, ਜਦੋਂ ਪਹਿਲੇ ਨਿਰਮਲੇ ਸਾਧੂ ਆ ਕੇ ਕਥਾ ਕਰਦੇ ਸਨ ਗੁਰਦੁਆਰਿਆਂ ਵਿੱਚ, ਤਾਂ ਸ਼ਲੋਕ ਸੰਸਕ੍ਰਿਤੀ ਦੀ ਕਥਾ ਆਮ ਹੋਇਆ ਕਰਦੀ ਸੀ ਗੁਰਦੁਆਰਿਆਂ 'ਚ। ਜੈਸਰੀ ਕੀ ਵਾਰ ਦੀ ਕਥਾ ਆਮ ਹੋਇਆ ਕਰਦੀ ਸੀ, ਭਗਤ ਜੈਦੇਵ ਜੀ ਦੇ ਸ਼ਲੋਕ ਆਮ ਡਿਸਕਸ ਕੀਤੇ ਜਾਂਦੇ ਸਨ। ਹੁਣ ਨਹੀਂ ਹੁੰਦੇ ਗੁਰਦੁਆਰਿਆਂ ਡਿਸਕਸ਼ਨ ਜ਼ਿਆਦਾ ਇਹਨਾਂ ਬਾਰੇ। ਇਹਦਾ ਰੀਜ਼ਨ ਇਹ ਅਨਫੋਰਚੂਨੇਟਲੀ, ਹੁਣ ਕਹਿਣੇ ਮੈਨੂੰ ਸ਼ਰਮ ਤੇ ਥੋੜੀ ਆਉਂਦੀ ਹੈ, ਬਟ ਅੱਜ ਕੱਲ ਦੇ ਸਾਡੇ ਜਿਹੜੇ ਸੋ ਕਾਲ ਜਿਹੜੇ ਪੜ੍ਹੇ ਲਿਖੇ ਹਨ ਬਹੁਤ ਜ਼ਿਆਦਾ ਗੁਰਬਾਣੀ ਕਥਾ ਕਰਨ ਵਾਲੇ, ਉਹ ਸੰਸਕ੍ਰਿਤ ਦੀ ਵਿਆਕਰਣ, ਸੰਸਕ੍ਰਿਤ ਦੀ ਪ੍ਰੋਨਾਂਸੀਏਸ਼ਨ, ਸੰਸਕ੍ਰਿਤੀ ਦੇ ਉੱਤੇ ਜ਼ੋਰ ਘੱਟ ਹੈ ਉਹਨਾਂ ਦਾ, ਨਹੀਂ ਸਮਝ ਉਹਨਾਂ ਨੂੰ ਆਪ। ਇਸ ਵਾਸਤੇ ਇਹਨਾਂ ਬਾਣੀਆਂ ਦੀ ਕਥਾ ਨਹੀਂ ਹੋ ਪਾਉਂਦੀ। ਜੈਸਰੀ ਕੀ ਵਾਰ ਦੀ maybe we'll talk about in our class when Sukhmani ends one day, ਬਹੁਤ ਇੰਪੋਰਟੈਂਟ ਬਾਣੀ ਹੈ ਸਿੱਖ ਦੀ ਜ਼ਿੰਦਗੀ ਸਮਝਣ ਵਾਲੀ। ਪਰ ਉਸ ਤੋਂ ਵੀ ਜ਼ਿਆਦਾ ਹੈ ਸ਼ਲੋਕ ਸੰਸਕ੍ਰਿਤੀ ਦੀ। ਸ਼ਲੋਕ ਸੰਸਕ੍ਰਿਤੀ ਦੇ ਸ਼ਲੋਕ ਹਰ ਸਿੱਖ ਨੂੰ ਪੜ੍ਹਨੇ ਚਾਹੀਦੇ ਹਨ, ਹਰ ਗੁਰਸਿੱਖ ਨੂੰ ਉਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ। ਇੱਕ ਸ਼ਲੋਕ ਵਿੱਚ ਬ੍ਰਹਮ ਗਿਆਨ ਹੈ। ਮਹਾਰਾਜ ਇੱਕ ਸ਼ਲੋਕ ਵਿੱਚ ਇੱਕ ਬ੍ਰਹਮ ਗਿਆਨ ਦਿੰਦੇ ਹਨ, ਗੁਰਸਿੱਖ ਨੂੰ ਸਮਝਾਉਂਦੇ ਹਨ ਬੜੀ ਲਾਈਫ ਬਾਰੇ, ਪ੍ਰਮਾਤਮਾ ਬਾਰੇ, ਸੇਵਾ ਬਾਰੇ, ਸਿਮਰਨ ਬਾਰੇ, ਵਾਈਸਸ ਬਾਰੇ, ਸਤਸੰਗਤ ਬਾਰੇ, ਹਰ ਚੀਜ਼ ਦੀ ਡਿਸਕਸ਼ਨ ਉਹਨਾਂ ਸ਼ਲੋਕਾਂ ਵਿੱਚ ਆਈ ਹੈ। ਇਸ ਤੋਂ ਇਲਾਵਾ ਨਿਰਮਲਿਆਂ ਵਿੱਚ ਕਿਉਂਕਿ ਦਸਮ ਗੁਰੂ ਦੇ ਵਰਸਾਏ ਹੋਏ ਹਨ, ਦਸਮ ਗੁਰੂ ਦੇ ਵਰਸਾਏ ਹੋਣ ਦੇ ਕਾਰਨ ਦਸਮ ਗੁਰੂ ਤੇ ਬਹੁਤ ਜ਼ਿਆਦਾ ਉਹਨਾਂ ਦੀ ਨਿਸ਼ਠਾ ਤੇ ਆਸਥਾ ਹੈ ਬੜੀ। ਉਹਨਾਂ ਬਾਰੇ ਕਥਾ, ਕਲਗੀਧਰ ਚਮਤਕਾਰ ਦੇ ਉੱਤੇ, ਸੂਰਯ ਪ੍ਰਕਾਸ਼ ਦੇ ਵਿੱਚੋਂ ਜਿਹੜੇ ਚੈਪਟਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜਿਹੜੇ ਸੰਬੰਧਿਤ ਹਨ, ਉਹਨਾਂ ਦੀ ਕਥਾ ਬਹੁਤ ਜ਼ਿਆਦਾ ਕਰਦੇ ਹਨ। ਆਬਵੀਅਸਲੀ ਕਿਉਂਕਿ ਉਹਨਾਂ ਦੇ ਵਰਸਾਏ ਹੋਏ ਹਨ, ਉਹਨਾਂ ਸਟਾਰਟਿੰਗ ਪੁਆਇੰਟ ਜਿਹੜਾ ਉੱਥੋਂ ਦਾ ਸੀ ਉਹਨਾਂ ਦਾ। ਬਾਕੀ ਸਾਰੀ ਗੁਰਮਰਿਆਦਾ ਅਨੁਸਾਰ ਹੁੰਦਾ ਹੈ। ਉਹਨਾਂ ਦੇ ਗੁਰਦੁਆਰਿਆਂ ਵਿੱਚ ਬਰਾਬਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਪੂਰੀ ਮਰਿਆਦਾ ਹੈ ਜਿਸ ਤਰ੍ਹਾਂ ਸਾਡੇ 'ਚ ਹੁੰਦੀ ਹੈ। ਵਾਕ ਵਗੈਰਾ ਲੈਂਦੇ ਹਨ, ਅਰਦਾਸ ਉਂਝੀ ਹੀ ਹੁੰਦੀ ਹੈ ਗੁਰਦੁਆਰਿਆਂ ਵਿੱਚ। ਉਦਾਸੀਆਂ ਦੇ ਡੇਰੇ ਡਿਫਰੈਂਟ ਹੋ ਗਏ ਹਨ ਕਿਉਂਕਿ ਪੰਥ ਨੇ ਕੱਢ ਦਿੱਤਾ ਬਾਹਰ 1920s ਵਿੱਚ। ਉਸ ਵਜ੍ਹਾ ਦੇ ਨਾਲ ਹੁਣ ਉਹਨਾਂ ਦੇ ਡੇਰਿਆਂ ਵਿੱਚ, ਕਈ ਡੇਰਿਆਂ 'ਚ ਪ੍ਰਕਾਸ਼ ਹੁੰਦਾ ਹੈ, ਮੋਸਟ ਡੇਰਿਆਂ 'ਚ ਪ੍ਰਕਾਸ਼ ਨਹੀਂ ਹੁੰਦਾ। ਇਸ ਵਾਸਤੇ ਉਹ ਥੋੜੇ ਦੂਰ ਚਲੇ ਗਏ ਹਨ ਸਿੱਖੀ ਤੋਂ। ਪਰ ਇੱਕ ਟਾਈਮ ਸੀ ਜਦੋਂ ਬਹੁਤ ਵੱਡੀ ਸੇਵਾ ਉਹਨਾਂ ਨੇ ਕੀਤੀ ਹੈ। ਸ਼ਾਇਦ ਤੁਹਾਨੂੰ ਇਸ ਗੱਲ ਦਾ ਪਤਾ ਨਾ ਹੋਵੇ, ਮਹਾਰਾਜ ਜਦੋਂ ਅਨੰਦਪੁਰ ਦਾ ਕਿਲਾ ਛੋੜਿਆ, ਜਦੋਂ ਅਨੰਦਪੁਰ ਛੋੜ ਕੇ ਗਏ, ਜਦੋਂ ਮਾਛੀਵਾੜੇ ਦੇ ਚਮਕੌਰ ਵਾਲੇ ਪਾਸੇ ਗਏ, ਜਦੋਂ ਉਸ ਵੇਲੇ ਜਿਹੜੀ ਸੰਭਾਲ ਜਿਹੜੀ ਹੈ ਪਿੱਛੋਂ ਉਦਾਸੀਨ ਸੰਤਾਂ ਦੇ ਕੋਲ ਗਈ, ਉਹ ਨਿਰਮਲਿਆਂ ਸੰਤਾਂ ਕੋਲ ਗਈ, ਉਹ ਸਾਰੀ ਸੰਭਾਲ ਗੁਰਦੁਆਰਿਆਂ ਦੀ ਉਹਨਾਂ ਨੇ ਕੀਤੀ ਹੈ ਸਾਰੀ, ਉਹਨਾਂ 150 ਸਾਲਾਂ ਵਿੱਚ, 100-150 ਸਾਲ ਜਿਹੜੇ ਬੀਤੇ ਹਨ ਵਿਚਕਾਰ। ਉਸ ਤੋਂ ਇਲਾਵਾ ਅਸੀਂ ਵੀ ਆਲਸੋ ਲੁਕਡ ਐਟ ਦ ਸੰਪਰਦਾਇ ਥਾਟ ਪ੍ਰੋਸੈਸ, ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਲਾਈ ਹੋਈ, ਭਾਈ ਮਣੀ ਸਿੰਘਾਂ ਦੀ ਚਲਾਈ ਹੋਈ ਗੁਰਬਾਣੀ ਦੀ ਕਥਾ ਕਰਨ ਦਾ ਇੱਕ ਤਰੀਕਾ ਹੈ ਜਿਹੜਾ ਉਹਨਾਂ ਦਾ। ਉਹਦੇ ਵਿੱਚ ਵਿਦਾਂਤਿਕ ਥਾਟ ਪ੍ਰੋਸੈਸ ਬਿਲਕੁਲ ਨਹੀਂ ਯੂਜ਼ ਹੁੰਦੀ, ਬਟ ਪੁਰਾਣਾ ਤੋਂ ਕਥਾ ਜਿਹੜੀਆਂ ਹਨ, ਜਿਹੜੀਆਂ ਸਾਖੀਆਂ ਯੂਜ਼ ਹੁੰਦੀਆਂ ਹਨ। ਸਾਖੀਆਂ ਉਹਨਾਂ ਦਾ ਮੇਨ ਫੀਚਰ ਹੈ ਉਹਨਾਂ ਦਾ ਸਮਝਾਉਣ ਦਾ।
ਔਰ ਸਾਖੀਆਂ ਗੁਰ ਇਤਿਹਾਸ ਤੋਂ ਵੀ ਲੈਂਦੇ ਹਨ ਤੇ ਪੁਰਾਣਾ ਤੋਂ ਵੀ ਲੈਂਦੇ ਹਨ। ਮੈਂ ਸਾਰੇ ਡਿਸਕਸ ਕਰ ਆਇਆ ਇਹਦੇ ਉੱਤੇ ਪਹਿਲੇ। ਗੁਰ ਔਰ ਮਰਿਆਦਾ ਅਨੁਸਾਰ ਡਿਸਕਸ਼ਨ ਹੁੰਦੀ ਹੈ। ਇਹ ਮਰਿਆਦਾ ਹੁਣ ਵੀ ਕਾਇਮ ਹੈ ਗੁਰਦੁਆਰਿਆਂ ਵਿੱਚ। ਆਮ ਤੌਰ ਤੇ ਜਿਹੜੇ ਗਿਆਨੀ ਆਉਂਦੇ ਹਨ, ਟਕਸਾਲੀ ਜਿਹੜੇ ਆਉਂਦੇ ਹਨ, ਉਹ ਸੰਪਰਦਾਈ ਵਿਊ ਪੁਆਇੰਟ ਆਪਣਾ ਰੱਖਦੇ ਹਨ ਸੰਗਤ ਦੇ ਸਾਹਮਣੇ। ਉਸ ਤੋਂ ਇਲਾਵਾ ਜਿਹੜੀ ਪ੍ਰਣਾਲੀ ਜਿਹੜੀ ਸਭ ਤੋਂ ਮਸ਼ਹੂਰ ਜਿਹੜੀ ਹੋਈ ਹੈ ਇਨ ਦੀ 20th ਸੈਂਚੁਰੀ, अर्ਲੀ 20th ਸੈਂਚੁਰੀ ਵਿੱਚ, ਉਹ ਸਿੰਘ ਸਭਾਈ ਪ੍ਰਣਾਲੀ ਹੈ, ਜਿਹਦੇ ਵਿੱਚ ਮੈਂ ਆਲਰੇਡੀ ਬੜੇ ਆਥਰ ਦੇ ਨਾਂ ਦੇ ਦਿੱਤੇ ਹਨ। ਤੇ ਸਿੰਘ ਸਭਾਈ ਪ੍ਰਣਾਲੀ ਵਿੱਚ ਤੇ ਸੰਪਰਦਾਇ ਪ੍ਰਣਾਲੀ ਵਿੱਚ ਸਭ ਤੋਂ ਵੱਡਾ ਫਰਕ ਇਹ ਹੈ ਕਿ ਸਿੰਘ ਸਭਾਈ ਪ੍ਰਣਾਲੀ ਵਿੱਚ ਸਾਖੀਆਂ ਨੂੰ ਬਹੁਤ ਇੰਪੋਰਟੈਂਸ ਦਿੱਤੀ ਨਹੀਂ ਜਾਂਦੀ। ਕਿਧਰੇ ਹੇਅਰ ਐਂਡ ਦੇਅਰ ਯੂ ਵਿਲ ਹੀਅਰ them say something, but most of the time ਸਾਖੀਆਂ ਤੇ ਬਹੁਤਾ ਇੰਪੋਰਟੈਂਸ ਨਹੀਂ ਹੈ। ਗੁਰਬਾਣੀ ਦੀ ਐਨਾਲਿਸਿਸ ਤੇ ਜ਼ਿਆਦਾ ਇੰਪੋਰਟੈਂਸ ਹੈ, ਗੁਰਬਾਣੀ ਦੀ ਸਮਝ ਤੇ ਜ਼ਿਆਦਾ ਇੰਪੋਰਟੈਂਸ ਹੈ। ਫਿਰ ਇੱਕ ਹੋਰ ਬਹੁਤ ਵੱਡਾ ਫਰਕ ਹੈ ਕਿ ਸਿੰਘ ਸਭਾਈ ਪ੍ਰਣਾਲੀ ਦੇ ਅੰਦਰ ਵਿਆਕਰਣ ਤੇ ਬਹੁਤ ਐਮਫੈਸਿਸ ਹੈ। ਸਿਹਾਰੀਆਂ ਬਿਹਾਰੀਆਂ ਤੇ ਕਿੱਥੇ ਦੁਲੰਕੜ ਲੱਗੇ ਹੋਏ ਹਨ, ਨਾਉਨ ਕਿੱਥੇ ਹੈ, ਪ੍ਰੋਨਾਉਨ ਕਿੱਥੇ ਹੈ, ਪਲੂਰਲ ਕਿੱਥੇ ਹੈ, ਸਿੰਗੂਲਰ ਕਿੱਥੇ ਹੈ, ਮੇਲ ਕਿੱਥੇ ਹੈ, ਫੀਮੇਲ ਕਿੱਥੇ ਹੈ, ਫਸਟ ਪਰਸਨ ਕਿੱਥੇ ਹੈ, ਥਰਡ ਪਰਸਨ ਕਿੱਥੇ ਹੈ, ਇਹਨਾਂ ਚੀਜ਼ਾਂ ਤੇ ਕਾਫੀ ਫੋਕਸ ਹੈ। ਹੋਰ ਵੈਸਟਰਨ ਥਾਟ ਪ੍ਰੋਸੈਸ ਤੇ ਫੋਕਸ ਵੀ ਹੈ, ਵੈਸਟਰਨ ਆਥਰਸ ਨੂੰ ਕੋਟ ਕਰਦੇ ਹਨ ਬੜਾ। So what is the right pranali, what is the best pranali? No, there is no such thing in ji. That's like saying कि केड़ी religion सब तो अच्छी है, कहोगे वो कहते हैं साड़ी अच्छी है, कहते हैं परमात्मा केड़ा best है, सिखां दा परमात्मा best है कि मुसलमाना दा ज्यादा better है, there is no such thing है जी। शिखर विच जाके सब इक्को ही है सारा। हर एक दे व्यू पॉइंट नू पढ़ना, हर एक दे व्यू पॉइंट नू समझना, हर एक दे व्यू पॉइंट नू जगह देनी और ਉਹਦੇ ਉਸ ਨੂੰ ਦੇਖਣਾ ਕਿ ਉਹ ਕਿਉਂ ਉੱਥੋਂ ਆ ਰਹੇ ਹਨ, ਉਹਨਾਂ ਦਾ ਵਿਊ ਪੁਆਇੰਟ ਕਿਉਂ ਹੋ ਜਾ ਹੈ ਉਹਨਾਂ ਦਾ। ਔਰ ਜਦ ਤੱਕ ਇਹ ਅੰਡਰਸਟੈਂਡਿੰਗ ਹੋਏਗੀ ਤੇ ਫਿਰ ਅਮਨ ਸ਼ਾਂਤੀ ਹੁੰਦੀ ਹੈ, ਫਿਰ ਹਰ ਇੱਕ ਬੰਦੇ ਦੇ ਵਿਊ ਪੁਆਇੰਟ ਨੂੰ ਬੰਦਾ ਦੇਖਦਾ ਹੈ। ਸੋ ਮੈਂ ਜਿਹੜੀਆਂ ਕਿਤਾਬਾਂ ਦੀਆਂ ਰეკਮੈਂਡ ਕੀਤੀਆਂ ਹਨ ਜਿਹੜੀਆਂ, ਉਹਦੇ ਵਿੱਚੋਂ ਮੋਸਟਲੀ ਸਿੰਘ ਸਭਾਈ ਪ੍ਰਣਾਲੀ ਦੀਆਂ ਹਨ। ਇੱਥੋਂ ਸ਼ੁਰੂ ਕਰੋਗੇ ਪੜ੍ਹਨਾ, ਲੇਕਿਨ ਸੰਥਿਆ ਜਦੋਂ ਪੜ੍ਹੋਗੇ, ਅਗਰ ਤੁਹਾਡੇ ਭਾਗਾਂ 'ਚ ਲਿਖਿਆ ਹੋਇਆ, ਤੁਹਾਡੇ ਮੱਥੇ ਤੇ ਭਾਗ ਹਨ ਪੜ੍ਹਨ ਦੇ ਅਗਰ, ਤੇ ਉਹਦੇ ਵਿੱਚ ਤੁਹਾਨੂੰ ਸੰਪਰਦਾਇ ਵਿਊ ਪੁਆਇੰਟ ਵੀ ਮਿਲੇਗਾ ਤੇ ਸਿੰਘ ਸਭਾਈ ਵਿਊ ਪੁਆਇੰਟ ਵੀ ਭਾਈ ਸਾਹਿਬ ਜੀ ਦੇਣਗੇ। ਸੋ ਉਸ ਤੋਂ ਇਲਾਵਾ ਜਿਹੜੀ ਮੈਂ ਬੁੱਕ ਦੀ ਲਿਸਟ ਦਿੱਤੀ ਹੈ, ਤੁਸੀਂ ਜ਼ਰੂਰ ਲਵੋ ਕਿਤਾਬਾਂ, ਜੇ ਲਾ ਸਕਦੇ ਹੋ ਤੇ ਘਰ ਆਪਣੀ ਲਾਇਬ੍ਰੇਰੀ ਜ਼ਰੂਰ ਪੜਾਓ ਔਰ ਲਾਇਬ੍ਰੇਰੀ ਨੂੰ ਦੇਖਿਆ ਕਰੋ, ਕਦੀ ਮਨ ਕਰੇ ਪੜ੍ਹਨ ਦਾ ਤੇ ਪੜ੍ਹਿਆ ਵੀ ਕਰੋ। ਇਹ ਇੱਕ ਹਰ ਸਿੱਖ ਦੇ ਘਰ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਦੇ ਨਾਲ। And I think this is my short summary on the last 3 weeks of discussion. अगर कोई मैं वेट करांगा 5-10 सेकंड, अगर किसी ने कोई क्वेश्चन होवे तो जरूर पूछो। आई विल ट्राई टू माई बेस्ट टू आंसर। हाले भी कोई क्लैरिटी ना जिते होवे वो तुसी मेरे को जरूर पूछ लो तो मैं कोशिश करांगा अपनी तरफों समझाने दी जी। बिल्कुल, हाँ जी। एक क्वेश्चन सी कि इत्थे साडे दिल्ली दे गुरुद्वारियां विच मे बी इवन इन पंजाब ਹੁਣ ਅੱਜਕੱਲ ਦੇ ਜਿਹੜੇ ਭਾਈ ਆ ਰਹੇ ਨੇ ਉਹ ਮਿਸ਼ਨਰੀ ਕਾਲਜ ਤੋਂ ਪੜ੍ਹੇ ਹੋਏ ਆ ਰਹੇ ਨੇ ਤੇ ਉਹਨਾਂ ਦਾ ਦੇ ਆਰ ਐਕਸਪ੍ਰੈਸਿੰਗ ਵਾਟ ਦੇ ਕਾਲ ਐਜ਼ ਅ ਮਿਸ਼ਨਰੀ ਪ੍ਰਣਾਲੀ। ਸੋ ਸਾਰੀ ਇਹ ਜਿਹੜੀ ਤੁਸੀਂ ਡਿਸਕਸ਼ਨ ਕੀਤੀ ਉਹਦੇ ਵਿੱਚ we did not hear is that something really is it something which is really happening or is it a change? So reason I did not mention the missionary क्योंकि प्रणाली नहीं है। reason कि ਉਹਨਾਂ 'ਚ ਕੋਈ ਇਹੋ ਜਿਹੇ ਕੋਈ ਬਹੁਤ ਵੱਡੇ ਕੋਈ author ਨਹੀਂ ਹੋਏ ਕੋਈ ਜਿਹੜਾ ਮੈਂ ਕਹਿ ਸਕਾਂ ਕਿ ਹਾਂਜੀ ਇਹ ਇੱਕ ਦੇਖੋ ਜੀ ਇਹ ਹੈ ਇਹਨਾਂ ਨੇ ਫਲਾਣੀ ਦੀ ਕੋਈ ਕੋਸ਼ ਲਿਖਿਆ ਹੋਵੇ ਜਾਂ ਕੋਈ ਬਹੁਤ। yes, missionary thought process ਜਿਹੜੀ ਹੈ ਇਹ when it started out it was a very good thought process। ਅੱਜਕੱਲ unfortunately ਕਈ ਜਗ੍ਹਾ ਆਪਣੀ ਵਿਊ ਪੁਆਇੰਟ ਉਹਨਾਂ ਨੇ ਦੱਸ ਦਿੱਤੇ ਹਨ। ਸੋ ਕਈ ਜਿਹੜੇ ਮਿਸ਼ਨਰੀ ਫॉर ਐਗਜ਼ਾਮਪਲ ਪਿੰਦਰਪਾਲ ਸਿੰਘ ਹੋਰੀ ਵੀ ਮਿਸ਼ਨਰੀ ਕਾਲਜ ਜਿਹੜੇ ਉਹ ਵੀ ਗਏ ਹਨ, ਉੱਥੇ ਪੜ੍ਹੇ ਨੇ ਉਹ ਵੀ। ਭਾਈ ਪਿੰਦਰਪਾਲ ਸਿੰਘ ਜਿਨ੍ਹਾਂ ਦੀ ਕਥਾ ਆਮ ਗੁਰਦੁਆਰਿਆਂ 'ਚ ਹੁੰਦੀ ਹੈ, ਸਾਡੇ ਗੁਰਦੁਆਰੇ ਬੜੀ ਵਾਰੀ ਆਉਂਦੇ ਹਨ। ਬਹੁਤ ਗਹਿਰੀ ਨੌਲੇਜ ਵਾਲੇ, ਬੜੇ ਸੁਚੱਜੇ ਢੰਗ ਨਾਲ ਗੁਰਬਾਣੀ ਦੀ ਕਥਾ ਕਰਦੇ ਹਨ। ਲੇਕਿਨ ਉਹਨਾਂ ਦਾ ਥਾਟ ਪ੍ਰੋਸੈਸ ਜਿਹੜਾ ਹੈ, ਈਵਨ ਦੋ ਮਿਸ਼ਨਰੀ ਕਾਲਜ ਪੜ੍ਹੇ ਹਨ, ਹੁਣ ਮੋਸਟਲੀ ਉਹਨਾਂ ਦਾ ਥਾਟ ਪ੍ਰੋਸੈਸ ਸੰਪਰਦਾਈ ਔਰ ਜਾਂ ਸਿੰਘ ਸਭਾਈ ਥਾਟ ਪ੍ਰੋਸੈਸ ਹੈ। ਸੋ ਮਿਸ਼ਨਰੀ ਜਿਹੜੇ ਮਿਸ਼ਨਰੀ ਕਾਲਜ ਵਿੱਚ ਜਿਹੜੇ ਪਹਿਲੇ 1950 60s ਵਿੱਚ ਜਿਹੜੇ ਸਨ, ਹੁਣ ਅੱਜ ਕੱਲ ਦੇ ਮਿਸ਼ਨਰੀ 'ਚ ਫਰਕ ਆ ਗਿਆ ਹੈ
ਕ੍ਰਿਟਿਸਾਈਜ਼ ਕਿਸੇ ਨੂੰ ਨਹੀਂ ਕਰਨਾ। ਦਸਮ ਬਾਣੀ ਤੇ ਕਿੰਤੂ ਪਰੰਤੂ ਜ਼ਿਆਦਾ ਹੈ ਉਹਨਾਂ ਦਾ, ਦਸਮ ਬਾਣੀ ਨੂੰ ਨਹੀਂ, ਉਹ ਸਾਖੀਆਂ ਨੂੰ ਬਿਲਕੁਲ ਨਹੀਂ ਮੰਨਦੇ। ਲੇਕਿਨ ਪ੍ਰਣਾਲੀ ਵਿੱਚ ਜਗ੍ਹਾ ਮਿਲਦੀ ਹੈ ਦੀਦੀ ਜਦੋਂ ਮੌਖਿਕ ਗੱਲ ਨਾ ਹੋਵੇ, ਜਦੋਂ ਲਿਖਿਤ ਗੱਲ ਹੋਵੇ। ਹਾਂਜੀ, ਓਰਲ ਟ੍ਰੈਡੀਸ਼ਨ ਵਿੱਚ ਨਹੀਂ ਹੁੰਦਾ ਕੋਈ। ਮੈਂ ਆਪਣੀ ਪ੍ਰਣਾਲੀ ਸ਼ੁਰੂ ਕਰ ਲਵਾਂ ਅੱਜ ਬੈਠ ਕੇ, ਮੈਂ ਕਹਾਂ ਜੀ ਇੰਜ ਗੁਰਬਾਣੀ ਨਹੀਂ, ਇੰਜ ਗੁਰਬਾਣੀ, ਉਹ ਪ੍ਰਣਾਲੀ ਨਹੀਂ ਬਣੇਗੀ ਜਦ ਤੱਕ ਮੇਰੀ ਥਾਟ ਪ੍ਰੋਸੈਸ ਨੂੰ ਲੋਕ ਮੰਨਣਗੇ ਨਹੀਂ ਤੇ ਉਹਦੇ ਵਿੱਚ ਬੜਾ ਲਿਟਰੇਚਰ ਲਿਖਿਆ ਨਾ ਜਾਏ। ਜਦ ਤੱਕ ਜਦੋਂ ਕਾਫੀ ਸਾਰਾ ਲਿਟਰੇਚਰ ਲਿਖਿਆ ਜਾਏ, ਬੜੇ ਸਾਰੀਆਂ ਆਥਰਸ ਨੂੰ ਇੰਡੋਰਸ ਕਰਨ ਉਸ ਚੀਜ਼ ਨੂੰ, then it becomes a ਪ੍ਰਣਾਲੀ। ਜਿਸ ਤਰ੍ਹਾਂ ਫॉर ਐਗਜ਼ਾਮਪਲ ਭਾਈ ਪ੍ਰਣਾਲੀ ਵਿੱਚ ਭਾਈ ਗੁਰਦਾਸ ਦੀਆਂ ਵਾਰਾਂ ਤੇ ਕਬਿਤ ਸਵਈ ਅਵੇਲੇਬਲ ਹੈ। ਸੰਪਰਦਾਇ ਪ੍ਰਣਾਲੀ ਵਿੱਚ ਬੜੇ ਆਥਰਸ ਹੋਏ ਹਨ, ਮੈਂ ਬੜੀ ਲੰਬੀ ਲਿਸਟ ਦਿੱਤੀ ਸੀ ਲਾਸਟ ਟਾਈਮ। ਉਸੇ ਤਰ੍ਹਾਂ ਦੇਖੋਗੇ ਦੂਸਰੀਆਂ ਪ੍ਰਣਾਲੀਆਂ ਵਿੱਚ, ਸਿੰਘ ਸਭਾਈ ਪ੍ਰਣਾਲੀ ਵਿੱਚ, ਪ੍ਰਮਾਰਥ ਪ੍ਰਣਾਲੀ ਵਿੱਚ ਦੇਖ ਲਓ ਚਤੁਰਭੁਜੀ ਹੋਏ ਹਨ, ਸੋਢੀ ਹਰਜੀ ਹੋਏ ਹਨ, ਸੋਢੀ ਮਿਹਰਬਾਨ ਹੋਏ ਹਨ, ਸੋ ਇੱਕ ਤੋਂ ਜ਼ਿਆਦਾ, ਇੱਕ ਤੇ ਲਿਖਿਤ ਰੂਪ ਵਿੱਚ ਚੀਜ਼ਾਂ ਚਾਹੀਦੀਆਂ ਹਨ ਤੇ ਉਹ ਠੀਕ ਹੈ, ਉਹ ਹੁਣ ਪੜ੍ਹਦੇ ਹਨ ਉੱਥੋਂ, ਉਹਨਾਂ ਦਾ ਵਿਊ ਪੁਆਇੰਟ ਥੋੜਾ ਜਿਹਾ ਡਿਫਰੈਂਟ ਹੈ। ਸਾਖੀਆਂ ਨੂੰ ਨਹੀਂ ਮੰਨਦੇ ਉਹ, ਜਨਰਲੀ ਸਪੀਕਿੰਗ ਸਾਖੀਆਂ ਨੂੰ ਐਕਚੁਅਲੀ ਕ੍ਰਿਟਿਸਾਈਜ਼ ਕਰਦੇ ਹਨ ਬੜਾ। ਤੇ ਸਾਖੀਆਂ ਨੂੰ ਕ੍ਰਿਟਿਸਾਈਜ਼ ਕਰਨਾ ਤਾਂ ਜਾਇਜ਼ ਹੈ ਜੇ ਸਾਖੀਆਂ ਝੂਠੀਆਂ ਹੋਣ ਤੇ ਡੈਫੀਨਿਟਲੀ ਕ੍ਰਿਟਿਸਾਈਜ਼ ਕਰੋ। ਤੇ ਸਾਖੀਆਂ ਝੂਠੀਆਂ ਕਦੋਂ ਮੰਨੀਆਂ ਜਾਣਗੀਆਂ? ਜਦੋਂ, ਮੈਂ ਪਹਿਲੇ ਦੱਸ ਦਿੱਤੀ ਤੁਹਾਨੂੰ, ਜਦੋਂ ਸਾਖੀਆਂ ਦੀ ਜਿਹੜੀ ਸਾਰ ਜਿਹੜੀ ਹੈ ਜਾਂ ਸਾਖੀਆਂ ਦੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਅਨੁਕੂਲ ਨਾ ਹੋਵੇ। ਹਾਂਜੀ, ਉਹਦੇ ਉਲਟ ਚਲੀ ਜਾਏ। ਜਦੋਂ ਸਾਖੀਆਂ ਦੀ ਸਿੱਖਿਆ ਇਹ ਮਿਲੇ ਕਿ ਨਿਮਰਤਾ ਬੰਦਾ ਨਾ ਰਹੇ, ਸਾਖੀਆਂ ਦੇ ਇਹ ਮਿਲੇ ਕਿ ਇਹ ਜਿਹੜੀ ਚੀਜ਼ ਜਿਹੜੀ ਗੁਰਮਰਿਆਦਾ ਦੇ ਖਿਲਾਫ ਜਾਂਦੀਆਂ ਹਨ, ਉਹ ਚੀਜ਼ਾਂ ਦੇ ਉੱਤੇ ਉਹ ਸਾਖੀਆਂ ਡੈਫੀਨਿਟਲੀ, ਉਹ ਸਾਖੀਆਂ ਦੇ ਉੱਤੇ ਕੁਐਸਚਨ ਮਾਰਕ ਕੀਤਾ ਜਾ ਸਕਦਾ ਕਿ। ਪਰ ਜਿਹੜੀਆਂ ਸਾਖੀਆਂ ਸ਼ੁਰੂ ਤੋਂ ਸੁਣਦੇ ਆਉਂਦੇ ਪਏ, ਜਿਹੜੀਆਂ ਸਾਖੀਆਂ ਵਿੱਚ ਉਹ ਜੀ ਕੋਈ ਗੱਲ ਜਿਹਦੇ ਵਿੱਚ ਕੋਈ ਬੰਦਾ ਸਿੱਖ ਸਕਦਾ ਹੈ ਉਹਦੇ ਵਿੱਚੋਂ ਕੁਝ, ਜਾਂ ਉਹਦੇ ਕੁਝ ਲੈ ਸਕਦਾ ਹੈ, ਉਹ ਸਾਖੀਆਂ ਮਾੜੀ ਨਹੀਂ ਹਨ। ਦਸਮ ਗ੍ਰੰਥ ਦੀ ਕੰਟਰੋਵਰਸੀ ਦੇ ਉੱਤੇ I do not want to go into that right now. ਮੇਰੇ ਵਿਊ ਪੁਆਇੰਟ people know very well. ਗੁਰੂ ਕੀ ਬਾਣੀ ਹੈ unquestionably, ਹਰ ਚੀਜ਼। ਤੇ ਮੇਰੇ ਵਾਸਤੇ ਹੋਰ ਕੋਈ ਪ੍ਰੂਫ ਨਹੀਂ ਚਾਹੀਦਾ ਮੈਨੂੰ, ਕਿਉਂਕਿ ਬਾਣੀ 300 ਸਾਲਾਂ ਤੋਂ ਲੋਕ ਪੜ੍ਹਦੇ ਆ ਰਹੇ ਹਨ, everything। ਹਾਂ, ਕਈ ਬਾਣੀਆਂ ਇਹੋ ਜਿਹੀਆਂ ਹਨ। ਰਿਮੈਂਬਰ ਗੁਰੂ ਗ੍ਰੰਥ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੰਡਰਸਟੈਂਡ ਕਰਨਾ ਬਹੁਤ ਇੰਨਾ ਈਜ਼ੀ ਨਹੀਂ ਹੈ। ਉਹਨਾਂ ਦੀ ਲਾਈਫ ਨੂੰ ਸਮਝਣਾ ਇੰਨਾ ਈਜ਼ੀ ਨਹੀਂ ਹੈ। ਮਲਟੀਪਲ ਡਾਇਮੈਂਸ਼ਨਲ ਕੈਰੈਕਟਰ ਸਨ ਉਹਨਾਂ ਦੇ ਅੰਦਰ। ਸਾਰਾ ਇੱਕ ਯੋਧਾ ਵੀ ਸਨ, ਮਿਲਟਰੀ ਜੀਨੀਅਸ ਵੀ ਸਨ, ਭਗਤ ਸਨ, ਪ੍ਰੇਮਾ ਭਗਤੀ ਵਾਲੇ, ਪ੍ਰੋਫਿਲਿਕ ਆਥਰ ਤੇ ਰਾਈਟਰ ਵੀ ਸਨ, ਲੀਡਰ ਵੀ ਸਨ, ਸੋਸ਼ਲ ਰਿਫਾਰਮਰ ਵੀ ਸਨ। ਉਹ ਅਲੱਗ ਪਰਸਨੈਲਿਟੀ ਹੈ। ਉਸ ਵੇਲੇ ਉਹਨਾਂ ਦੇ ਉਹ ਕਵੀਆਂ ਨੂੰ ਵੀ ਦਿੰਦੇ ਸਨ। ਕਵੀ ਉਹਨਾਂ ਦੇ ਦਰਬਾਰ 'ਚ 52 ਕਵੀ ਸਨ, ਉਹਨਾਂ ਵਿੱਚੋਂ ਭਾਈ ਨੰਦ ਲਾਲ ਵਰਗੇ ਸ਼ਾਮਲ ਸਨ ਅੰਦਰ। ਹਾਂਜੀ, ਉਹਨਾਂ ਦੇ ਦਰਬਾਰ ਦੇ ਅੰਦਰ ਪੜ੍ਹੇ ਤੋਂ ਪੜ੍ਹੇ ਲਿਖੇ ਬੰਦੇ, ਭਾਈ ਮਣੀ ਸਿੰਘ ਵਰਗੇ ਸ਼ੋਭਾ ਦਿੰਦੇ ਸਨ ਅੰਦਰ। ਉਹ ਕਵੀਆਂ ਨੂੰ ਬੜਾ ਮਾਣ ਦਿੰਦੇ ਸਨ, ਕਵੀਆਂ ਨੂੰ ਕਵਿਤਾ ਦੇ ਉੱਤੇ ਬੜਾ ਜ਼ੋਰ ਦਿੰਦੇ ਸਨ, ਆਪ ਵੀ ਕਵਿਤਾ ਲਿਖਦੇ ਸਨ। ਹੋਰ ਉਹਨਾਂ ਨੇ ਚੀਜ਼ਾਂ ਜਿਹੜੀਆਂ ਬਾਕੀ ਚੀਜ਼ਾਂ ਲਿਖੀਆਂ, ਕਈ ਲੋਕ ਆਬਜੈਕਟ ਕਰਦੇ ਆ ਗੁਰਬਾਣੀ ਦੀ ਰੀਜ਼ਨ ਲਿਖਣ ਦੇ ਹਨ ਉਹਨਾਂ ਦੇ, ਉਹ ਡਿਫਰੈਂਟ ਇੱਕ ਟਾਈਮ ਆਏਗਾ ਤਾਂ ਉਹ ਵੀ ਡਿਸਕਸ ਕਰਾਂਗੇ। ਲੇਕਿਨ ਉਹਨਾਂ ਦੀ ਜ਼ਿੰਦਗੀ ਅਲੱਗ ਕਿਸਮ ਦੀ, ਬਹੁਤ ਮਲਟੀਪਲ ਡਾਇਮੈਂਸ਼ਨਲ ਲਾਈਫ ਸੀ ਉਹਨਾਂ ਦੀ, ਔਰ ਹਰ ਚੀਜ਼ ਵਿਦ ਪਰਫੈਕਸ਼ਨ ਸੀ। ਸੋ ਆਈ ਹੋਪ ਆਈ ਆਨਸਰਡ ਦੈਟ ਕੁਐਸਚਨ। ਸੋ ਮੈਨੂੰ ਕਿਸੇ ਦੇ ਉੱਤੇ ਕੋਈ ਇਹ ਨਹੀਂ ਕਿ ਮੈਂ ਨਾਰਾਜ਼ ਹਾਂ ਕਿਸੇ ਤੋਂ। ਆਪਣੀਆਂ ਵਿਚਾਰਧਾਰਾ ਹਨ, ਸਾਰਿਆਂ ਦੀ ਵਿਚਾਰਧਾਰਾ ਨੂੰ ਸਮਝੋ, ਪਰ ਜਿਹੜੀ ਵਿਚਾਰਧਾਰਾ ਗੁਰਮਤ ਮਰਿਆਦਾ ਅਨੁਸਾਰ ਗੁਰਬਾਣੀ ਦੀ ਕਸਵੱਟੀ ਤੇ ਨਾ ਪੂਰੀ ਉਤਰੇ, ਉਹ ਨਾ ਮੰਨੋ। ਉਹ ਠੀਕ ਨਹੀਂ ਗੱਲ। ਬਾਕੀ ਪ੍ਰੋਫੈਸਰ ਤਾਰਨ ਸਿੰਘ ਹੋਏ ਹਨ, ਬਹੁਤ ਵੱਡੇ ਪ੍ਰੋਫੈਸਰ, ਪੜ੍ਹਾਉਂਦੇ ਵੀ ਰਹੇ ਹਨ ਬੜੀ ਦੇਰ। ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਗੁਰਬਾਣੀ ਵਿਆਖਿਆ ਪ੍ਰਣਾਲੀਆਂ ਬਾਰੇ, ਜਿਹਦੇ ਚੋਂ ਕਾਫੀ ਮਟੀਰੀਅਲ ਮੈਂ ਉੱਥੋਂ ਲੈਂਦਾ ਹੁੰਦਾ, ਬਾਕੀ ਜਗ੍ਹਾ ਤੋਂ ਵੀ ਉਹਨਾਂ ਦੀ ਬੁੱਕ ਤੋਂ ਕਾਫੀ ਕੁਝ ਲਿੱਤਾ ਹੈ। ਉਹਨਾਂ ਨੇ ਵੀ ਮਿਸ਼ਨਰੀ ਦੇ ਕਾਲਜ ਦੇ ਉੱਤੇ ਜਾਂ ਮਿਸ਼ਨਰੀ ਦੇ ਉੱਤੇ ਕੋਈ ਵਿਆਖਿਆ ਪ੍ਰਣਾਲੀ ਨਹੀਂ ਮੰਨੀ ਉਹਨਾਂ ਨੇ। So unless they come up with 20 extremely respected authors that have defined their own way of defining Gurbani or explaining Gurbani, unfortunately ਪ੍ਰਣਾਲੀਆਂ ਦੇ ਖੇਤਰ ਵਿੱਚ ਆਉਣਾ ਮੁਸ਼ਕਿਲ ਹੈ। ਪਰ ਹਾਂ, ਜ਼ਰੂਰ ਹਨ, ਬੜੇ ਗੁਰਦੁਆਰਿਆਂ ਵਿੱਚ ਆਉਂਦੇ ਹਨ ਜਿਹੜੇ ਮਿਸ਼ਨਰੀ ਕਾਲਜ ਤੋਂ ਪੜ੍ਹੇ ਹੋਏ ਹਨ। There's nothing wrong with that. So what? Missionary college is not a bad thing at all.
there's nothing wrong with that. अपना व्यू पॉइंट दसदे हैं, ओपन माइंड होके सुनना चाहिए सारिਆਂ ਨੂੰ, there's nothing wrong with that at all. हाँ जी, any other questions? Surinder ji, sorry, there is a book by Professor Taran Singh ji ਜਿਹੜੀ ਹੈਗੀ ਨਾ, ਦਸਮ ਗ੍ਰੰਥ ਰੂਪ ਤੇ ਰਸ, ਉਹਨਾਂ ਦੀ ਲਿਖੀ excellent ਹੈਗੀ. That's true. और उस तो भी अगर उस तो भी अच्छी ये भी बहुत सोहनी है, पर प्यारा सिंह पदम होरां दी होता है दसम ग्रंथ दे उत्ते, वो मेरी बहुत प्यारी है, मैनू वो वाली बहुत प्यार सत्कार नाल लिखी है बुक उन्होंने, ते उन्हां दे दसम बाणी दे दर्शन कराए हैं उहदे विच उन्होंने. एक टाइम आएगा, maybe we'll talk about that subject also. Today's topic is different though. Any other questions though, relating व्याख्या प्रणालियां दे उत्ते ਜਿਹੜੀ discussion ਕੀਤੀ ਨਹੀਂ ਤੇ I'm going to move on to my next topic. I'll wait for ਮਨਪ੍ਰੀਤ ਦੀ ਤੁਹਾਡਾ question ਹੈ ਵੀਰ ਜੀ. ਉਹ ਇੱਕ ਮੈਂ ਕੌਲਿਫ ਬਾਰੇ ਪੁੱਛਣਾ ਸੀਗਾ. how do you rate him, like McAuliffe? he did it in ਹਾਂਜੀ. Yeah, his writings are good. I have read his books. There is nothing unlike Mr. Ernest Trump, the bare mein, I don't know whether I've talked about him or not in my in this forum here at all. We'll talk about it in a second though. Unfortunately his name is also Trump, but ਪਰ ਉਹਦੇ ਲਾਸਟ ਨੇਮ ਵਿੱਚ 2 ਪੀਸ ਲੱਗਦੀਆਂ ਸਨ, 1 ਪੀ ਨਹੀਂ ਲੱਗਦੀ ਸੀ ਉਹਦੇ ਥੱਲੇ. ਬਟ ਨਹੀਂ, ਮੈਕਾਲੇ ਦੀ ਰਾਈਟਿੰਗਸ ਆਰ ਗੁੱਡ. ਇਹਨੇ ਆਪਣਾ ਵਿਊ ਪੁਆਇੰਟ ਦਿੱਤਾ ਉਹਨਾਂ ਨੇ, ਔਰ ਅੱਛਾ ਵਿਊ ਪੁਆਇੰਟ ਹੈ. ਭਾਈ ਕਾਨ ਸਿੰਘ ਨਾਭਾ ਨਾਲ ਬਹੁਤ ਅੱਛੀ ਰਿਲੇਸ਼ਨਸ਼ਿਪ ਸੀ ਆਪਸ ਵਿੱਚ, ਸੋ ਡੈਫੀਨਿਟਲੀ ਆਈ ਥਿੰਕ ਹੀ ਕੰਸਲਟਡ ਵਿਦ ਭਾਈ ਸਾਹਿਬ ਅ ਲੋਟ. ਦੇਅਰਫੋਰ ਉਹਨਾਂ ਦੀਆਂ ਰਾਈਟਿੰਗਸ ਵਿੱਚ ਕਈ ਵਾਰੀ ਉਹਨਾਂ ਦੀਆਂ ਆਪਣੀਆਂ ਰਾਈਟਿੰਗਸ ਵਿੱਚ ਝਲਕਦੀਆਂ ਹਨ ਬੜੀਆਂ, ਉਹਨਾਂ ਦੇ ਬੜਾ ਇਨਫਲੂਐਂਸ ਰਿਹਾ ਲਾਈਫ ਦੇ ਉੱਤੇ ਭਾਈ ਸਾਹਿਬ ਜੀ ਦਾ. ਸੋ ਭਾਈ ਸਾਹਿਬ ਜੀ ਦਾ ਲਾਈਫ ਅਗਰ ਇਨਫਲੂਐਂਸ ਹੋਏਗਾ, ਤੁਹਾਨੂੰ ਪਤਾ ਹੀ ਹੈ ਫਿਰ ਗੁਰਮਰਿਆਦਾ ਅਨੁਸਾਰ ਹੀ ਗੱਲ ਹੋਣੀ ਹੈ. ਸੋ yeah, so there's nothing wrong with this, right? I have read those books. मेरे को 4 वॉल्यूम हैं. मैं सारी पेज टू पेज तो नहीं पढ़ी हुई बने एकदम सारे पेज, पर विचों मैं काफी पढ़िया होया उन्होंने. Yeah, I didn't find anything. Just for your own knowledge though, when the British took over Punjab in 1849, the British government called upon a German scholar, ਉਹਦਾ ਨਾਮ ਸੀ Ernst Trump, ERNST first name. See, the Trump was TRUMPP, 2 P's ਉਹਦੇ ਨਾਲ ਦੇ ਲੱਗੇ ਸਨ. ਤੇ German scholar ਸੀ, but he was from southern Germany to see, from Munich though, but London, he was in London working in a library. The British government have ਨੇ ਬੁਲਾਇਆ ਉਹਨਾਂ ਨੂੰ ਤੇ ਕਿ ਤੁਸੀਂ ਸਿੰਧੀ ਲੈਂਗੁਏਜ ਦੀ ਗ੍ਰਾਮਰ, ਪਸ਼ਤੋ ਲੈਂਗੁਏਜ ਦੀ ਗ੍ਰਾਮਰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਉੱਤੇ ਤੁਸੀਂ ਅਧਿਐਨ ਕਰੋ ਇਹਦਾ. So he wrote some lot of negative stuff about Sikhism, about the Gurus also, and the reason is because of Darbar Sahib. Yeah, how long do you have to return it? You can use it. Somebody's microphone is on. Yeah. ਤੇ ਹੁਣ ਮੈਂ ਭੁੱਲ ਗਿਆ ਕੀ ਕਹਿ ਰਿਹਾ ਸੀ, ਬਟ ਸੋ ਉਹ ਜਦੋਂ ਆਇਆ ਇੰਡੀਆ, ਜਦੋਂ ਦਰਬਾਰ ਸਾਹਿਬ ਗਿਆ ਜਦੋਂ, ਤੇ then he used to like ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਮੰਗਵਾਣੀ ਨਾਲ, ਤੇ ਨਾਲ ਬੁਰੀ ਅਦਬ ਨਾ ਰੱਖਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਉਹਦਾ ਸ਼ੂਜ਼ ਲੈ ਕੇ ਨਾਲ ਰੱਖ ਲੈਣੇ, ਜਾਂ ਨਾਲ ਬੈਠ ਕੇ ਪਾਈਪ ਸਮੋਕ ਕਰਨੀ ਸ਼ੁਰੂ ਕਰ ਦੇਣੀ, ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬੇਦਬੀ ਦੀਆਂ ਚੀਜ਼ਾਂ ਜਿਹੜੀਆਂ ਹਨ ਉਹ ਕਰਨੀਆਂ ਨਾਲ. ਤੇ ਉਹ ਜਿਹੜੇ ਗਿਆਨੀ ਸਨ ਸਿੱਖ, ਜਿਹੜੇ ਗ੍ਰੰਥੀ ਸਨ, ਉਹਨਾਂ ਨੇ ਆਬਜੈਕਟ ਕਰਨਾ, ਤੇ ਉਹਨੂੰ ਖਰਾਬ ਲੱਗਿਆ ਉਹਨੂੰ ਬੜਾ ਕਿ ਹਾਊ ਡੇਅਰ ਦੇ ਟੈਲ ਮੀ, ਉਸ ਵੇਲੇ ਬੜਾ ਫਰਕ ਸੀ. ਇੰਡੀਅਨਸ ਨੇ ਉਹ ਲੋਕ ਨੀਵਾਂ ਗਿਣਦੇ ਸਨ ਬੜਾ, ਜਿਹੜੇ ਆਏ ਸਨ ਬ੍ਰਿਟਿਸ਼ ਉੱਥੋਂ. ਸੋ ਉਹ ਫਿਰ ਰਿਲੇਸ਼ਨਸ਼ਿਪ ਜਿਹੜੀ ਹੈ ਵਿਗੜ ਗਈ, ਤੇ ਉਸਨੇ ਬਹੁਤ ਹੀ ਮਾੜੀਆਂ ਗੱਲਾਂ ਜਿਹੜੀਆਂ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਬਾਰੇ, ਗੁਰੂਆਂ ਬਾਰੇ ਡਾਕੂਮੈਂਟ ਕੀਤੀਆਂ ਉਸਨੇ. ਅਨਫੋਰਚੂਨੇਟਲੀ ਬੁੱਕ ਤੇ ਮੈਂ ਵੀ, ਉਹ ਮੇਰੇ ਕੋਲ ਵੀ ਬੁੱਕ ਹੈ, ਉਹ ਮੈਂ ਲਿੱਤੀ ਹੋਈ ਹੈ, ਬਿਕਾਜ਼ ਜਿਨ੍ਹਾਂ ਨੇ ਸਾਰੇ ਵਿਊ ਪੁਆਇੰਟ ਪੜ੍ਹਨੇ ਹੁੰਦੇ ਨੇ, ਉਹ ਫਿਰ ਉਹ ਪੜ੍ਹਨੇ ਪੈਂਦੇ ਨੇ ਉਹਨਾਂ ਨੂੰ, ਤਾਂ ਕਿ ਕੋਈ ਐ ਨਾ ਕਲਾਸ ਕੋਈ ਕਹਿ ਦੇ ਤੇ ਪਤਾ ਹੋਵੇ ਹਾਂਜੀ ਪੜ੍ਹੀ ਹੋਈ ਹੈ ਮੈਂ ਵੀ. ਸੋ I have that book. I don't refer to it for knowledge, I refer to it for other stuff that ਕੀ ਜਿਹੜੀ ਬਕਵਾਸ ਕੀਤੀ ਹੈ ਉਸਨੇ ਸਾਰੀ ਉਹਦੇ ਵਿੱਚ ਸਾਰੀ, so yeah, so yeah, it's there. McAuliffe, nothing's wrong with McAuliffe, so yeah. Hanji Virji, hanji just to be clear in my head,
date wise, if we think of ਕਿਹੜੀਆਂ books ਜਿਹੜੀਆਂ ਨੇ ਖਾਸ ਕਰ written ਜਿਹੜਾ ਹੈਗਾ knowledge ਜਿਹੜੀ ਹੈ ਉਹ from the 16th century, the Guru Granth Sahib Ji is there, Bhai Nandlal Ji's and Bhai Gurdas Ji's writings are there. And Janam Sakhis are there, Vijay. Janam Sakhis are there. Okay. Mahima Prakash is there, which was written by Sarup Das Palla. Bhai Gurdas Diyan Wara are there, and the Kabit Saviye is there. Gurbilas Pasha Chhemi is there. And then Gurbilas Pasha Dasmi is there. Bhagat di Bhai Mani Singh Diyan writings are there. Bhagtan de Bhagat Mala jehdi likhi ਉਹਨਾਂ ਨੇ ਉਸ ਤੋਂ ਇਲਾਵਾ ਅੱਗੇ ਜਾ ਕੇ in the 1700s ਵਿੱਚ ਫਿਰ the famous book ਜਿਹੜੀ ਕਵੀ ਸੰਤੋਖ ਸਿੰਘ ਨੇ ਲਿਖੀ ਜਿਹੜੀ ਸੂਰ ਪ੍ਰਕਾਸ਼ ਜਿਹੜਾ ਗ੍ਰੰਥ ਜਿਹੜਾ ਹੈ ਜਿਹਦੇ ਪਹਿਲੇ 2-3 ਚੈਪਟਰ ਦਾ ਨਾਮ ਗੁਰੂ ਨਾਨਕ ਪ੍ਰਕਾਸ਼ ਹੈ ਲੇਕਿਨ ਜਨਰਲੀ ਸਪੀਕਿੰਗ ਨਾਂ ਜਿਹੜਾ ਹੈ ਉਹ ਜਿਹੜਾ ਗੁਰਪ੍ਰਤਾਪ ਸੂਰਜ ਗ੍ਰੰਥ ਹੈ that is there. ਉਸ ਤੋਂ ਇਲਾਵਾ ਜਿਹੜੇ ਨਿਰਮਲਾ ਸਕਾਲਰ ਨੇ ਹੋਰ ਕਿਤਾਬਾਂ ਲਿਖੀਆਂ ਪੰਡਿਤ ਗੁਲਾਬ ਸਿੰਘ ਹਰਾਂ ਨੇ ਮੈਂ 1700s ਤੱਕ ਦੀ ਗੱਲ ਕਰਦਾ ਪਿਆ earlier. So there's a lot of material available Virji to study. Unfortunately, most of the books that I just mentioned unfortunately are not available in print anymore. They were available in print 40 years ago, 50 years ago, late 80s tak, early 90s tak, some of these books were available, all of them, but not everything is available in print, you know. Most of these books are out of print, you know. But some of these books are available on sikhbookclub.com, you know. And unfortunately, and the appearance of the Dasam Granth, what we call as a Dasam Granth, or may have been called another Granth at some point. This was, to understand, it was in the 18th century, or the 19th century, right? Dasam Granth diyan translations, you mean? Yeah, Dasam Granth, I mean, whenever we have the first, let's say the Dasam Granth. It's there from the Guru's time. Oh, is it? Okay. Oh yeah, 100%, yeah. Achha. Yeah. I mean, there are certain portions of Dasam Granth which people question ki that this is not a part there, it was not originally a part, evolve ho gaya. That part might be true. There is a lot of discussion on that, but the Granth was there from the very beginning. Yeah. Patna Sahib jehda prakash hoya hai, jehda andar jehda prakash hai, bahut puratan hai. I would not be surprised ki 1700s so ho gaye, you know. ਜਿਹੜੀ ਡੇਟ ਜਿਹੜੀ ਹੈ ਯਾਨੀ ਪਬਲਿਕੇਸ਼ਨ ਡੇਟ ਜਿਹੜੀ ਹੈ ਜਾਂ ਮਨੇ ਕਾਫੀ ਪੁਰਾਤਨ ਗ੍ਰੰਥ ਹੈ ਜਿਹੜਾ ਨਾਦੇੜਵੀ ਜਿਹੜੀ ਬੀੜ ਜਿਹੜੀ ਹੈ ਜਿਹੜੀ ਪ੍ਰਕਾਸ਼ਿਤ ਜਿਹੜੀ ਹੈ ਔਰ ਜਿਹੜੀ ਪਟਨਾ ਸਾਹਿਬ ਜਿਹੜੀ ਪ੍ਰਕਾਸ਼ਿਤ ਜਿਹੜੀ ਬੀੜ ਦਸਮ ਗ੍ਰੰਥ ਦੀ ਪਈ ਹੋਈ ਹੈ ਕਾਫੀ ਪੁਰਾਤਨ ਹੈ ਦੋਨੋਂ ਉਹਨਾਂ ਕੋਲ ਬੜੀਆਂ ਪੁਰਾਤਨ ਸਰੂਪ ਬੜੇ ਪਏ ਹੋਏ ਹਨ ਦਸਮ ਗ੍ਰੰਥ ਯਾ ਸੁੰਦਰ ਜੀ ਭਾਈ ਮਨੀ ਸਿੰਘ ਜੀ ਦਾ ਕੰਪਾਈਲ ਕੀਤਾ ਹੋਇਆ ਹੈ ਦਸਮ ਗ੍ਰੰਥ ਜੋ ਦਿੱਲੀ ਹੈਗਾ ਜੋ ਯੂ نو ਜੋ ਇਕੱਠਾ ਹੈਗਾ ਨਾ one big book ਜਿਹਦੇ ਅੰਦਰ ਜੋ ਦਿੱਲੀ ਪਈ ਹੋਈ ਹੈਗੀ ਸੋ ਕਾਫੀ ਸਰੂਪ ਦੇ ਮਨੀ ਸਿੰਘ ਜੀ ਦੇ ਹੁਕਮਨਾਮੇ ਹੈਗੇ ਬਾਈ ਬਾਈ ਮਾਤਾ ਸੁੰਦਰੀ ਜੀ ਹੋ ਐਸੀ ਕੋਈ ਗੱਲ ਨਹੀਂ ਹੈ ਸੋ ਕੁਐਸਚਨ ਅੱਛਾ ਜੀ ਇਹ ਹੈਗਾ ਕਿ ਹੁਣ ਜਿਵੇਂ ਤੁਸੀਂ ਦੱਸਦੇ ਪਏ ਜੀ ਇਹ ਕੁਐਸਚਨ ਹੋਇਆ ਸੀ ਅਬਾਊਟ ਦੀ ਜਿਹੜੇ ਕਾਲਜਸ ਜਿਹੜੇ ਹੈਗੇ ਨੇ ਮਿਸ਼ਨਰੀ ਕਾਲਜਸ is that the main form of teaching of recent Katha Vachaks being done, or is there other pranalis of Katha being taught in different parts of the world? No, there is definitely other parts. For example, Damdami Taksal jehdi Taksali jehde hain that is still the headquarters of all the Sampradaya style of learning, you know. Achha. And Punjabi University Patiala is spearheading the program under the jehdi Singh Sabhai Pranali de thale. So Singh Sabhai Pranali de thale jehdi knowledge all the major universities in Punjab are spearheading that effort. So let's say if you want to do today MA in Gurmat theology or a PhD in Gurmat, there are several universities in Punjab that have that department, you know. Punjabi University Patiala probably the spearheading the effort in that respect, you know. So when you go and study there, you probably will study all the authors. You will study every different viewpoint, you know. But Gurdwariyan jehdi katha hundi hai, jehde Taksali jehde aande hain generally, ਉਹ ਟਕਸਾਲੀ ਜਿਹੜੇ ਹਨ ਉਹ ਪ੍ਰੋਬਬਲੀ ਸੰਪਰਦਾਈ ਸਟਾਈਲ ਦੇ ਹਨ ਜਿਹੜੇ ਮਿਸ਼ਨਰੀ ਸਕੂਲ ਚ ਪੜ੍ਹੇ ਹੋਏ ਹਨ ਜਿਹੜੇ ਉਹ ਮਿਸ਼ਨਰੀ ਸਟਾਈਲ ਦੀ ਹਨ ਉਹਨਾਂ ਦੇ ਥੋੜੇ ਬਹੁਤ
ਤੇ ਜਿਹੜੀਆਂ ਯੂਨੀਵਰਸਿਟੀਆਂ ਚੋਂ ਪੜ੍ਹੇ ਹੋਏ ਹਨ ਜਨਰਲੀ ਉਹ ਫਿਰ ਮੋਸਟਲੀ ਸਿੰਘ ਸਭਾਈ ਪ੍ਰਣਾਲੀ ਵਿੱਚੋਂ ਜ਼ਿਆਦਾ ਲੈਣਗੇ ਤੇ ਜਿਹੜੇ ਜ਼ਿਆਦਾ ਹਨ ਭਾਈ ਪਿੰਦਰਪਾਲ ਸਿੰਘ ਵਰਗੇ ਜਿਹੜੇ ਜ਼ਿਆਦਾ ਪਪੂਲਰ ਹਨ ਉਹ ਹਰ ਵਿਊ ਪੁਆਇੰਟ ਤੁਹਾਨੂੰ ਦੱਸ ਸਕਦੇ ਹਨ ਉਹਨਾਂ ਦੀ ਨੌਲੇਜ ਦੀ ਲੈਵਲ ਜਿਹੜਾ ਹੈ ਬ੍ਰੈਥ ਜਿਹੜੀ ਬਹੁਤ ਵੱਡੀ ਹੈ ਉਹਨਾਂ ਦੀ they know they can pinpoint every source and tell you which one is what yeah sorry ma'am taking more time but ek ਹੋਰ question hai so the different deras that have been formed let's say for example of the Akhand Kirtani Jathe or for that matter any other deras the difference is so do they have their own way of interpreting the Guru Granth Sahib or are they also following particular generally speaking ਸੰਤਾਂ ਦੇ ਡੇਰਿਆਂ ਤੇ generally speaking ਸੰਪਰਦਾਈ ਵਿਊ ਪੁਆਇੰਟ ਜ਼ਿਆਦਾ ਅੱਗੇ ਆਉਂਦਾ ਹੈ as a general rule ਟਕਸਾਲੀ ਜਿਹੜਾ ਵਿਊ ਪੁਆਇੰਟ ਹੈ ਸੰਪਰਦਾਈ ਵਿਊ ਪੁਆਇੰਟ is the more prevalent thought process on ਸੰਤਾਂ ਦੇ ਡੇਰਿਆਂ which when they explain Gurbani yes that is true. And is that more of a political thing or is that because I don't know generally speaking but like ਉਹੀ ਰਿਹਾ ਸ਼ੁਰੂ ਤੋਂ ਗਿਆਨੀਆਂ ਵਿੱਚ ਉਹੀ ਰਿਹਾ ਹੈ ਗਿਆਨੀ ਕਰਨੀ ਜਦੋਂ ਪੜ੍ਹਦੇ ਸਨ ਤੇ ਸੰਪਰਦਾਈ ਵਿਊ ਪੁਆਇੰਟ ਹੀ ਜ਼ਿਆਦਾ ਸਟਰੋਂਗ ਰਿਹਾ ਹੈ nothing wrong or right again it's just the way they are so thank you so much no problem. I think I'm going to put an end to this discussion now and je baad koi hove question te after the class I'll be available. I'm going to be switching gears and moving on to the jehde 3 hafte di discussion chhod ke back to the Sukhmani de chapter te. So we have finished the Saad Wali Ashpadi which was done about 3 weeks ago. ਤੇ ਸੁਖਮਨੀ ਦੀ ਬਾਣੀ ਦੇ ਉੱਤੇ ਇੱਕ ਚੀਜ਼ ਤੁਸੀਂ ਫੋਕਸ ਕਰਕੇ ਦੇਖੋਗੇ ਕਿ ਵੈਸੇ 24 ਅਸ਼ਟਪਦੀਆਂ ਦੇ ਵਿੱਚੋਂ ਜਿਹੜੀ ਲੰਬੀ ਬਾਣੀ ਹੈ 24 ਪਾਰਟਸ ਵਿੱਚ ਵੰਡੀ ਹੋਈ ਹੈ ਲੇਕਿਨ ਰਹਾਉ ਦੀ ਪੰਕਤੀ ਸਿਰਫ ਇੱਕੋ ਹੀ ਹੈ ਰਹਾਉ ਦੀਆਂ ਪੰਕਤੀਆਂ 2 ਹੀ ਹਨ ਖਾਲੀ 2 ਲਾਈਨਾਂ ਹਨ ਉਹ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭਨਾਮ ਤੇ ਭਗਤ ਜਨਾਂ ਕੇ ਮਨ ਵਿਸ਼ਰਾਮ ਰਹਾਉ ਸੋ ਸੈਂਟਰਲ ਜਿਹੜੀਆਂ ਲਾਈਨਾਂ ਸਿਰਫ 2 ਹੀ ਹਨ 24 ਅਸ਼ਟਪਦੀਆਂ ਵਿੱਚੋਂ ਬਾਕੀ ਜਿਹੜੀਆਂ ਅਸ਼ਟਪਦੀਆਂ ਜਿਹੜੀਆਂ ਹਨ ਇਸੀ ਥਾਟ ਪ੍ਰੋਸੈਸ ਦੇ ਆਲੇ ਦੁਆਲੇ ਜਿਹੜੇ ਹਨ ਉਹ ਕੰਮ ਕਰਦੀਆਂ ਹਨ ਸਾਰੀਆਂ ਇਟ ਇਜ਼ ਐਕਸਟ੍ਰੀਮਲੀ ਇੰਪੋਰਟੈਂਟ ਟੂ ਅੰਡਰਸਟੈਂਡ ਦੋ ਕਿ ਇੱਕ ਤੇ ਪਹਿਲੀ ਗੱਲ ਉਸ ਸੈਂਟਰਲ ਲਾਈਨ ਵਿੱਚ ਇਹ ਹੈ ਕਿ ਹਮੇਸ਼ਾ ਸੁਖ ਦੇਣ ਵਾਲਾ ਸਿਰਫ ਪਰਮਾਤਮਾ ਦਾ ਨਾਮ ਹੈ ਹਾਂਜੀ ਜੇ ਤੁਸੀਂ ਸਦੀਵੀ ਸੁਖ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਲਾਈਫ ਜਿਹੜੀ ਹੈ ਸੁਖੀ ਬਤੀਤ ਹੋਵੇ ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਦੁੱਖ ਤੁਹਾਡੇ ਆਣ ਲਾਈਫ ਵਿੱਚ ਤੇ ਤੁਹਾਡੇ ਘੱਟ ਅਸਰ ਕਰਨ ਤੁਹਾਡੇ ਤੇ ਹੋਰ ਕੋਈ ਤਰੀਕਾ ਨਹੀਂ ਹੈ ਪ੍ਰੇਮਾ ਭਗਤੀ ਤੋਂ ਸਿਵਾਏ ਪਰਮਾਤਮਾ ਦੀ ਪ੍ਰੇਮਾ ਭਗਤੀ ਤੁਹਾਨੂੰ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਇਹ ਇਨਕਰੇਜਮੈਂਟ ਦਿੰਦੇ ਹਨ ਗੁਰੂ ਉੱਥੇ ਤੇ ਇਹ ਇਨਕਰੇਜਮੈਂਟ ਦਿੰਦੇ ਹਨ ਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਜੇ ਸੁਖ ਚਾਹੁੰਦੇ ਹੋ ਮਨ ਨੂੰ ਸੁਖ ਚਾਹੁੰਦੇ ਹੋ ਦੇਣਾ ਕਈਆਂ ਨੇ ਸੁੱਖਾਂ ਦੀ ਮਣੀ ਵੀ ਕਿਹਾ ਡਸਨਟ ਮੈਟਰ ਵਿਚ ਵੇ ਯੂ ਲੁੱਕ ਐਟ ਇਟ ਦੋ ਉਹ ਪ੍ਰਮਾਤਮਾ ਦਾ ਪਿਆਰ ਭਰਿਆ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਹੈ ਪ੍ਰਮਾਤਮਾ ਨਾਲ ਲੱਗਣਾ ਜੁੜਨਾ ਉਹਦੇ ਨਾਲ ਆਪਣੇ ਕ੍ਰੀਏਟਰ ਨਾਲ ਰਿਲੇਸ਼ਨਸ਼ਿਪ ਬਿਠਾਣੀ ਹਾਂਜੀ ਲੇਕਿਨ ਕਿੱਥੋਂ ਮਿਲਦੀ ਹੈ ਉਹ ਨਾਮ ਕਿੱਥੇ ਹੈ ਉਹ ਪਿਆਰ ਕਿੱਥੇ ਹੈ ਤੇ ਅਗਲੀ ਲਾਈਨ ਤੋਂ ਦਾ ਆਨਸਰ ਹੈ ਕਿ ਭਗਤ ਜਨਾਂ ਕੇ ਮਨ ਵਿਸ਼ਰਾਮ ਉਹ ਪਿਆਰਿਆਂ ਦੇ ਹਿਰਦਿਆਂ ਵਿੱਚ ਹੈ ਜਿਹੜੇ ਉਹਨੂੰ ਪਿਆਰ ਕਰਦੇ ਹਨ ਜਿਹੜੇ ਉਹਦੇ ਨਾਲ ਲਗਾਵਦੇ ਹਨ ਜਿਹੜੇ ਉਹਦੇ ਨਾਲ ਲੱਗੇ ਹੋਏ ਹਨ ਜਿਹੜੇ ਉਹਨਾਂ ਦੇ ਹਿਰਦੇ ਵਿੱਚ ਹੈ ਨਾਮ ਤੇ ਪ੍ਰਾਪਤੀ ਉਹਨਾਂ ਕੋਲੋਂ ਹੋਣੀ ਹੈ ਇੱਕ ਤੇ ਉਹਨਾਂ ਕੋਲੋਂ ਹੋਣੀ ਹੈ ਪ੍ਰਾਪਤੀ ਤੇ ਦੂਸਰੀ ਉਹਦੀ ਕਿਰਪਾ ਨਾਲ ਹੋਣੀ ਹੈ ਨਾਨਕ ਲਬਧੰ ਸਾਧ ਸੰਗ ਕਿਰਪਾ ਪ੍ਰਭੰਗ ਆਏ ਹਨ ਵਰਡ ਸ਼ਲੋਕ ਸੰਸਕ੍ਰਿਤੀ ਵਿੱਚ ਉਹ ਮਿਲਦਾ ਹੈ 2 ਚੀਜ਼ਾਂ ਨਾਲ ਇੱਕ ਤੇ ਜੁੜਿਆ ਹੋਏ ਦੀ ਸੰਗਤ ਦੀ ਪ੍ਰਾਪਤੀ ਨਾਲ ਜੁੜਿਆ ਹੋਏ ਦੀ ਸੰਗਤ ਦੀ ਮੇਲ ਨਾਲ ਜਦੋਂ ਜੁੜੇ ਹੋਏ ਬੈਠ ਕੇ ਗੱਲ ਕਰਦੇ ਹਨ ਉਹਦੀ ਜਦੋਂ ਪਿਆਰ ਉਹ ਝਲਕਦਾ ਉਹਨਾਂ ਦੀ ਅੱਖਾਂ ਦੇ ਹੱਥ ਨੂੰ ਤੇ ਫਿਰ ਉਹ ਪਿਆਰ ਤੁਹਾਡੇ ਅੰਦਰ ਆਉਂਦਾ ਹੈ ਤੇ ਦੂਸਰੀ ਇਨਕਰੇਜਮੈਂਟ ਹੈ ਅਰਦਾਸ ਨਾਲ ਮਿਲਦਾ ਹੈ ਤੇ ਜਿਹੜੇ ਜੁੜਿਆ ਹੋਏ ਦੀ ਸੰਗਤ ਦੀਆਂ ਨਿਸ਼ਾਨੀਆਂ ਇਹ ਹਨ ਕਿ ਉਹ ਫਿਰ ਉਹ ਪ੍ਰਮਾਤਮਾ ਨਾਲ ਅਤਮ ਪਿਆਰ ਕਰਦੇ ਹਨ ਬੜਾ ਤੇ ਕਹਿੰਦੇ ਹਨ ਕਿ ਜੇ ਫਿਰ ਕਿੰਜ ਪਤਾ ਲੱਗੇਗਾ ਪਿਆਰ ਕਰਦੇ ਕੀ ਨਿਸ਼ਾਨੀਆਂ ਨੇ ਉਹਨਾਂ ਦੀਆਂ ਹਾਂਜੀ ਉਹ ਕੀ ਕਰਦੇ ਹਨ ਬੰਦੇ ਉਹ ਕਿਹੋ ਜਿਹੇ ਹਨ ਬੰਦੇ ਜਿਹੜੇ ਉਹਦੇ ਨਾਲ ਪਿਆਰ ਕਰਦੇ ਹਨ ਬਹੁਤਾ ਪਿਆਰ ਜਿਨ੍ਹਾਂ ਨਾਲ ਹੈ ਜਿਨ੍ਹਾਂ ਦਾ ਤੇ ਉਹਦੇ ਵਿੱਚ ਸੁਖਮਨੀ ਸਾਹਿਬ ਦੀਆਂ 3 ਅਸ਼ਟਪਦੀਆਂ ਡਿਵੋਟ ਕੀਤੀਆਂ ਉਹਨਾਂ ਨੇ ਉਸ ਆਈਡੀਅਲ ਜਿਹੜੀ ਹਿਊਮਨ ਬੀਇੰਗ ਨੂੰ ਡਿਫਾਈਨ ਕਰਨ ਵਾਸਤੇ ਹਾਂਜੀ
ਕਿ ਤੁਹਾਨੂੰ ਮੁਸ਼ਕਿਲ ਨਾ ਆਵੇ ਜੀ ਕੋਈ ਕਿਸੇ ਨੂੰ ਪਛਾਣਨ ਚ। ਪਹਿਲੀ ਸਾਧ ਵਾਲੀ ਅਸ਼ਪਦੀ ਹੈ ਤੇ ਹੁਣ ਦੂਸਰੀ ਬ੍ਰਹਮ ਗਿਆਨੀ ਵਾਲੀ ਅਸ਼ਪਦੀ ਹੈ। ਤੇ ਨੋਟਿਸ ਕਰੋਗੇ ਸਾਧ ਵਾਲੀ ਅਸ਼ਪਦੀ ਤੇ ਬ੍ਰਹਮ ਗਿਆਨੀ ਅਸ਼ਪਦੀ ਵਿੱਚ ਜਿਹੜਾ ਅਗੇ ਡਿਫਰੈਂਸ਼ੀਏਟ ਕਰੋਗੇ ਦੋਨੋਂ ਅਸ਼ਪਦੀਆਂ ਵਿੱਚ, ਤੇ ਇੱਕ ਗੱਲ ਉੱਭਰ ਕੇ ਸਾਹਮਣੇ ਆ ਜਾਏਗੀ ਤੁਹਾਨੂੰ। ਉਹ ਇਹ ਹੈ ਕਿ ਸਾਧ ਵਾਲੀ ਅਸ਼ਪਦੀ ਵਿੱਚ ਫੋਕਸ ਕਿਹਦੇ ਤੇ ਸੀ? ਫੋਕਸ ਸੀ ਕਿ ਇਹਨਾਂ ਦੀ ਨਾਲ ਸੰਗ ਕਰਨ ਨਾਲ ਤੁਹਾਡੇ ਜੀਵਨ 'ਚ ਕਿਹੜੇ ਬਦਲਾਵ ਆਣਗੇ। ਯਾਨੀ ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੇ ਸੰਗ ਕੀ ਸਾਧ ਦਾ ਸੰਗ ਕਰਨ ਨਾਲ ਕੀ ਹੁੰਦਾ ਹੈ। ਬ੍ਰਹਮ ਗਿਆਨੀ ਦੀ ਅਸ਼ਪਦੀ ਵਿੱਚ ਫੋਕਸ ਜਿਹੜਾ ਵਾ ਉਹ ਬ੍ਰਹਮ ਗਿਆਨੀ ਦੀ ਡੈਫੀਨੇਸ਼ਨ ਤੇ ਹੈ। ਹਾਂਜੀ, ਸੋ ਹੁਣ ਕੁਐਸਚਨ ਇਹ ਪੈਦਾ ਹੁੰਦਾ ਕਿ ਸਾਧ ਚ ਬ੍ਰਹਮ ਗਿਆਨੀ ਚ ਕੋਈ ਫਰਕ ਹੈ? ਤੇ ਆਨਸਰ ਇਜ਼ there might be, ਲਵ ਦੀ ਕੋਈ on a 1 to 10 ਦੇ ਸਕੇਲ ਦੇ ਵਿੱਚ ਲਵ ਦੀਆਂ ਕੋਈ ਕਿਸਾਂ ਪਛਾਣੇਗਾ ਵੀ ਤੁਹਾਡੇ ਅੰਦਰ ਲਵ ਲੈਵਲ 8 ਦਾ ਹੈ, ਲੈਵਲ 10 ਦਾ ਹੈ, ਲੈਵਲ 12 ਦਾ ਹੈ, ਲੈਵਲ 2 ਦਾ ਹੈ, ਲੈਵਲ 1 ਦਾ ਹੈ, ਕਿਸ ਲੈਵਲ ਦਾ ਲਵ ਹੈ। ਜਿਗਿਆਸੂ is at the lowest level, which is very important. ਉਹਦੇ ਵਾਸਤੇ ਵਰਡ ਜਨ ਆਇਆ ਹੈ, ਵਰਡ ਸੁਖਮਨੀ ਸਾਹਿਬ ਦੀ ਬਾਣੀ ਵਿੱਚ, ਜਨ ਕੇ ਸੰਗ ਚਿਤ ਆਵੇ ਨਾਉ। ਜਿਹੜਾ ਜਨ ਆਇਆ ਹੈ ਨਾ ਵਰਡ, ਉਹ ਉੱਚ ਕੋਟੀ ਦੇ ਜਿਗਿਆਸੂ ਬਾਰੇ ਆਇਆ ਹੈ। ਤੇ ਜਿਗਿਆਸੂ ਕੌਣ ਹੈ? who is a ਜਿਗਿਆਸੂ? Okay, let me stop here though. Other than the LA Sangat though, can anybody define the word jigyasu for who is a jigyasu? Very commonly termed Sikh theology with both commonly common term use ਕੀਤੀ ਜਾਂਦੀ ਹੈ ਗੁਰਬਾਣੀ ਦੀ ਵਿਆਖਿਆ ਵਿੱਚ। ਜਿਗਿਆਸੂ ਕੌਣ ਹੈ ਜੀ? ਕੌਣ ਡਿਫਾਈਨ ਕਰੇਗਾ ਕੌਣ ਜਿਗਿਆਸੂ ਹੈ? ਜਿਸ ਦੇ ਮਨ ਵਿੱਚ ਤਾਂਘ ਪੈਦਾ ਹੋ ਜਾਏ ਗੁਰੂ ਨੂੰ ਮਿਲਣਾ ਹੈ, ਪਰਮਾਤਮਾ ਨੂੰ ਮਿਲਣ ਦੀ, ਜਿਹਦੇ ਅੰਦਰ ਜਿਗਿਆਸੂ ਦੀ, ਬਿਲਕੁਲ ਠੀਕ ਕਿਹਾ ਦੀਦੀ ਨੇ, ਜਿਹਦੇ ਅੰਦਰ ਇਹ ਤਾਂਘ ਪੈਦਾ ਹੋਵੇ ਕਿ ਮੈਂ ਇੱਥੇ ਜਾਣ ਤੋਂ ਪਹਿਲੇ ਪਰਮਾਤਮਾ ਨੂੰ ਮਿਲਣਾ ਹੈ, ਪਰਮਾਤਮਾ ਦੇ ਦਰਸ਼ਨ ਕਰਨੇ ਹਨ, ਆਪਣੇ ਗੁਰੂਆਂ ਦੇ ਦਰਸ਼ਨ ਕਰਨੇ ਹਨ, ਜਿਹਦੇ ਮਨ ਵਿੱਚ ਇਹ ਇੱਕ ਭਾਵਨਾ ਪੈਦਾ ਹੋ ਜਾਵੇ, ਉਹ ਜਿਗਿਆਸੂ ਹੈ। ਤੇ ਉਹ ਜਿਗਿਆਸੂ ਫਿਰ ਉਹ ਜਦੋਂ ਭਾਵਨਾ ਪੈਦਾ ਹੋਏ ਤੇ ਰੁਕੇ ਨਾ ਉੱਥੇ, ਫਿਰ ਅੱਗੇ ਹਾਂਜੀ ਫਿਰ ਉਹ ਉਸਦੀ ਭਾਲ ਵਿੱਚ ਨਿਕਲ ਪਵੇ, ਮਤਲਬ ਕਿ ਉਹ ਫਿਰ ਚੱਕਰ ਪੈ ਲਵੇ। ਜਿਵੇਂ ਫॉर ਐਗਜ਼ਾਮਪਲ ਕਿਸੇ ਦੇ ਮਨ 'ਚ ਇਹ ਭਾਵਨਾ ਪੈਦਾ ਹੋਵੇ ਕਿ ਮੈਂ ਆਪਣੀ ਲਾਈਫ ਵਿੱਚ $10 ਮਿਲੀਅਨ ਕਮਾਣੇ ਹੈਗੇ, ਚਾਹੇ ਮਰ ਜਾਵਾਂ ਚਾਹੇ ਕੁਝ ਵੀ ਹੋ ਜਾਏ, ਮੈਨੂੰ ਉਹ ਪੈਸੇ ਚਾਹੀਦੇ ਮੈਨੂੰ। ਫਿਰ ਉਹ ਦਿਨ ਰਾਤ ਮਿਹਨਤ ਕਰੇ, ਫਿਰ ਉਹ ਪੜ੍ਹਾਈ ਲਿਖਾਈ, ਆਫ ਕੋਰਸ ਪੜ੍ਹਿਆ ਲਿਖਿਆ ਹੋਏਗਾ ਤੇ ਹੈਲਪ ਬੜੀ ਹੋਏਗੀ ਉਹਦੀ, ਹੈ ਨਾ। ਫਿਰ ਉਹ ਸਵੇਰੇ 4 ਵਜੇ ਉੱਠੇ, ਆਪਣਾ ਲੱਗੇ ਦਿਨ ਰਾਤ ਕਰਨ 'ਚ ਪੂਰੀਆਂ ਚੀਜ਼ਾਂ, ਹਾਂਜੀ। ਜਾਂ ਕਿਸੇ ਦੇ ਮਨ 'ਚ ਇਹ ਭਾਵਨਾ ਹੋਵੇ ਕਿ ਮੈਂ ਸੰਗੀਤਕਾਰ ਬਣਨਾ ਹੈ, ਜਾਂ ਮੈਂ ਕੁਝ ਬਾਲੀਵੁੱਡ ਦਾ ਕੋਈ ਐਕਟਰ ਬਣਨਾ ਹੈ, ਜਾਂ ਕੁਝ ਵੀ ਬਣਨਾ ਹੈ, ਫਿਰ ਉਹਦੇ ਉੱਤੇ ਫਿਰ ਉਹਨੂੰ ਫੋਕਸ ਕਰਨਾ ਪਏਗਾ ਉਸ ਗੱਲ ਤੇ ਬੜਾ, ਹਾਂਜੀ, ਬੜੀ ਮਿਹਨਤ ਕਰਨੀ ਪਏਗੀ ਉਹਦੇ ਉੱਤੇ, ਨੈਸੈਸਰੀ ਐਜੂਕੇਸ਼ਨ ਵੀ ਲੈਣੀ ਪਏਗੀ, ਉਹਨਾਂ ਬੰਦਿਆਂ ਨਾਲ ਜਾਣ ਪਛਾਣ ਬਣਾਉਣੀ ਪਏਗੀ ਜਿਹੜੇ ਬੰਦੇ ਉਹਨੂੰ ਹੈਲਪ ਕਰ ਸਕਦੇ ਹਨ। ਫਿਰ ਉਹਨਾਂ ਬੰਦਿਆਂ ਨਾਲ ਜਾਣ ਪਛਾਣ ਬਣਾ ਕੇ ਫਿਰ ਉਹ ਕਿਤਾਬਾਂ ਵੀ ਖਰੀਦੇ, ਉਹ ਪੜ੍ਹੇ ਵੀ, ਸਾਰਾ ਕੁਝ ਨੌਲੇਜ ਵੀ ਲਵੇ, ਉਹਨਾਂ ਦੀ ਮਦਦ ਵੀ ਲਵੇ, ਉਹਨਾਂ ਦੇ ਕਹੇ ਮੁਤਾਬਿਕ ਚੱਲੇ ਤੇ ਸ਼ਾਇਦ ਵੱਡਾ ਐਕਟਰ ਬਣ ਜਾਏ ਜਾਂ ਸੰਗੀਤਕਾਰ ਬਣ ਜਾਏ, ਜਾਂ ਕੁਝ ਵੀ ਜਿਹੜਾ ਬਣਨਾ ਚਾਹੁੰਦਾ ਹੈ ਬਣ ਸਕਦਾ ਉਹ। ਉਸੇ ਤਰ੍ਹਾਂ ਐਜ਼ ਜਗਜੀਤ ਦੀਦੀ ਪੁਆਇੰਟਡ ਆਊਟ, ਜਿਗਿਆਸੂ ਵਿੱਚ ਇੱਕ ਨੌਲੇਜ ਲੈਣ ਦੀ ਤੇ ਪ੍ਰਮਾਤਮਾ ਦੇ ਪਿਆਰ ਕਰਨ ਦੀ ਅੰਦਰੋਂ ਇੱਕ ਇੱਛਾ ਜਦੋਂ ਪੈਦਾ ਹੋ ਜਾਏ ਨਾ ਬਹੁਤ ਜ਼ਿਆਦਾ, ਉਹ ਜਿਗਿਆਸੂ ਹੈ। ਹੁਣ ਤੁਸੀਂ ਕਹੋਗੇ ਲੈਵਲ ਬੜੇ ਜਿਗਿਆਸੂ ਦੇ, ਰਾਈਟ? ਹੁਣ ਸਮਝ ਲਓ ਕੋਈ ਲੈਵਲ 2 ਦਾ ਜਿਗਿਆਸੂ ਹੈ, ਸੋ ਉਸ ਜਿਗਿਆਸੂ ਵਿੱਚ 4 ਮਹੀਨੇ ਪਹਿਲੇ ਇੱਛਾ ਪੈਦਾ ਹੋਈ ਕਿਸੇ 'ਚ, ਉਹ ਵਿਚਾਰਾ ਹੁਣ ਤੜਫ ਰਿਹਾ, ਹੁਣ ਕਿਸਾ ਮਿਲਾਂ ਮੈਂ, ਹਾਂਜੀ, ਉਹ ਲੋੜਦੀਆਂ ਪਿਆ ਜਗ੍ਹਾ, ਹੁਣ ਉਹ ਕਿੱਥੋਂ ਲੋੜੇਗਾ ਜਾਂ ਕਿੱਥੋਂ, ਉਹਨੂੰ ਕਿਹੜੇ ਬੰਦੇ ਮਦਦ ਕਰਨਗੇ? ਉਹਦੀ ਮਦਦ ਵਾਸਤੇ ਆਣਗੇ ਗੁਰੂ ਆਪ, ਉਹਦੀ ਮਦਦ ਵਾਸਤੇ ਆਣਗੇ ਭਾਈ ਸਾਹਿਬ ਭਾਈ ਵੀਰ ਸਿੰਘ ਹੋਰੀ, ਉਹਦੀ ਮਦਦ ਵਾਸਤੇ ਆਣਗੇ ਜਿਹੜੇ ਵੱਡੇ ਹਨ ਜਿਹੜੇ ਲਿਖੇ ਹੋਏ, ਉਹਦੀ ਮਦਦ ਵਾਸਤੇ ਮੇਬੀ ਉਸ ਫਰੈਂਡ ਸਰਕਲ ਵਿੱਚੋਂ ਉਹਨਾਂ ਦੇ ਆਪਣੇ ਕੋਈ ਇਹੋ ਜਿਹਾ ਬੰਦਾ ਜੁੜਿਆ ਹੋਵੇ ਜਿਹੜੀ ਪ੍ਰਮਾਤਮਾ ਨਾਲ ਪਿਆਰ ਕਰਦਾ ਹੋਵੇ, ਜਿਹੜੀ ਜੁੜੀ ਹੋਈ ਸੰਗਤ ਹੋਵੇ, ਉੱਥੇ ਜਾਏਗਾ, ਉੱਥੇ ਜਾ ਕੇ ਉੱਥੋਂ ਇਨਕਰੇਜਮੈਂਟ ਮਿਲੇਗੀ ਉਸਨੂੰ, ਹਾਂਜੀ। ਉਹ ਗੁਰੂ ਨਾਨਕ ਚਮਤਕਾਰ ਪੜ੍ਹੇ, ਉਹ ਕਲਗੀਧਰ ਚਮਤਕਾਰ ਪੜ੍ਹੇ, ਉਹ ਸੰਥਿਆ ਪੜ੍ਹਨੀ ਸ਼ੁਰੂ ਕਰੇ, ਉਹ ਭਾਈ ਸਾਹਿਬ ਦੇ ਕਵਿਤ ਸਬਈਏ ਪੜ੍ਹਨੇ ਸ਼ੁਰੂ ਕਰੇ ਤਾਂ ਉਹਨਾਂ ਨੂੰ ਬੜੀ ਇਨਕਰੇਜਮੈਂਟ ਮਿਲੇਗੀ। ਇਹ ਜਿਗਿਆਸੂ ਦੀ ਇੱਕ ਫਿਰਤੀ ਹੈ ਜਿਗਿਆਸੂ ਦੀ। ਕਈ ਉੱਚ ਕੋਟੀ ਦੇ ਜਿਗਿਆਸੂ ਹਨ, ਬੜੇ ਲੈਵਲ 7, 8, 9 ਲੈਵਲ ਦੇ। ਤਾਂ ਜਦੋਂ ਜਿਗਿਆਸੂ ਉਸ ਲੈਵਲ ਦਾ, ਜਦੋਂ ਐਟ ਦਾ 7, 8, 9, 10 ਲੈਵਲ ਦਾ ਜਿਗਿਆਸੂ ਬਣ ਜਾਏ, ਜਦੋਂ ਮਨੇ ਉਹਦੇ ਜੀਵਨ ਦੀ, ਹੁਣ ਜਦੋਂ 7, 8, 9, 10 ਵਾਲੇ ਲੈਵਲ ਦੇ ਜਿਗਿਆਸੂ ਦੀ ਅਵਸਥਾ ਮਨ ਦੀ ਇਹ ਹੁੰਦੀ ਹੈ ਕਿ ਉਹਦੇ ਵਿੱਚ ਹੁਣ ਕੋਈ ਦੂਸਰੀਆਂ ਜ਼ਿੰਦਗੀ 'ਚ ਕੋਈ ਚੀਜ਼ਾਂ ਉਹਨੂੰ ਲੈਣ ਦਾ ਕੋਈ ਸ਼ੌਕ ਵੱਡੇ ਰਹਿ ਨਹੀਂ ਗਏ ਉਹਦੇ ਜ਼ਿੰਦਗੀ ਵਿੱਚ। ਹੁਣ
ਉਹਦਾ ਫੋਕਸ ਸਿਰਫ ਕੀਰਤਨ ਦੇ ਉੱਤੇ ਹੀ ਹੈ ਹੁਣ, ਉਹਦਾ ਫੋਕਸ ਗਾਣ ਦੇ ਉੱਤੇ, ਉਹਦਾ ਫੋਕਸ ਪ੍ਰਮਾਤਮਾ ਪ੍ਰਾਪਤੀ ਦੇ ਉੱਤੇ ਹੈ। ਇਹੋ ਜਿਹੇ ਜਿਗਿਆਸੂ ਜਦੋਂ ਉੱਚ ਕੋਟੀ ਦੇ ਹੋ ਜਾਵਣ ਤੇ ਫਿਰ ਉਹ ਸਾਧ ਵਾਲੀ ਜਿਹੜੀ ਅਸ਼ਪਦੀ ਤੇ ਪੂਰੇ ਉਤਰਨੇ ਸ਼ੁਰੂ ਹੋ ਜਾਂਦੇ ਹਨ। ਉਹਨਾਂ ਦਾ ਸੰਗ ਕੀਤਿਆਂ ਬੜਾ ਕੁਝ ਲਾਈਫ 'ਚ ਬਦਲਾਵ ਆਉਣਾ ਸ਼ੁਰੂ ਹੋ ਜਾਂਦਾ ਹੈ ਬੜਾ। ਹਾਂਜੀ, ਉਹ ਉੱਚ ਕੋਟੀ ਦੇ ਜਿਗਿਆਸੂ ਹਨ। ਫਿਰ ਅਗਰ ਜਿਗਿਆਸੂ ਉੱਚ ਕੋਟੀ ਦਾ ਕਰ ਕਰਕੇ ਪੂਰਨ ਭਗਤ ਹੀ ਬਣ ਜਾਏ, ਹੁਣ ਕੋਈ ਸੋਚਿਆ ਹੀ ਨਾ ਉਹਦੇ ਬਿਨਾ ਕੁਝ। ਜਿਗਿਆਸੂ ਦੀ ਜ਼ਿੰਦਗੀ ਵਿੱਚ ਤੇ ਬੜਾ ਕੁਝ ਹੋਰ ਵੀ ਸੀ। ਵਿਚਾਰਾ ਕਈ ਵਾਰੀ ਪ੍ਰਮਾਤਮਾ ਤੇ ਫੋਕਸ ਵੀ ਕਰਦਾ ਹੈ, ਪੈਸੇ ਵੀ ਕਮਾਉਂਦਾ ਹੈ, ਪਰਿਵਾਰ ਦੀ ਪ੍ਰਤਪਾਲਨ ਵੀ ਕਰਦਾ ਹੈ, ਉਹਦਾ ਧਿਆਨ ਹਰ ਜਗ੍ਹਾ ਰਹਿੰਦਾ ਹੈ ਉਹਦਾ। ਹਾਂਜੀ, ਉਹ ਫਿਰ ਇੱਕ ਟਾਈਮ ਐਸਾ ਆਉਂਦਾ ਹੈ ਕਿ ਇਤਨੀ ਉੱਚ ਕੋਟੀ ਦਾ ਜਿਗਿਆਸੂ ਬਣ ਜਾਂਦਾ ਹੈ ਕਿ ਉਹ ਪਰਿਵਾਰ ਨੂੰ ਵੀ ਪ੍ਰਤਪਾਲਨਾ ਕਰਦਾ ਹੈ, ਪਰਿਵਾਰ ਦੀ ਵੀ, ਦੂਸਰਿਆਂ ਦੀ ਵੀ ਪ੍ਰਤਪਾਲਨਾ ਕਰਦਾ ਹੈ, ਦੂਸਰਿਆਂ ਨਾਲ ਗੱਲਾਂ ਵੀ ਕਰਦਾ ਹੈ, ਲੇਕਿਨ ਮਨ ਚਿਤ ਉਹਦਾ ਬਿਲਕੁਲ ਨਹੀਂ ਹੈ ਇੱਥੇ। ਉਹਦਾ ਮਨ ਚਿਤ ਕਿਧਰੇ ਹੋਰ ਲੱਗਿਆ ਹੋਇਆ। ਉਹ ਕਰ ਕੁਝ ਰਿਹਾ ਹੈ ਲੇਕਿਨ ਮਨ ਕਿਸੇ ਹੋਰ ਵਿੱਚ ਹੈ। ਉਹਦਾ ਦਿਮਾਗ ਕੁਝ ਸੋਚ ਰਿਹਾ ਹੈ, ਦਿਮਾਗ ਬੇਸ਼ੱਕ ਚਾਹੇ ਉਹ CPA ਹੋਵੇ, ਚਾਹੇ ਲਾਇਰ ਹੋਵੇ, ਆਪਣਾ ਪ੍ਰੋਫੈਸ਼ਨ ਤੇ ਪ੍ਰੈਕਟਿਸ ਕਰਦਾ ਪਿਆ ਹੈ, ਲੇਕਿਨ ਦਿਮਾਗ ਕਿਧਰੇ ਹੋਰ ਪਾਸੇ ਆ। ਉਹਦਾ ਮਾਈਂਡ ਜਿਹੜਾ ਪ੍ਰਮਾਤਮਾ ਤੇ ਫਿਕਸਡ ਹੈ ਕਿ ਕਿਸ ਤਰ੍ਹਾਂ ਮਿਲਣਾ। ਉਹਦੇ ਨਾਲ ਪਿਆਰ ਇਤਨਾ ਅਥਾਹ ਹੈ ਕਿ ਹੋਰ ਪਾਸੇ ਸੋਚ ਧਿਆਨ ਕਿਧਰੇ ਜਾਂਦਾ ਨਹੀਂ ਉਹਦਾ। ਜਦੋਂ ਉਹ ਅਵਸਥਾ ਬਹੁਤ ਸਟਰੋਂਗ ਹੋ ਜਾਏ, ਇਹ ਹੁਣ ਇੱਕ ਲੈਵਲ 10 ਤੋਂ ਅਪਰਲੀ ਸਟੇਜ ਹੈ ਜਿਹੜੀ, ਉਸ ਲੈਵਲ ਤੇ ਜਿਹੜਾ ਚਲਾ ਜਾਏ, ਜਿਸ ਲੈਵਲ ਦੀ ਗੱਲ ਮਹਾਰਾਜ ਇੱਥੇ ਕਰਦੇ ਹਨ ਕਿ ਮਨ ਸਾਚਾ ਮੁਖ ਸਾਚਾ ਸੋਏ ਵਾਲੀ ਗੱਲ। ਮਨ ਦੇ ਅੰਦਰ ਵੀ ਉਹ ਹੋਏ, ਸੱਚਾ ਹੋਏ ਆਪ ਬੈਠਾ ਹੋਇਆ, ਤੇ ਮੂੰਹ ਤੇ ਵੀ ਉਹੀ ਹੋਵੇ। ਪ੍ਰਮਾਤਮਾ ਸਿਵਾਏ ਹੋਰ ਕੋਈ ਗੱਲ ਸੁਣਨ ਦੀ ਇੱਛਾ ਨਾ ਰੱਖੇ, ਪ੍ਰਮਾਤਮਾ ਤੋਂ ਸਿਵਾਏ ਕਿਸੇ ਹੋਰ ਗੱਲ ਸੁਣਨ ਦੀ ਇੱਛਾ ਨਾ ਰੱਖੇ, ਕਰੇ ਨਾ ਗੱਲ ਕਿਸੇ ਨਾਲ, ਜਿਹੜੀ ਗੱਲ ਮੁੜ ਤੁੜ ਕੇ ਵਾਕਈ ਉੱਥੇ ਆ ਜਾਵੇ ਸਾਰੀ। ਧਿਆਨ ਹਮੇਸ਼ਾ ਇੱਕ ਵਿੱਚ ਰਵੇ ਉਹਦਾ ਜਿਹੜਾ ਹੈ। ਉਹ ਜਿਹੜਾ ਲੈਵਲ ਜਿਹੜਾ ਵਾ, ਉਹ ਸਾਧ ਤੁਸੀਂ ਲਾ ਲਓ ਕਿ ਅਗਰ ਜਿਗਿਆਸੂ ਦਾ ਲੈਵਲ 1 ਤੋਂ 7 ਤੱਕ ਦਾ ਹੈ ਤੇ ਸਾਧ ਬਣਨਾ ਸ਼ੁਰੂ ਹੋ ਗਿਆ ਜੀ। ਹੁਣ 8 9 ਤੇ ਆ ਕੇ 10 11 ਤੇ ਆ ਕੇ 12 ਤੇ ਆ ਕੇ ਹੁਣ ਅਗਲਾ ਲੈਵਲ ਜਿਹੜਾ ਵਾ, ਹੁਣ ਬਿਲਕੁਲ ਜਦੋਂ ਧਿਆਨ ਜਾਵੇ ਵੀ ਤੇ ਜਾ ਨਹੀਂ ਸਕਦਾ ਉਸ ਪਾਸੇ, ਜੇ ਕੋਸ਼ਿਸ਼ ਕਰੇ ਤਾਂ ਵੀ ਨਹੀਂ ਜਾਏਗਾ ਉੱਥੇ ਕਿਧਰੇ ਹੋਰ। Let me say one more thing here though. Let also talk about ਜਪਜੀ ਦੀ ਬਾਣੀ ਦੇ ਉੱਤੇ ਫੋਕਸ ਕਰਕੇ। ਜਪਜੀ ਦੀਆਂ 4 ਪੌੜੀਆਂ ਸੁਣਿਆਂ ਦੀਆਂ ਹਨ ਤੇ 4 ਪੌੜੀਆਂ ਮੰਨੇ ਦੀਆਂ ਹਨ। Let me just define those also. ਉੱਥੋਂ ਵੀ ਤੁਹਾਨੂੰ ਕਾਫੀ ਕਲੈਰਿਟੀ ਇਸ ਗੱਲ ਦੀ ਹੋ ਜਾਏਗੀ ਬੜੀ। ਸੁਣਿਆਂ ਦੀਆਂ ਪੌੜੀਆਂ ਵਿੱਚ ਦਾ ਮੇਨ ਫੋਕਸ ਸੁਣਿਆਂ ਦੀਆਂ ਪੌੜੀਆਂ ਦੇ ਉੱਤੇ ਹੈ ਕਿ ਸੁਣਿਆ ਨਾਨਕ ਭਗਤਾ ਸਦਾ ਵਿਗਾਸ ਤੇ ਸੁਣਿਆ ਦੁੱਖ ਪਾਪ ਕਾ ਨਾਸ ਹੈ। ਭਗਤਾਂ ਦੇ ਸੁਣਿਆ ਦੀ ਅਵਸਥਾ ਵਾਲਾ ਬੰਦੇ ਦੇ ਅੰਦਰ ਦੁੱਖ ਪਾਪ ਨਹੀਂ ਹੁੰਦਾ ਕੋਈ ਹੈ ਜੀ। ਸੁਣਿਆ ਦੀ ਅਵਸਥਾ ਦੇ ਅੰਦਰ ਪਾਪ ਰਹਿੰਦੇ ਨਹੀਂ ਹਨ ਤੇ ਦੁੱਖ ਨਹੀਂ ਰਹਿੰਦੇ ਉਹਦੇ। ਉਹ ਚੜ੍ਹਦੀ ਕਲਾ ਚ ਹੁੰਦਾ ਹਮੇਸ਼ਾ ਬੰਦਾ ਸੁਣਿਆ ਵਾਲਾ। ਹਾਂਜੀ, ਮੰਨੇ ਦੀ ਅਵਸਥਾ ਬਾਅਦ ਚ ਆਏਗੀ। Let me talk about it in a second from now, ਤੇ ਸੁਣਿਆ ਦੀ ਅਵਸਥਾ ਚ ਕੋਈ ਦੁੱਖ ਪਾਪ ਨਹੀਂ ਹੈ। ਸੁਣਿਆ ਦੀ ਅਵਸਥਾ ਚ ਕੋਈ ਵਿਗਾਸ ਹੈ ਹਮੇਸ਼ਾ, ਨਾਨਕ ਭਗਤਾ ਸਦਾ ਵਿਗਾਸ। ਤੇ ਸੁਣਿਆ ਦੀਆਂ ਪੰਕਤੀਆਂ ਤੁਸੀਂ ਅਗਰ ਧਿਆਨ ਨਾਲ ਪੜ੍ਹੋਗੇ, ਜਪਜੀ ਪੜ੍ਹਦੇ ਹੋ ਰੋਜ਼, ਪਰ ਕਈ ਵਾਰੀ ਫੋਕਸ ਨਹੀਂ ਬੰਦਾ ਕਰ ਪਾਉਂਦਾ, ਜਲਦੀ ਚ ਹੁੰਦਾ ਬੜਾ, ਨਹੀਂ ਕਰ ਪਾਉਂਦਾ ਫੋਕਸ ਵਿੱਚ। ਸੁਣਿਆ ਦੀ ਫੋਕਸ ਇੱਕ ਹੋਰ ਗੱਲ ਦੇਖੋ ਕਿ ਸੁਣਿਆ ਦੀ ਉੱਤੇ ਸੁਣਿਆ ਦੀਆਂ ਪੌੜੀਆਂ ਸਿਰਫ ਪ੍ਰਮਾਤਮਾ ਤਰਫ ਲੈ ਕੇ ਉਹਦੀ ਨੌਲੇਜ ਨਹੀਂ ਤੁਹਾਨੂੰ ਗ੍ਰਹਿਣ ਕਰਦੀਆਂ। ਸੁਣਿਆ ਸਿੱਧ ਪੀਰ ਸੁਰਨਾਥ ਨਹੀਂ ਹੈ ਖਾਲੀ। ਸੁਣਿਆ ਵਿੱਚ ਇੱਕ ਹੋਰ ਗੱਲ ਵੀ ਹੈ ਕਿ ਸੁਣਿਆ ਧਰਤ ਧਵਲ ਆਕਾਸ਼ ਵੀ ਹੈ। ਕੀ ਹੈ ਸੁਣਿਆ ਧਰਤ ਧਵਲ ਆਕਾਸ਼, ਕਿਉਂ ਹੈ, ਕਿ ਮਤਲਬ ਕੀ ਹੈ ਸੁਣਿਆ ਧਰਤ ਧਵਲ ਆਕਾਸ਼। Let me stop here for a second though. LA ਵਾਲੀ ਸੰਗਤ ਪੂਰੀ ਸੁਣੀ ਹੋਈ ਹੈ ਮੇਰੇ, we have talked about it. Anybody outside the LA area, can somebody throw some light on this word though ਕਿ ਸੁਣਿਆ ਧਰਤ ਧਵਲ ਆਕਾਸ਼ ਕੀ ਹੈ? I'll stop for a second. Let me see if somebody wants to. ਇਸ thought process ਦੀ clarity ਕਿਸ ਨੂੰ ਹੈ ਕਿ ਸੁਣਿਆ ਧਰਤ ਧਵਲ ਆਕਾਸ਼ ਕੀ ਹੈ ਜੀ? ਮਤਲਬ ਇਹਨਾਂ ਲਾਈਨਾਂ ਦਾ ਮੋਸਟ ਆਥਰਸ ਨੇ ਕੀ ਲਿਖਿਆ ਇਹਨਾਂ ਬਾਰੇ? Let me LA ਵਾਲੀ ਜਿਹੜੇ ਹਨ ਉਹ ਜਾਣੂ ਹਨ, ਕਿਉਂਕਿ ਕਈ ਵਾਰੀ ਮੈਂ ਡਿਸਕਸ ਕਰਾਇਆ ਆਪਣੀ ਕਲਾਸ ਵਿੱਚ। ਮੈਂ ਬਾਹਰਲੀਆਂ ਨੂੰ ਮੈਂ ਇੱਕ ਕੁਐਸਚਨ ਹੈ ਮੇਰਾ ਕਿ ਸੁਣਿਆ ਧਰਤ ਧਵਲ ਆਕਾਸ਼ ਦੀ ਜਿਹੜੀ ਕ੍ਰਕਸ ਕੀ ਹੈ ਮੈਟਰ ਦਾ ਜੀ? ਮੇਨ ਕ੍ਰਕਸ ਥਾਟ ਪ੍ਰੋਸੈਸ ਦਾ ਕੀ ਹੈ ਉੱਥੇ? ਫਿਰ ਜੀ I'm not sure, but is it like ਕਿ ਉਹ ਸੁਣਨ ਦੇ ਨਾਲ ਤੁਹਾਨੂੰ ਧਰਤੀ ਆਕਾਸ਼ ਤੇ
ਜੋ ਵੀ ਪਤਾਲ ਉਹਦਾ ਸਾਰਾ ਪਤਾ ਲੱਗ ਜਾਂਦਾ ਹੈ ਜਾਂ what ਬਿਲਕੁਲ is it about? 100% ਕਰੈਕਟ। ਤੇ ਇੱਥੇ ਜਿਹੜੀ ਗੱਲ ਦੀਦੀ ਇਹ ਨਹੀਂ ਆਏ ਕਿ ਧਰਤਵਲ ਆਕਾਸ਼ ਬਾਰੇ ਤੇ ਐਸਟ੍ਰੋਨੋਮਰਸ ਨੂੰ ਵੀ ਪਤਾ ਲੱਗ ਜਾਂਦਾ, ਜਿਹੜੀ ਐਸਟ੍ਰੋਨੋਮੀ ਸਟੱਡੀ ਕਰਦੇ ਹਾਂਜੀ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਹੈ। ਪਰ ਇੱਥੇ ਸੁਣਿਆ ਧਰਤਵਲ ਆਕਾਸ਼ ਫੋਕਸ ਕਿਸ ਚੀਜ਼ ਤੇ ਹੈ ਕਿ ਪ੍ਰਮਾਤਮਾ ਦੇ ਜਿਹੜੇ ਭਗਤ ਜਿਹੜੇ ਹਨ, ਜਿਹੜੀ ਬਾਣੀ ਸੁਣਦੇ ਹਨ, ਸੁਣ ਕੇ ਪ੍ਰੋਸੈਸ ਕਰਦੇ ਹਨ, ਪ੍ਰੋਸੈਸ ਕਰਨ ਤੋਂ ਬਾਅਦ ਆਪਣੇ ਜੀਵਨ 'ਚ ਅਮਲ ਕਰਦੇ ਹਨ, ਤਿੰਨੋਂ ਚੀਜ਼ਾਂ ਸੁਣੀਆਂ ਵਿੱਚ ਆਈਆਂ ਹਨ ਹਾਂਜੀ। ਉਹ ਮੰਨੇ ਵਾਲੀ ਅਵਸਥਾ ਤੇ ਅਲੱਗ ਹੈ, ਉਹ I'll talk about in 1 second। ਸੁਣਿਆ ਵਾਲੀ ਅਵਸਥਾ 'ਚ ਦੁੱਖ ਪਾਪ ਦਾ ਨਾਸ ਇਸ ਵਾਸਤੇ ਹੈ ਉਹਨਾਂ ਦਾ, ਉਹਨਾਂ ਦੀ ਜ਼ਿੰਦਗੀ ਵਿੱਚ ਖੇੜਾ ਇਸ ਵਾਸਤੇ ਹੈ, ਨਾਨਕ ਭਗਤਾਂ ਸਦਾ ਵਿਗਾਸ ਇਸ ਵਾਸਤੇ ਹੈ। ਉੱਥੇ ਸਦਾ ਵਿਗਾਸ ਵਰਡ ਆਇਆ ਹੈ, ਵਿਗਾਸ ਨਹੀਂ ਆਇਆ ਵਰਡ। ਉਹ ਚਾਰੋਂ ਪੌੜੀਆਂ ਵਿੱਚ ਸੇਮ ਵਰਡ ਗੁਰੂ ਨਾਨਕ ਮਹਾਰਾਜ ਨੇ ਬਖਸ਼ਿਆ। ਨਾਨਕ ਭਗਤਾਂ ਸਦਾ ਵਿਗਾਸ, 5 ਮਿੰਟ ਵਾਸਤੇ ਵਿਗਾਸ ਨਹੀਂ ਹੈ, 10 ਮਿੰਟ ਦਾ ਵਿਗਾਸ ਨਹੀਂ ਹੈ, ਅੱਧੇ ਘੰਟੇ ਦਾ ਵਿਗਾਸ ਨਹੀਂ ਹੈ, 2 ਮਹੀਨਿਆਂ ਦਾ ਵਿਗਾਸ ਨਹੀਂ ਹੈ। ਨਾਨਕ ਭਗਤਾਂ ਸਦਾ ਵਿਗਾਸ ਵਰਡ ਆਏ ਹੈ। ਸੁਣਿਆ ਦੁੱਖ ਪਾਪ का नाश है। क्यों है सुनिया दुख पाप का नाश? धरतवल आकाश क्यों है? क्यों है सुनिया दीप लो पाताल है जी? क्यों वर्ड आए हैं? ये वर्ड इस वास्ते आए हैं कि परमात्मा दे भगत जेड़े हैं, जेड़ा नॉलेज है ना सोर्स दा, जेड़े उस सोर्स दे नॉलेज नाल जेड़ा अपना कनेक्शन जदों भगत बिठांदा है उत्ते, उस नॉलेज नूं सुनदा है, उस नॉलेज नूं ग्रहण करदा है, जदों ਉਹ ਗ੍ਰਹਿਣ ਕਰਕੇ ਆਪਣੀ ਜ਼ਿੰਦਗੀ ਵਿੱਚ ਢਾਲਦਾ ਹੈ ਤੇ ਉਹ ਨੌਲੇਜ ਖੁਦ ਬਖੁਦ ਉਹਦੇ ਅੰਦਰ ਆ ਜਾਂਦੀ ਹੈ ਅੰਦਰ ਹਾਂਜੀ। ਗੁਰੂ ਰਾਮਦਾਸ ਚੌਥੇ ਗੁਰੂ ਨਾਨਕ ਅਤ ਗਰੀਬ ਅਵਸਥਾ 'ਚ ਪੈਦਾ ਹੋਏ, ਬਹੁਤ ਛੋਟੀ ਉਮਰ ਵਿੱਚ ਮਾਪਿਓ ਚਲੇ ਗਏ, ਬਹੁਤ ਛੋਟੇ ਸਨ, ਆਪਣੀ ਨਾਨੀ ਨਾਲ ਬਸਰ ਕੇ ਆ ਗਏ ਪਿੰਡ। ਤੇ ਸੂਰਜ ਪ੍ਰਕਾਸ਼ ਜੀ ਲਿਖਿਆ ਹੋਇਆ ਹੈ ਕਿ ਬੜੀ ਵਾਰੀ ਨਾਨੀ ਦਿੰਦੀ ਹੈ ਘੁੰਗਣੀਆਂ ਬਣਾ ਕੇ, ਸਵੇਰੇ ਛੋਲੇ ਵੇਚਣ ਜਾਂਦੇ ਹਨ, ਕਈ ਵਾਰੀ ਨਹੀਂ ਵਿਕਦੇ ਛੋਲੇ ਉਹਨਾਂ ਦੇ, ਕਈ ਵਾਰੀ ਭੁੱਖੇ ਆਉਂਦੇ ਹਨ ਘਰ। ਅਤ ਗਰੀਬੀ ਦੀ ਅਵਸਥਾ ਵਿੱਚ ਪੈਦਾ ਹੋਏ ਹਨ, ਅਤ ਗਰੀਬੀ ਦੀ ਅਵਸਥਾ 'ਚ ਸਕੂਲ ਵੀ ਨਹੀਂ ਗਏ ਹਾਂਜੀ। ਤੇ ਕੋਈ ਸਿਆਣਾ ਮੈਨੂੰ ਕਹੇ ਆ ਕੇ, ਮੈਨੂੰ ਕਿਸੇ ਨੇ ਕੁਐਸਚਨ ਉਸਨ ਕੀਤਾ ਕਿ ਇਹ ਤੇ ਗਏ ਹੀ ਨਹੀਂ ਜੀ ਸਕੂਲ, ਤੇ ਇਹ ਗਏ ਨਹੀਂ ਸਕੂਲ, ਕੁਝ ਕੀਤਾ ਨਹੀਂ, ਕੋਈ ਫਾਰਮਲ ਐਜੂਕੇਸ਼ਨ ਵੱਡੀ ਨਹੀਂ ਹੋ ਪਾਈ ਇਹਨਾਂ ਦੀ, ਤੇ ਇਹਨਾਂ ਨੂੰ ਸੰਗੀਤ ਦੇ ਸਮਰਾਟ ਕਿਸ ਤਰ੍ਹਾਂ ਬਣ ਗਏ ਜੀ? 11 ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਐਡ ਕਿਸ ਤਰ੍ਹਾਂ ਕਰਵਾ ਲਿੱਤੇ ਇਹਨਾਂ ਨੇ ਹਾਂਜੀ। ਟੋਡੀ ਕਲਿਆਣ ਮਾਲੀ ਘੋੜਾ ਦਾ ਕਿਨ ਪਤਾ ਲੱਗਿਆ ਜੀ ਇਹਨਾਂ ਨੂੰ? ਮਾਲੀ ਘੋੜਾ ਕੀ ਹੈ, ਟੋਡੀ ਕੀ ਹੈ? ਇਹਨਾਂ ਨੂੰ ਪੜਤਾਲਾਂ ਲਿਖਵਾਈਆਂ ਮਹਾਰਾਜ ਨੇ, ਕਾਨੜਾ ਮਹੱਲਾ ਚੌਥਾ ਪੜਤਾਲ, ਕਾਨੜਾ ਮਹੱਲਾ ਪੰਜਵਾਂ ਪੜਤਾਲ, ਅੱਗੇ ਜਾ ਕੇ ਗੁਰੂ ਅਰਜਨ ਮਹਾਰਾਜ ਦੀ ਬਾਣੀ ਪੜਤਾਲਾਂ 'ਚ ਆਈ ਹੈ। ਨਟ ਨਾਰਾਇਣ ਮਹੱਲਾ ਚੌਥਾ ਪੜਤਾਲ, ਇਹ ਨੌਲੇਜ ਗੁਰੂ ਰਾਮਦਾਸ ਪਾਤਸ਼ਾਹ ਨੂੰ ਕਿਹਨੇ ਦਿੱਤੀ ਹੈ? ਨੌਲੇਜ ਹੈ ਕਬੀਰ ਸਾਹਿਬ ਨੂੰ ਮਿਊਜ਼ਿਕ ਦੀ ਨੌਲੇਜ ਕਿੱਥੋਂ ਆਈ ਹੈ? ਬੜੇ ਅਤ ਗਰੀਬ ਘਰ 'ਚ ਪੈਦਾ ਹੋਏ, ਜੁਲਾਏ ਹਨ, ਮਾਂ ਰੋਂਦੀ ਹੈ, ਮੁਸ ਰੋਏ ਕਬੀਰ ਕੀ ਬਾਈ ਹੈ ਜੀ। ਵੀ ਕਿੱਥੋਂ ਪੈਦਾ ਹੋ ਗਿਆ ਸਾਡੇ ਘਰ ਹੈ ਇਹ? ਰਾਮ ਰਾਮ ਲੈਣ ਵਾਲਾ ਕਿੱਥੋਂ ਆ ਗਿਆ? ਨਾ ਪੈਸਿਆਂ ਦੀ ਫਿਕਰ ਇਹਨੂੰ ਰਹੀ ਨਹੀਂ ਕਿਸੇ ਚੀਜ਼ ਦੀ। ਤੇ ਅੱਗੇ ਚਲੋ, ਹੋਰ ਪਿੱਛੇ ਚਲੇ ਜਾਓ ਥੋੜਾ ਹੋਰ, ਤੇ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਨੂੰ ਦੇਖ ਲਓ। ਅਸੀਂ ਹੁਣ ਪੜ੍ਹਦੇ ਪਏ ਹਾਂ ਗੁਰੂ ਨਾਨਕ ਚਮਤਕਾਰ ਹਾਂਜੀ। ਉਹਨਾਂ ਦੀ ਬਚਪਨ ਦੇਖੋ, ਉਹਨਾਂ ਦੇ ਬਚਪਨ 'ਚ ਕਿਹੜੇ ਮਿਊਜ਼ਿਕ ਸਕੂਲ ਗਏ ਹਨ ਗੁਰੂ ਨਾਨਕ ਦੇਵ ਜੀ ਹਾਂਜੀ। ਕਿਹੜਾ ਸੰਗੀਤ ਆਚਾਰਿਆ ਕੋਲੋਂ, ਜਿਨ੍ਹਾਂ ਕੋਲੋਂ ਬੈਠ ਕੇ ਸੰਗੀਤ ਦੀ ਵਿਦਿਆ ਲਿੱਤੀ ਉਹਨਾਂ ਨੇ ਹਾਂਜੀ। ਕਿੱਥੋਂ ਬੈਠ ਕੇ ਰਬਾਬ ਦੀ ਨੌਲੇਜ ਸੀ ਉਹਨਾਂ ਨੂੰ? ਕਿਹੜਾ ਉਹਨਾਂ ਦੀ ਜ਼ਿੰਦਗੀ ਵਿੱਚ ਆਇਆ ਜਿਨ੍ਹਾਂ ਉਹਨਾਂ ਨੂੰ ਪਤਾ ਲੱਗੇ ਵੀ ਰਬਾਬ ਕੀ ਹੈ? ਕਿਸਾਂ ਪਤਾ ਲੱਗੇ ਜੀ ਫਰਿੰਦੇ ਕੋਲ ਰਬਾਬ ਲੈਣੀ ਹੈ? ਇਹ ਨੌਲੇਜ ਦੇ ਸੋਰਸ ਨਾਲ ਜਦੋਂ ਬੰਦਾ ਕਨੈਕਟ ਕਰਦਾ ਹੈ, ਉਹ ਨੌਲੇਜ ਖੁਦ ਬਖੁਦ ਤੁਹਾਡੇ ਅੰਦਰ ਆ ਜਾਂਦੀ ਹੈ, ਪਰ ਕੁਝ ਕਰਨਾ ਨਹੀਂ ਪੈਂਦਾ ਉਹਦੇ ਅੰਦਰ। ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਯੂਨੀਵਰਸਿਟੀ ਨਾ ਜਾਓ, ਇਹਦਾ ਮਤਲਬ ਇਹ ਨਹੀਂ ਕਿ ਪੜ੍ਹਾਈ ਲਿਖਾਈ ਨਾ, ਮੇਰੇ ਗਲਤ ਮਤਲਬ ਨਾ ਕਰਨਾ ਇਹਦੇ ਕਹਿਣ ਦਾ। ਮੇਰਾ ਮਤਲਬ ਉਹ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਦੀ ਨੌਲੇਜ, ਉਹਨਾਂ ਦੀ ਪ੍ਰੇਮਾ ਭਗਤੀ ਵਿੱਚ ਉਹ ਨੌਲੇਜ ਰਿਫਲੈਕਟ ਹੁੰਦੀ ਹੈ। ਸਾਰੀ ਦੀ ਸਾਰੀ ਜਿਹੜਾ ਨੌਲੇਜ ਦਾ ਜਿਹੜਾ ਫੋਕਸ ਸੀ ਉਹ ਉਹਨਾਂ ਵਿੱਚ ਆਇਆ, ਸਾਰਾ ਜਿਹੜਾ ਨੌਲੇਜ ਦਾ ਸੋਰਸ ਸੀ ਸਾਰਾ। ਇਸੀ ਵਾਸਤੇ ਸੁਣਿਆ ਧਰਤ ਧਵਲ ਆਕਾਸ਼ ਹੈ। ਸੁਣਨ ਨਾਲ ਸਾਰੀਆਂ ਧਰਤੀਆਂ ਬਾਰੇ, ਸਾਰੇ ਧਵਲਾਂ ਬਾਰੇ, ਧਵਲ ਕਹਿੰਦੇ ਹਨ ਉਹ ਜਿਹੜੇ ਸਿੰਘ ਜਿਹੜੇ ਹਨ, ਜਿਹੜੇ ਉਹ
ਆਕਸ ਦੇ ਪੁਰਾਣਾ ਵਿੱਚ ਲਿਖਿਆ ਹੋਇਆ ਕਿ ਧਰਤੀ ਜਿਹੜੀ ਹੈ ਉਹ ਕਿਸੇ ਨੇ ਸਿੰਘ ਥੱਲੇ ਲਗਾ ਕੇ ਰੱਖੇ ਹੋਏ ਤਾਂ ਕਿ ਉਹ ਹਿੱਲੇ ਨਾ, whatever the belief is, you know. ਤੇ ਆਕਾਸ਼ ਜਿਹੜੇ ਹਨ, ਆਕਾਸ਼ ਬਣੇ ਜਿਹੜੇ ਸਪੇਸ, ਸਾਰੀ ਸਪੇਸ ਦੀ ਨੌਲੇਜ। ਤੇ ਸੁਣਿਆ ਦੀਪ ਲੋ ਪਾਤਾਲ ਵੀ ਹੈ ਨਾਲ, ਉਹ ਵੀ ਨਹੀਂ, ਉਹ ਵੀ ਨਾਲ ਨਹੀਂ ਦਿੱਤਾ। ਦੀਪ ਲੋ, ਆਸਾ ਕੀ ਵਾਰ ਵਿੱਚ ਵੀ ਇਸ ਬਾਰੇ ਅੰਦਾਜ਼ਾ ਇੱਥੇ ਇਸ਼ਾਰਾ ਕਰਦੇ ਹਨ, ਇਸ ਬਾਰੇ ਜਿਹੜੇ ਦੀਪਾਂ ਲੋਹਾ ਮੰਡਲਾਂ ਖੰਡਾਂ ਵਰਪੰਡਾਂ ਵਾਲੇ ਉਸ ਸ਼ਲੋਕ ਵਿੱਚ ਇਸ ਬਾਰੇ ਇਸ਼ਾਰਾ ਕਰਦੇ ਹਨ ਗੁਰੂ ਨਾਨਕ ਦੇਵ ਜੀ। ਪਰ ਜਪਜੀ ਵਿੱਚ ਤੇ ਇਹ ਥਾਟ ਪ੍ਰੋਸੈਸ ਬਿਲਕੁਲ ਕਲੈਰਿਟੀ ਹੈ ਨਾ ਇਸ ਗੱਲ ਦੀ। ਹੁਣ ਤੁਹਾਨੂੰ ਨਾ ਸਮਝ ਹੋਵੇ, that's a different issue। ਤੁਸੀਂ ਜਪਜੀ ਦੀਆਂ 38 ਪੌੜੀਆਂ ਨਹੀਂ ਜਾਣਦੇ, ਇਹ ਤੁਹਾਡੀ ਇਸ਼ੂ ਹੈ, you know। ਤੁਸੀਂ ਨਹੀਂ ਫੋਕਸ ਕਰਕੇ ਪੜਿਆ ਜਪਜੀ ਨੂੰ, ਤੁਹਾਡੀ ਇਸ਼ੂ ਹੈ। ਲੇਕਿਨ ਜਪਜੀ ਵਿੱਚ ਇਹ ਇਸ਼ੂ ਐਡਰੈਸ ਹੋਏ ਹਨ, ਸਾਰੇ ਇਸ਼ੂ ਐਡਰੈਸ ਹੋਏ ਨੇ ਕਿ ਸੁਣਿਆ ਧਰਤਵਲ ਆਕਾਸ਼ ਹੈ, ਸੁਣਿਆ ਦੀਪ ਲੋ ਪਾਤਾਲ ਹੈ, ਹਾਂਜੀ। ਤੇ ਇੱਥੇ ਤੱਕ ਲਿਖ ਦਿੱਤਾ ਨੇ ਸੁਣਿਆ ਪੋ ਨਾ ਸਕੇ ਕਾਲ, ਇਹ ਵੀ ਆਏ ਵਰਡ ਜਪਜੀ ਵਿੱਚ। ਮੌਤ ਦਾ ਡਰ ਵੀ ਨਹੀਂ ਰਹਿੰਦਾ। ਸੁਣਿਆ ਦੀ ਅਵਸਥਾ ਤੇ ਇਤਨੀ ਉੱਚੀ ਹੈ ਕਿ ਅੱਗੇ ਜਾਣ ਦਾ ਮਨ ਹੀ ਨਹੀਂ ਕਰਦਾ ਕਿਸੇ ਨੂੰ। ਬੜੀ ਉੱਚੀ ਅਵਸਥਾ ਹੈ, ਸਦਾ ਵਿਕਾਸ ਵਿੱਚ ਹੈ, ਸਦਾ ਖੇੜੇ ਵਿੱਚ ਹੈ, ਸਦਾ ਖੁਸ਼ੀ ਵਿੱਚ ਹੈ, ਸਦਾ ਆਪਟਿਮਿਜ਼ਮ ਵਿੱਚ ਹੈ, ਦੁੱਖ ਪਾਪ ਨਹੀਂ ਹੈ ਉਹਦੀ ਜ਼ਿੰਦਗੀ ਵਿੱਚ। ਤੇ ਸਿਆਣਾ ਕਹਿ ਸਕਦਾ ਹੈ ਕੋਈ, ਫਿਰ ਮੰਨੇ ਦੀ ਅਵਸਥਾ ਕਿਹੜੀ ਹੈ ਜੀ? ਕਿਹੜਾ ਬਦਲਾਵ ਆ ਗਿਆ ਮੰਨੇ ਦੀ ਅਵਸਥਾ ਵਿੱਚ? ਸਡਨਲੀ ਦੁੱਖ ਪਾਪ ਦਾ ਨਾਸ ਤੇ ਹੋ ਹੀ ਗਿਆ ਸੀ ਪਹਿਲੇ, ਵਿਕਾਸ ਤੇ ਪਹਿਲੇ ਵੀ ਸੀ ਜੀ। ਉੱਥੇ ਵਿਕਾਸ ਤੇ ਸ਼ੁਰੂ ਤੋਂ ਰਿਹਾ, ਨਾਨਕ ਭਗਤਾਂ ਸਦਾ ਵਿਕਾਸ ਰਿਹਾ ਹੈ, ਸਾਰੀ ਨੌਲੇਜ ਵੀ ਆ ਗਈ ਸੁਣਨ ਵਾਲਿਆਂ ਨੂੰ। ਇੱਥੇ ਤੱਕ ਲਿਖਿਆ ਹੋਇਆ ਹੈ ਸੁਣਿਆ ਸਿੱਧ ਪੀਰ ਸੁਰਨਾਥ ਹੈ, ਹਾਂਜੀ। ਸਿੱਧ ਬਣ ਸਕਦਾ ਹੈ, ਸਿੱਧ ਦੀ ਨੌਲੇਜ ਆ ਸਕਦੀ ਹੈ, ਪੀਰ ਵੱਡੇ ਤੋਂ ਵੱਡਾ ਬਣ ਸਕਦਾ ਹੈ ਸੁਣਨ ਨਾਲ। ਜਾਂ ਕਈ ਆਥਰਸ ਨੇ ਲਿਖਿਆ ਬਣੇ ਹਨ ਪੀਰ ਸੁਣਨ ਨਾਲ, ਜਿਸਾ ਮਰਜੀ ਤੁਸੀਂ ਲੈ ਲਓ, ਡਸਨਟ ਮੈਟਰ ਟੂ ਮੀ, whichever way you want to, is the same thing you're taking about though। ਤੇ ਮੰਨੇ ਵਿੱਚ ਕੀ ਬਦਲ ਗਿਆ ਫਿਰ? ਮੰਨੇ ਵਿੱਚ ਕਿਹੜੀ ਐਸੀ ਕੈਸੀ ਇਹ ਕਿਹੜੀ ਚੀਜ਼ ਆ ਗਈ ਜਿਹੜੀ ਉਸ ਅਵਸਥਾ? ਐਂਡ ਦ ਰੀਜ਼ਨ ਆਈ ਐਮ ਪੁਆਇੰਟਿੰਗ ਦਿਸ ਆਊਟ ਬਿਕਾਜ਼ ਇਹ ਬ੍ਰਹਮ ਗਿਆਨੀ ਵਾਲੀ ਅਸ਼ਪਦੀ ਨਾਲ ਬਹੁਤ ਰਿਲੇਟਡ ਡਿਸਕਸ਼ਨ ਹੈ, ਔਰ ਬਹੁਤ ਗੁਰਮਤ ਦਾ ਗੁੰਝਲਾ ਭੇਦ ਹੈ ਜਿਹੜਾ ਤੁਹਾਨੂੰ ਜਪਜੀ ਦੀ ਬਾਣੀ ਵਿੱਚੋਂ ਕਲੈਰਿਟੀ ਮਿਲਦੀ ਹੈ ਇਸ ਥਾਟ ਪ੍ਰੋਸੈਸ ਦੀ। I'm going to stop for a second though and ask this question to the people joining away from Los Angeles though, is that can somebody point out me what suddenly happens in manne di ashpadiyan ch? Sune di sunen wale di te man sunen di avastha ਇਹ ਹੈ ਕਿ ਸੁਣਿਆ ਉਪਦੇਸ਼ ਗੁਰੂ ਦਾ ਜੋ ਵੀ ਸੀ, ਸ਼ਬਦ ਰੂਪ ਵਿੱਚ, ਕੀਰਤਨ ਰੂਪ ਵਿੱਚ, ਜਿਗਿਆਸੂ ਰੂਪ ਵਿੱਚ, ਸਾਧ ਰੂਪ ਵਿੱਚ, ਬ੍ਰਹਮ ਗਿਆਨੀ ਦੇ ਰੂਪ ਵਿੱਚ ਕਿਸੇ ਕੋਲੋਂ ਕੁਝ ਸੁਣਿਆ, ਉਹ ਸੁਣ ਕੇ ਪ੍ਰੋਸੈਸ ਕੀਤਾ, ਪ੍ਰੋਸੈਸ ਕਰਕੇ ਅੰਦਰ ਵਸਾਇਆ, ਅੰਦਰ ਵਸਾ ਕੇ ਜੀਵਨ ਵਿੱਚ ਢਾਲ ਲਿੱਤਾ ਉਸਨੂੰ। ਇਹ ਸੁਣੇ ਤਾਂ ਹੀ ਦੁੱਖ ਪਾਪ ਦਾ ਨਾਸ ਹੋਇਆ ਹੈ, ਤਾਂ ਹੀ ਸਦਾ ਵਿਕਾਸ ਹੈ ਉਹਦਾ, ਤਾਂ ਹੀ ਧਰਤਵਲ ਆਕਾਸ਼ ਹੈ, ਤਾਂ ਹੀ ਪੋ ਨਾ ਸਕੇ ਕਾਲ ਹੈ, ਤਾਂ ਹੀ ਦੀਪ ਲੋ ਪਾਤਾਲ ਹੈ। ਸੋ what happened suddenly in the ਮੰਨੇ ਵਾਲੀ ਅਵਸਥਾ? ਹੁਣ ਕਿਹੜੀ ਚੀਜ਼ ਰਹਿ ਗਈ ਹੈ ਜਿਹੜੀ ਸੁਣਨ ਵਾਲੀ ਅਵਸਥਾ ਚ ਨਹੀਂ ਆਈ? I'm going to stop here. Think for 30 seconds of what happens in ਮੰਨੇ ਵਾਲੀ ਅਵਸਥਾ ਚ। What is it suddenly something happens there? Why bother saying ਚਾਰ ਪੂਣੀਆਂ ਮੰਨੇ ਦੀਆਂ ਵੀ ਨਾਲ? ਕੀ ਬਦਲਿਆ ਉੱਥੇ? ਕੀ ਬਦਲਿਆ? ਮੰਨੇ ਪਾਵੇ ਮੋਖ ਦਵਾਰ। ਹਾਂਜੀ। So just give yourself, let everybody get 30 seconds though, and then explain me the mental condition of the person who is in the other stage of manne wali as opposed to sunan wali though. So take a 10-15 second break, think about it, and I'll give me a break also here. So thank you. ਹਾਂਜੀ। ਨਾਓ ਇੱਕ ਤੇ ਆਇਆ ਜੀ ਕੁਐਸਚਨ ਮੰਨੇ ਪਾਵੇ ਮੋਖ ਦੁਆਰ, ਬਟ ਮੈਨੂੰ ਗੁਰਬਾਣੀ ਦੀ ਲਾਈਨ ਕੋਟ ਨਹੀਂ ਕਰੋ, ਮੈਨੂੰ ਇਹ ਸਮਝਾਓ ਕਿ ਸੁਣਿਆ ਵਾਲੇ ਅਵਸਥੇ ਦੀ ਅਵਸਥਾ ਜਿਹੜੀ ਹੈ ਔਰ ਮੰਨੇ ਵਾਲੇ ਦੀ ਅਵਸਥਾ ਵਿੱਚ ਫਰਕ ਕੀ ਪੈ ਗਿਆ ਦੋਨਾਂ ਚ? I think ਸੁਣਨ ਤੋਂ ਬਾਅਦ ਜਦੋਂ ਬੰਦਾ ਮੰਨ ਜਾਂਦਾ ਹੈ, ਮੰਨਿਆ ਤੇ ਨਹੀਂ, ਉਹ ਮੰਨਣ ਦੀ ਗੱਲ ਮੰਨਣ ਵਿੱਚ ਨਹੀਂ ਆਈ, ਉਹ ਤੇ ਸੁਣਿਆ ਦੀ ਅਵਸਥਾ ਚ ਹੀ ਮੰਨ ਗਿਆ ਗੱਲ ਸਾਰੀ। ਨਹੀਂ, ਮੈਂ ਕਿਹਾ ਉਸਦੇ ਮਨ ਦੀ ਅਵਸਥਾ ਉੱਚੀ ਹੋ ਜਾਂਦੀ ਹੈ ਥੋੜੀ। ਨਹੀਂ, ਕੀ ਅਵਸਥਾ ਉੱਚੀ? ਫਰਕ ਕੀ? ਟਿਕਾਓ ਆ ਜਾਂਦਾ ਹੈ।
ਟਿਕਾਓ ਸੁਣਿਆ ਵਾਲੀ ਅਵਸਥਾ ਵਿੱਚ ਵੀ ਟਿਕਾਓ ਸੀ, ਤਾਂ ਹੀ ਦੁੱਖ ਪਾਪ ਦਾ ਨਾਸ ਹੋਇਆ ਉਹਦਾ। ਜੇ ਟਿਕਾਓ ਨਾ ਹੁੰਦਾ ਤੇ ਦੁੱਖ ਪਾਪ ਦਾ ਨਾਸ ਨਾ ਹੁੰਦਾ। ਹੋਰ ਇੱਕ ਵੱਡੀ ਗੱਲ ਹੁੰਦੀ ਹੈ ਦੀਦੀ ਮੰਨੇ ਦੀ ਅਵਸਥਾ ਵਿੱਚ, ਜਿਹੜੀ ਸੁਣਨ ਦੀ ਅਵਸਥਾ 'ਚ ਨਹੀਂ ਹੋਈ। ਹਜ਼ੂਰੀ ਦੀ ਜ਼ਿੰਦਗੀ ਰਹਿੰਦਾ ਹੈ। ਆਈ ਐਮ ਸੌਰੀ, ਹਜ਼ੂਰੀ ਦੀ ਜ਼ਿੰਦਗੀ, ਹਜ਼ੂਰੀ ਵਿੱਚ ਰਹਿੰਦਾ ਹੈ, ਜਾਂ ਉਹ ਵੀ ਗੱਲ ਹੈ, ਹਜ਼ੂਰੀ 'ਚ ਰਹਿੰਦਾ ਹੈ। ਲੇਕਿਨ ਹੋਰ ਕੀ ਗੱਲ ਹੋਈ ਹੈ? Suddenly something happens in ਮੰਨੇ ਵਾਲੀ ਅਵਸਥਾ ਵਿੱਚ, ਇੱਕ ਅਵਸਥਾ ਬਦਲਾਵ ਆਇਆ ਹੈ। ਹਾਂਜੀ, ਉਹ ਨਹੀਂ, ਬਿਲਕੁਲ ਰਾਈਟ ਆਨਸਰ ਹੈ ਸਾਰੇ। ਟਿਕਾਓ ਆਂਦਾ ਹੈ, ਕਰੈਕਟ। ਮੰਨੇ ਦੀ ਅਵਸਥਾ ਵਿੱਚ ਹਜ਼ੂਰੀ ਵਾਲੀ ਅਵਸਥਾ ਬਣਦੀ ਹੈ, ਬਿਲਕੁਲ ਰਾਈਟ। ਲੇਕਿਨ ਟਿਕਾਓ ਬਹੁਤ ਹੱਦ ਤੱਕ ਸੁਣਿਆ ਵਾਲੀ ਅਵਸਥਾ ਵਿੱਚ ਵੀ ਆਇਆ ਹੈ, ਤਾਂ ਹੀ ਦੁੱਖ ਪਾਪ ਦਾ ਨਾਸ ਹੋਇਆ ਹੈ। ਹਜ਼ੂਰੀ ਵਾਲਾ ਜੀਵਨ ਬਹੁਤ ਹੱਦ ਤੱਕ ਸੁਣਿਆ ਵਾਲੀ ਅਵਸਥਾ 'ਚ ਆਇਆ ਸੀ। ਦੀਦੀ ਤੁਸੀਂ ਕੁਝ ਕਹਿ ਰਹੇ ਸੀ? ਕੁਐਸਚਨ ਆਸਕ ਐਂਡ ਸਭ ਤੋਂ ਵੱਡਾ ਬਦਲਾਵ ਆਇਆ ਹੈ ਕਿ ਉਹ ਬੰਦਾ ਦੀ ਜ਼ਿੰਦਗੀ ਵਿੱਚ ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਪਿਆਰ ਜਿਹੜਾ ਵੈ ਉਹ ਸਹਿਜ ਅਵਸਥਾ ਵਿੱਚ ਹੈ। What is the differentiation between the two? There is a difference between, ਹਾਂਜੀ, I'm sorry, ਮੈਂ ਕਿਹਾ ਆਪਣੇ ਨਾਲ ਆਪਣੇ ਆਸ-ਪਾਸ ਤੇ ਆਪਣੇ ਪਰਿਵਾਰ ਨੂੰ ਵੀ ਤਾਰ ਲੈਂਦਾ ਹੈ। ਉਹ ਸੁਣਿਆ ਵਾਲਾ ਵੀ ਤਾਰਦਾ ਹੈ, ਨਾਲ ਸੁਣਿਆ ਵਾਲਾ ਵੀ ਇਫੈਕਟ ਹੁੰਦਾ। ਦੁੱਖ ਪਾਪ ਦਾ ਨਾਸ ਜਿਹਦੇ 'ਚ ਹੁੰਦਾ ਹੈ ਉਹ ਵੀ ਤਾਰਦਾ ਹੈ ਉਹਨੂੰ। ਲੇਕਿਨ ਫਰਕ ਦੀਦੀ ਸਭ ਤੋਂ ਵੱਡਾ ਇਹ ਹੈ ਕਿ ਸੁਣਿਆ ਵਾਲਿਆਂ ਦੀ ਅਵਸਥਾ ਜਿਹੜੀ ਹੈ ਉਹ ਸੁਣਿਆ ਵਾਲਿਆਂ ਦੀ ਤੇ ਮੰਨੇ ਵਾਲੇ ਦੀ ਅਵਸਥਾ 'ਚ ਇਹ ਫਰਕ ਹੈ ਕਿ ਮੰਨਣ ਵਾਲਿਆਂ ਦੀ ਅਵਸਥਾ ਵਿੱਚ ਪਰਮਾਤਮਾ ਦਾ ਪਿਆਰ ਤੇ ਪਰਮਾਤਮਾ ਦਾ ਜਿਹੜਾ ਲਗਾਵ ਜਿਹੜਾ ਉਹਦੇ ਸੁਭਾਅ ਦੇ ਵਿੱਚ ਹੈ, ਉਹਦੇ ਨੇਚਰ ਵਿੱਚ ਹੈ। ਉਹ ਸੋਚਦਾ ਨਹੀਂ ਕੁਝ ਵੀ ਕਰਨ ਵਾਸਤੇ। ਹਾਂਜੀ, ਉਹ ਇੱਕ ਇਹ ਫਰਕ ਹੈ। ਗੁਰਦੁਆਰੇ ਜਾਣਾ, ਕੀਰਤਨ ਸੁਣਨਾ ਤੇ ਕੀਰਤਨ ਸੁਣੇ ਨਾ ਸੁਣੇ ਉਹਦੀ ਅਵਸਥਾ ਸੇਮ ਰਹਿਣੀ। ਬਾਣੀ ਪੜ੍ਹਨਾ ਤੇ ਬਾਣੀ ਉਹਦੇ ਅੰਦਰ 24 ਘੰਟੇ ਬਾਣੀ ਪੜੀ, ਅੰਦਰੋਂ ਪੜੀ ਜਾਣੀ ਹੈ, ਬਾਣੀ ਦੇ ਨਾਲ ਕਨੈਕਸ਼ਨ ਬਣਿਆ ਰਹਿਣਾ। ਕੀਰਤਨ ਸੁਣਨ ਜਾਣਾ ਜਾਂ ਕੀਰਤਨ ਸੁਣਨਾ, ਆਪਣੇ ਮਨ ਨੂੰ ਹੋਕਣਾ, ਸ਼ੌਕ ਪੈਦਾ ਹੁੰਦਾ ਸੁਣਨ ਦਾ। ਔਰ ਇੱਕ ਅਵਸਥਾ ਹੈ 24 ਘੰਟੇ ਤੁਹਾਡੇ ਅੰਦਰ ਕੀਰਤਨ ਦੀ ਧੁਨੀ ਅੰਦਰ ਰਹਿਣੀ, ਅੰਦਰ ਬਾਣੀ ਪੜ੍ਹਨਾ ਅਲੱਗ ਅਵਸਥਾ ਹੈ, ਬਾਣੀ ਪੜ੍ਹ ਕੇ ਪ੍ਰੋਸੈਸ ਕਰਨਾ ਅਲੱਗ ਅਵਸਥਾ ਹੈ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੁਹਾਡੇ ਕੰਠ ਦੇ ਅੰਦਰ, ਤੁਹਾਡੇ ਹਿਰਦੇ ਦੇ ਅੰਦਰ 24 ਘੰਟੇ ਚਲਦੀ ਰਹਿਣੀ ਬਾਣੀ। ਉਹਦੇ ਨਾਲ ਕਦੀ ਅਲੱਗ ਹੀ ਨਾ ਹੋਣਾ ਉਸ ਬਾਣੀ ਤੋਂ, ਉਸ ਕੀਰਤਨ ਤੋਂ ਇੱਕ ਛਣ ਵਾਸਤੇ ਵੀ ਅਲੱਗ ਨਾ ਹੋਣਾ, ਉਹ ਮੰਨਣ ਦੀ ਅਵਸਥਾ। ਸੁਣੇ ਵਾਲਾ ਵੀ ਬਾਣੀ ਸੁਣਦਾ ਹੈ, ਸਵੇਰੇ 2 ਘੰਟੇ ਸੁਣਦਾ ਹੈ, ਸ਼ਾਮੀ 2 ਘੰਟੇ ਸੁਣਦਾ ਹੈ, ਦੁਪਹਿਰੇ 2 ਘੰਟੇ ਸੁਣਦਾ ਹੈ, ਕੀਰਤਨ ਵੀ ਸੁਣਦਾ ਹੈ, ਪਾਠ ਵੀ ਕਰਦਾ ਹੈ। ਲੇਕਿਨ ਮੰਨਣ ਵਾਲੇ ਦੀ ਅਵਸਥਾ 'ਚ ਇਹ ਫਰਕ ਹੈ ਕਿ ਉਹਦੇ ਅੰਦਰ ਉਹ ਜਿਹੜਾ ਅੰਦਰਲੀ ਜਿਹੜੀ ਚੀਜ਼ ਹੈ ਉਹ ਰੁਕਦੀ ਨਹੀਂ ਕਦੀ, ਅੰਦਰ ਉਹ ਲਗਾਤਾਰ ਰਹਿੰਦੀ ਹੈ। ਉਹਦੇ ਅੰਦਰ ਕਿਸ ਤਰ੍ਹਾਂ ਲਗਾਤਾਰ ਰਹਿੰਦੀ ਹੈ? ਉਸ ਤਰ੍ਹਾਂ ਲਗਾਤਾਰ ਰਹਿੰਦੀ ਹੈ ਜਿਸ ਤਰ੍ਹਾਂ ਤੁਹਾਡੇ ਅੰਦਰ ਖੂਨ ਚੱਲਦਾ ਪਿਆ, ਜਿਹਦੇ ਅੰਦਰ ਤੁਹਾਡੇ ਸਵਾਹ ਚੱਲਦੇ ਪਏ। ਜਿਸ ਤਰ੍ਹਾਂ ਅੰਦਰ ਤੁਹਾਡੀ ਵਿਚਾਰਧਾਰਾ, ਜਿਹੜੀ ਡਿਨਰ ਕਰਨ ਵਾਲੇ ਸੋਚਦੇ ਨਹੀਂ ਹੋ, ਡਰਾਈਵਿੰਗ ਕਰਨ ਵਾਲੇ ਸੋਚਦੇ ਨਹੀਂ ਹੋ, ਕਈ ਚੀਜ਼ਾਂ ਤੁਹਾਡੇ ਅੰਦਰ ਜਿਹਦਾ ਤੁਹਾਡਾ ਬਹੁਤਾ ਪਿਆਰ ਹੈ ਆਪਣੇ ਬੱਚਿਆਂ ਨਾਲ, ਉਹ ਤੁਹਾਡੇ ਅੰਦਰ ਜਿਸ ਤਰ੍ਹਾਂ ਨੈਚੁਰਲ ਹੈ, ਉਸ ਤਰ੍ਹਾਂ ਪ੍ਰਮਾਤਮਾ ਦਾ ਪਿਆਰ ਉਹਨਾਂ ਦੇ ਅੰਦਰ ਨੈਚੁਰਲ ਅਵਸਥਾ ਵਿੱਚ ਆਇਆ ਹੈ। ਤੇ ਇੱਕ ਗੱਲ ਹੋਰ ਯਾਦ ਰੱਖਣੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਜਪਜੀ ਸਾਹਿਬ ਦੀ ਮਹਾਰਾਜ ਦੀ ਬਾਣੀ ਵਿੱਚ ਮੰਨੇ ਵਰਡ ਵੀ ਆਇਆ ਤੇ ਮੰਨਿਆ ਵੀ ਆਇਆ ਹੈ ਵਰਡ। ਇੱਕ ਦੋ ਲੰਕੜ ਦੋ ਲਾਵਾਂ ਵਾਲਾ ਆਇਆ ਹੈ ਮੰਨੇ। ਉਹਨੇ ਜਪਜੀ ਬਾਰੇ ਡਿਸਕਸ਼ਨ ਨਹੀਂ ਹੈ, ਕਦੀ ਟਾਈਮ ਮਿਲਿਆ ਤੇ ਇਹਨਾਂ ਚੀਜ਼ਾਂ ਤੇ ਵੀ ਫੋਕਸ ਕਰਾਂਗੇ। ਬਟ ਨੋਟਿਸ ਕਰੋ ਕਿ ਨੈਕਸਟ ਟਾਈਮ ਪਾਠ ਕਰੋ ਜਦ ਨੋਟਿਸ ਕਰਨਾ ਕਿ ਇੱਕ ਲਾਮ ਵਾਲਾ ਆਇਆ, ਇੱਕ 2 ਲਾਵਾਂ ਵਾਲੇ ਵੀ ਆਏ ਹਨ ਮੰਨੇ। ਹਾਂਜੀ, ਤੇ ਮੰਨੇ ਦੀ ਅਵਸਥਾ ਉਹ ਹੈ ਜਿਹੜਾ ਇੱਕ ਲਾਮ ਵਾਲਾ ਹੈ, ਜਿਹੜਾ ਉਹਦੀ ਜਿਹੜੀ ਹੁਣ ਉਹਦੀ ਜੀਵਨ ਦੀ ਅਵਸਥਾ ਕੀ ਬਿਆਨ ਕਰੋਗੇ? ਜਿਹੜਾ ਕਿ ਜਿਹਦੇ ਅੰਦਰੋਂ ਕੀਰਤਨ ਖਤਮ ਹੀ ਨਹੀਂ ਹੁੰਦਾ, ਅੰਦਰੋਂ ਜਿਹਦੇ ਅੰਦਰ ਉਹ ਸੁੱਤਾ ਹੋਇਆ ਹੁੰਦਾ ਤਾਂ ਵੀ ਕੀਰਤਨ ਚੱਲ ਰਿਹਾ ਹੁੰਦਾ, ਸੁੱਤਾ ਹੋਇਆ ਤਾਂ ਵੀ ਬਾਣੀ ਚੱਲਦੀ ਪਈ ਹੈ, ਸੁੱਤਾ ਹੋਇਆ ਤਾਂ ਵੀ ਪ੍ਰਮਾਤਮਾ ਦਾ ਧਿਆਨ ਹੈ, ਜਾਗਦਾ ਤਾਂ ਵੀ ਹੈ, ਸੁੱਤਾ ਹੋਇਆ ਤਾਂ ਵੀ ਹੈ, ਬੈਠਦਾ ਤਾਂ ਵੀ ਹੈ, ਉੱਠਦਾ ਤਾਂ ਵੀ ਹੈ। ਉਹਦੇ ਅੰਦਰ ਕੀਰਤਨ ਦੀ ਧੁਨੀ ਖਤਮ ਨਹੀਂ ਹੁੰਦੀ, ਉਹ ਹਮੇਸ਼ਾ 24 ਐਵਰੀ ਬ੍ਰੈਥ ਨਾਲ ਉਹ ਜੁੜਿਆ ਹੋਇਆ, ਐਵਰੀ ਬ੍ਰੈਥ ਨਾਲ ਉਹ ਹਜ਼ੂਰੀ ਵਿੱਚ ਹੈ। ਇਹ ਬਹੁਤ ਮੁਸ਼ਕਿਲ ਹੈ ਅਵਸਥਾ ਵਾਲੀ ਪ੍ਰਾਪਤ ਕਰਨੀ।
ਸੁਣਿਆ ਵਾਲੀ ਅਵਸਥਾ ਵੀ ਪ੍ਰਾਪਤ ਕਰਨੀ ਬਹੁਤ ਮੁਸ਼ਕਿਲ ਹੈ, ਪਰ ਉਹਦੀ ਪੋਸਿਬਿਲਿਟੀ ਜ਼ਿਆਦਾ ਹੈ, ਉਹਦੀ ਪ੍ਰੋਬੇਬਿਲਿਟੀ ਹਾਇਰ ਹੈ। ਇਹ ਜਿਹੜੀ ਪ੍ਰੋਬੇਬਿਲਿਟੀ ਹੈ, ਇਹਦੀ ਪ੍ਰੋਬੇਬਿਲਿਟੀ ਜਿਹੜੀ ਹੈ ਇਹ ਜ਼ਿਆਦਾ ਮਿਹਨਤ ਵਾਲੀ, ਸਰਮਖੰਡ ਵਾਲੀ ਪ੍ਰਵਸਥਾ ਹੈ ਬੜੀ। ਇਹਦੇ ਵਿੱਚ ਉਹ ਪ੍ਰਮਾਤਮਾ ਉਹਦੀ ਯਾਦ ਜਾਂ ਉਹਦਾ ਪਿਆਰ ਜਾਂ ਉਹਦਾ ਜਿਹੜਾ ਟਿਕਾਵ ਕਦੀ ਆਪਣੀ ਜ਼ਿੰਦਗੀ ਤੋਂ ਲੈਂਦਾ ਨਹੀਂ ਉਹਦੇ ਅੰਦਰੋਂ। ਇਸੇ ਵਾਸਤੇ ਵਰਡ ਜਪਜੀ ਵਿੱਚ ਜਿਹੜੇ ਵਰਡ ਆਏ ਹਨ ਕਿ ਮੰਨੇ ਕੀ ਗਤ ਕਹੀ ਨਾ ਜਾਏ। ਕਿਉਂ ਨਹੀਂ ਕਹੀ ਜਾ ਸਕਦੀ ਉਹਦੀ ਗਤ ਜੀ? ਕਿਉਂਕਿ ਇਹ ਕਿਹੜੀ ਯੂਨੀਕ ਚੀਜ਼ ਹੋ ਗਈ ਕਿ ਹੁਣ ਤੁਸੀਂ ਇਹ ਨਵੇਂ ਕਨਸੈਪਟ ਸ਼ੁਰੂ ਕਰ ਦਿੱਤਾ ਇੱਥੇ ਇੱਕ ਕਿ ਸੁਣਿਆ ਵਾਲੇ ਦੀ ਗਤ ਕਹੀ ਜਾ ਸਕਦੀ ਸੀ। ਦੀ ਆਨਸਰ ਇਜ਼ ਯੈਸ, ਸੁਣਿਆ ਵਾਲੇ ਦੀ ਗਤ ਕਹੀ ਜਾ ਸਕਦੀ ਹੈ। ਮੰਨੇ ਦੀ ਗਤ ਕਹੀ ਨਹੀਂ ਜਾ ਸਕਦੀ। ਕਿਉਂ ਨਹੀਂ ਕਹੀ ਜਾ ਸਕਦੀ ਮੰਨੇ ਦੀ ਗਤ? ਕਿਉਂਕਿ ਮੰਨੇ ਵਾਲੀ ਅਵਸਥਾ ਦਾ ਬੰਦਾ 24 ਘੰਟੇ ਪ੍ਰਮਾਤਮਾ ਦੇ ਪਿਆਰ ਵਿੱਚ ਸਵਾਸ ਜੁੜਿਆ ਹੋਇਆ ਹੈ। ਜਿਸ ਤਰ੍ਹਾਂ ਬ੍ਰਹਮ ਗਿਆਨੀ ਜੁੜਿਆ ਹੋਇਆ ਹੈ, ਮਨ ਸਾਚਾ ਮੁਖ ਸਾਚਾ ਸੋਏ, ਤੇ ਅਵਰ ਨਾ ਪੇਖੈ ਏਕਸ ਬਿਨ ਕੋਏ, ਨਹੀਂ ਦੇਖਦਾ ਦੂਸਰੇ ਨੂੰ ਕਿਸੇ ਨੂੰ ਹੋਰ ਕੋਈ। ਮੰਨੇ ਦੀ ਅਵਸਥਾ 'ਚ as somebody already pointed out 5 minutes ago ਕਿ ਮੰਨੇ ਦੀ ਮੋਖ ਦੁਆਰ ਮੰਨੇ ਦੀ ਅਵਸਥਾ ਵਿੱਚ ਮੰਨੈ ਪਾਵੇ ਮੋਖ ਦੁਆਰ। ਹਾਂਜੀ, ਸੁਣਿਆ ਦੀ ਅਵਸਥਾ 'ਚ ਮੋਖ ਦੁਆਰ ਨਹੀਂ ਹੈ। ਕਿਧਰੇ ਵਰਡ ਮੋਖ ਦੁਆਰ ਦੇ ਨਹੀਂ ਆਏ। ਸੁਣਿਆ ਦੀ 4 ਪੀੜੀਆਂ ਵਿੱਚ ਪੌੜੀਆਂ ਵਿੱਚ ਕਿਧਰੇ ਨਹੀਂ ਆਏ। ਤੋਂ ਸੋ ਮੰਨੇ ਵਾਲਾ ਜਿਹੜਾ ਹੈ ਉਹ 20 ਮਨੇ ਐਵਰੀ ਬ੍ਰੈਥ ਵਿੱਚ ਉਹਦੇ ਅੰਦਰ ਸਹਿਜ ਸੁਭਾਵ ਨਾਲ ਪ੍ਰਮਾਤਮਾ ਦਾ ਪਿਆਰ ਚੱਲਦਾ ਹੈ। ਉਹਦੇ ਅੰਦਰ ਜਾਂਦਾ ਹੀ ਨਹੀਂ ਕਦੀ। ਉਹ ਸੌਂਦਿਆਂ ਉੱਠਦਿਆਂ ਬੈਠਦਿਆਂ ਨਹੀਂ ਜਾਂਦਾ। ਬਸੰਤ ਰਾਗ ਵਿੱਚ ਬੜੇ ਇਹੋ ਜਿਹੇ ਸ਼ਬਦ ਜਿਹੜੇ ਹਨ, ਮਹਾਰਾਜ ਬੜੇ ਬਸੰਤ ਗਾਣ ਦੀ ਇੱਕ ਪ੍ਰਥਾ ਹੈ ਗੁਰਮਤਿ ਸੰਗੀਤ ਵਿੱਚ। ਮਾਘੀ ਦੀ ਸੰਗਰਾਂਦ ਤੋਂ ਲੈ ਕੇ ਹੋਲੇ ਮਹੱਲੇ ਤੱਕ ਬਸੰਤ ਗਾਇਆ ਜਾਂਦਾ ਹੈ। ਪ੍ਰੋਪਰ ਅਰਦਾਸ ਹੁੰਦੀ ਹੈ, ਅਕਾਲ ਤਖਤ ਸਾਹਿਬ ਤੇ ਬਸੰਤ ਰਾਗ ਖੁੱਲਦਾ ਹੈ। ਅਸੀਂ ਵੀ ਸਿੱਖੇ ਬੜੇ ਬਸੰਤ ਸ਼ਬਦ, ਅਸੀਂ ਵੀ ਗਾਉਂਦੇ ਹਾਂ ਬੜੇ। ਬਸੰਤ ਵਿੱਚ ਬੜੇ ਇਹੋ ਜਿਹੇ ਸ਼ਬਦ ਆਉਂਦੇ ਹਨ ਜਿਹਦੇ ਲੱਗੇ ਕਿ ਸਦਾ ਬਸੰਤ ਕਿਹਦੇ ਵਿੱਚ ਹੈ, ਕਿਹਦੇ ਵਿੱਚ ਸਦਾ ਖੇੜਾ ਹੈ। ਜਾਂ ਕੇ ਕੀਰਤਨ ਹਰ ਧੁਨੀ ਆਇਨ ਵਰਡ ਗ੍ਰਹਿਕ ਤਾਂ ਕੇ ਬਸੰਤ ਗਨੀ, ਜਾਂ ਕੇ ਕੀਰਤਨ ਹਰ ਧੁਨੀ ਵਰਡ ਆਏ ਹਨ। ਉਹਨਾਂ ਦੇ ਅੰਦਰ ਬਸੰਤ ਜਿਹੜਾ ਸਦਾ ਬਸੰਤ ਹੈ, ਜਿਨ੍ਹਾਂ ਦੇ ਸਦਾ ਖੇੜਾ ਹੈ ਜਿਨ੍ਹਾਂ ਦੇ ਅੰਦਰ। ਇੱਥੇ ਡਿਫਰੈਂਸ਼ੀਏਟ ਕਰਨ ਦੀ ਕੋਸ਼ਿਸ਼ ਕਰੋ। ਥੋੜੀ ਜਿਹੀ ਔਖੀ ਡਿਫਰੈਂਸ਼ੀਏਸ਼ਨ ਹੈ ਬ੍ਰਹਮ ਗਿਆਨੀ ਵਰਗੀ ਤੇ ਸੁਣਿਆ ਵਰਗੀ ਦੀ। ਜਿਗਿਆਸੂਆਂ ਦੀ ਅਵਸਥਾ ਉਹ ਹੈ ਕਿ ਉਹ ਕੋਸ਼ਿਸ਼ ਵਿਚਾਰੇ ਕਰਦੇ ਪਏ ਹਨ, ਪਰ ਹਾਲੇ ਦੁਨਿਆਵੀ ਝੰਜਟਾਂ ਵਿੱਚੋਂ ਪੂਰੀ ਤਰ੍ਹਾਂ ਨਿਕਲੇ ਨਹੀਂ। ਸਾਧ ਵਾਲੀ ਪ੍ਰੋਬੇਬਲੀ ਇਜ਼ ਟੁਵਰਡਸ ਦੀ ਇਨ ਬਿਟਵੀਨ ਜਿਗਿਆਸੂ ਤੇ ਬ੍ਰਹਮ ਗਿਆਨੀ ਵਾਲੀ ਅਵਸਥਾ ਵਿੱਚ। ਉਹ ਟੁਵਰਡਸ ਦੀ ਐਂਡ ਆਫ देयर ਜਰਨੀ ਹੈ। ਸਮਝ ਲਓ ਕਿ ਅਗਰ ਮੈਂ ਲਾਈਨ ਡਰਾ ਕਰਾਂ ਬਿਟਵੀਨ ਅ ਬ੍ਰਹਮ ਗਿਆਨੀ ਐਂਡ ਅ ਜਿਗਿਆਸੂ, ਤੇ ਉਹ ਲਾਈਨ ਦੇ ਆਸ-ਪਾਸ ਹਨ ਕਿਧਰੇ, ਇਹ ਉਸ ਲੈਵਲ ਤੇ ਹਨ। ਤੇ ਬ੍ਰਹਮ ਗਿਆਨੀ ਵਾਲੇ ਜਿਹੜੀ ਅਵਸਥਾ ਜਿਹੜੀ ਹੈ ਉਹ ਅਗਲੀ ਅਵਸਥਾ ਹੈ, ਤੇ ਉਹਦੇ 'ਚ ਕੋਈ ਫਰਕ ਨਹੀਂ ਰਹਿ ਗਿਆ। ਸਾਧ ਵਾਲੀ ਵੀ ਤੁਸੀਂ ਨੋਟਿਸ ਕਰੋਗੇ, ਸਾਧ ਵਾਲੀ ਅਸ਼ਪਦੀ ਵਿੱਚ ਅਖੀਰ ਵਿੱਚ ਜਾ ਕੇ ਇੱਕ ਲਾਈਨ ਆਈ ਸੀ ਉੱਥੇ ਵੀ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਹਾਂਜੀ, ਬ੍ਰਹਮ ਗਿਆਨੀ ਦੀ ਅਸ਼ਪਦੀ ਵੀ 2-3 ਵਾਰੀ ਮੈਂਸ਼ਨ ਕਰਨਗੇ ਬ੍ਰਹਮ ਗਿਆਨੀ ਆਪ ਪਰਮੇਸ਼ਰ। ਆਇਨ ਵਰਡ ਸੁਖਮਨੀ ਸਾਹਿਬ ਦੀ ਅਸ਼ਪਦੀ ਅੱਗੇ ਜਾ ਕੇ ਵਰਡ ਆਣਗੇ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਪ੍ਰਮਾਤਮਾ ਦਾ ਰੂਪ ਹੈ ਆਪਣਾ, ਕਿਉਂਕਿ ਉਹਦੇ ਵਿੱਚ ਤੇ ਪ੍ਰਮਾਤਮਾ 'ਚ ਕੋਈ ਫਰਕ ਨਹੀਂ ਹੈ। ਮੰਨੇ ਦੀਆਂ ਉਹਨਾਂ 4 ਪੌੜੀਆਂ ਵਿੱਚ ਇਸ ਗੱਲ ਦੀ ਪੁਸ਼ਟੀ, ਇਸ ਗੱਲ ਦਾ ਪ੍ਰੂਫ ਮਿਲ ਜਾਂਦਾ। I'm going to stop for a second and see if anybody has this question though. Please try to be, ਤੁਹਾਡੇ ਆਪਣੀ ਸੁਰਤ ਨੂੰ ਉੱਚਾ ਕਰੋ ਸਮਝਣ ਵਾਸਤੇ ਇਸ ਗੱਲ ਨੂੰ। ਹਾਂਜੀ, ਉਹ ਆਪਣੀ ਲੈਵਲ ਆਫ ਕੌਨਸ਼ੀਅਸਨੈਸ ਨੂੰ ਵਧਾਓ ਤੁਸੀਂ ਆਪਣੀ। Anybody has any questions so far, especially ਜਿਹੜੀ ਡਿਫਰੈਂਸ਼ੀਏਸ਼ਨ ਆਈ ਹੈ ਸੁਣਿਆ ਤੇ ਮੰਨੇ ਦੀ ਪੌੜੀਆਂ ਵਿੱਚ? Virji, I was just in very simplistic terms, is it the same as saying ਕਿ ਤੁਸੀਂ ਜਦੋਂ ਤੁਸੀਂ ਸੁਣਦੇ ਹੋ ਤਾਂ ਤੁਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ it's knowledge, whereas ਜਦੋਂ ਤੁਸੀਂ ਆਪ ਬਾਣੀ ਬਣ ਜਾਂਦੇ ਹੋ ਉਹ ਮੰਨਣਾ ਹੈਗਾ। ਹਾਂ, ਮੰਨਣਾ, ਇੱਥੇ ਮੰਨਣ ਦਾ ਵਰਡ ਮੰਨਣਾ ਤੋਂ ਆਇਆ ਹੈ ਸੰਸਕ੍ਰਿਤ। ਇਟਸ ਨਾਟ ਮੰਨਣਾ ਐਜ਼ ਇਨ ਆਈ ਐਕਸੈਪਟ, ਲਾਈਕ ਐਕਸੈਪਟੈਂਸ ਸੁਣਿਆਂ ਦੀ ਪੌੜੀਆਂ ਵਿੱਚ ਵੀ ਆ ਚੁੱਕੀ ਹੈ। ਰਾਈਟ, ਤੁਸੀਂ ਸੁਣਿਆ, ਉਸਨੇ ਐਕਸੈਪਟ ਕੀਤਾ, ਉਸਨੇ ਪ੍ਰੋਸੈਸ ਕੀਤਾ ਉਸਨੇ, ਐਂਡ ਦੈਨ ਉਹਨੂੰ ਲਾਈਫ ਵਿੱਚ ਢਾਲਣ ਦੀ ਕੋਸ਼ਿਸ਼ ਵੀ ਕਰਦਾ ਤੇ ਕਾਫੀ ਹੱਦ ਤੱਕ ਕਰ ਵੀ ਲੈਂਦਾ। ਇੱਕ ਉਹ ਅਵਸਥਾ ਹੈ। ਇੱਕ ਅਵਸਥਾ ਹੈ ਜਦੋਂ ਜੋ ਸਿੱਖਿਆ ਹੋਇਆ, ਪੜ੍ਹਿਆ ਹੋਇਆ, ਜੋ ਸੁਣਿਆ ਹੋਇਆ ਉਹ ਤੁਹਾਡੀ ਲਾਈਫ ਵਿੱਚ ਹੁਣ ਤੁਹਾਡੀ ਲਾਈਫ ਦਾ ਸੁਭਾਵ ਬਣ ਗਿਆ, ਉਹ ਤੁਹਾਡੀ ਲਾਈਫ ਬਣ ਗਿਆ। ਉਹੀ ਲਾਈਫ ਹੈ ਤੁਹਾਡੀ, ਹੁਣ ਦੂਸਰੀ ਕੋਈ ਲਾਈਫ ਹੀ ਨਹੀਂ ਰਹੀ ਕੋਈ। ਫਰਕ ਹੈ ਦੋਨਾਂ 'ਚ, ਦੋਨਾਂ 'ਚ ਬਹੁਤ ਵੱਡਾ ਫਰਕ ਹੈ।
ਇਸ ਵਾਸਤੇ 2 ਅਲੱਗ 4 ਪੌੜੀਆਂ ਲਿਖੀਆਂ ਹਨ। ਜੇ ਜ਼ਿਆਦਾ ਕਿਸੇ ਨੂੰ ਨੌਲੇਜ ਚਾਹੀਦੀ ਹੋਵੇ ਤੇ ਸੰਥਿਆ ਦੇ ਪਹਿਲੇ ਵੋਲੀਅਮ ਨੂੰ ਅਧਿਐਨ ਕਰੇ ਉਸਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬਹੁਤ ਖੂਬਸੂਰਤੀ ਦੇ ਨਾਲ ਇਸ ਕਨਸੈਪਟ ਨੂੰ ਸਮਝਾਇਆ ਹੈ ਜਪਜੀ ਸਾਹਿਬ ਦੀ ਵਿਆਖਿਆ ਵਿੱਚ, But anybody else has any questions though before we move on to I still have some time because 5-7-8 ਮਿੰਟ ਹੈ ਹਾਲੇ। I was just going to say the same thing you said, ki Santhia Vich by Veer Singh ji has spent a page explaining just Manne di state. Yeah. So if somebody wants to read that, he explains it. He explains very differently, nicely, the level of depth that Manne goes into and what does that mean. And there's different stages. There's like 4 or 5 different stages it describes. Ki what does Manne eventually mean? Thank you, Preet ji. ਇਸ ਤੋਂ ਇਲਾਵਾ ਅਗਰ ਬਾਕੀ ਬਹੁਤ ਜਗ੍ਹਾ ਤੇ ਵੀ ਬੜੀਆਂ ਹੋਰ ਆਥਰਸ ਨੇ ਵੀ, ਪ੍ਰਿੰਸੀਪਲ ਤੇਜਾ ਸਿੰਘਰਾ ਨੇ ਵੀ ਆਪਣੀ ਜਪਜੀ ਦੇ ਟੀਕੇ ਵਿੱਚ ਬਹੁਤ ਸੋਹਣੀ ਤਰ੍ਹਾਂ ਸਮਝਾਇਆ ਹੈ, ਭਾਈ ਜੋਤ ਸਿੰਘਰਾ ਨੇ ਸਮਝਾਇਆ ਹੈ ਬੜਾ। ਔਰ ਇਹ ਡਿਸਟਿੰਕਸ਼ਨ ਬਹੁਤ ਕ੍ਰਿਟੀਕਲ ਹੈ ਗੁਰਸਿੱਖ ਵਾਸਤੇ ਸਮਝਣੀ। ਇਹ ਡਿਸਟਿੰਕਸ਼ਨ ਬਹੁਤ ਇੰਪੋਰਟੈਂਟ ਹੈ ਗੁਰਸਿੱਖ ਵਾਸਤੇ ਸਮਝਣੀ। ਤੇ ਜਿਹੜੇ ਹਾਲੇ ਸੁਣਿਆਂ ਦੀ ਅਵਸਥਾ 'ਚ ਨਹੀਂ ਆਇਆ, ਜਿਹੜਾ ਹਾਲੇ ਉਹ ਉਸ ਤੋਂ ਥੱਲੇ ਲੈਵਲ ਦਾ ਉਹ ਬੰਦਾ, ਉਹਨੇ ਹਾਲੇ ਐਕਸੈਪਟ ਨਹੀਂ ਕੀਤਾ, ਉਹਨੇ ਹਾਲੇ ਪ੍ਰੋਸੈਸ ਨਹੀਂ ਕੀਤੀ ਇਨਫੋਰਮੇਸ਼ਨ। ਉਹ ਕਦੀ ਪ੍ਰੋਸੈਸ ਕਰਦਾ ਹੈ, ਕਦੀ ਨਹੀਂ ਕਰਦਾ। ਇਸ ਵਾਸਤੇ ਦੁੱਖ ਪਾਪ ਦਾ ਨਾਸ ਨਹੀਂ ਹੋਇਆ ਉਹਦਾ। ਉਹਦੇ ਅੰਦਰ ਨੈਗੇਟਿਵਿਟੀ ਹਾਲੇ ਵੀ ਹੈ, ਉਹਦੇ ਅੰਦਰ ਟੈਨਸ਼ਨਸ ਹਾਲੇ ਵੀ ਹੈ। ਹਾਂਜੀ, ਉਹ ਸੁਣਿਆ ਸਿੱਧ ਪੀਰ ਸੁਰਨਾਥ ਨਹੀਂ ਬਣ ਸਕਿਆ, ਉਸ ਅਵਸਥਾ 'ਚ ਨਹੀਂ ਆ ਸਕਿਆ ਹਾਲੇ। ਤੇ ਮੰਨੇ ਦੀ ਅਵਸਥਾ ਤੇ ਹੋਰ ਉੱਚੀ ਅਵਸਥਾ ਹੈ। ਉਹਦੇ ਵਿੱਚ ਸਭ ਕੁਝ ਨੈਚੁਰਲ ਚੱਲਦਾ ਹੈ ਤੁਹਾਡੇ ਅੰਦਰ। ਹਾਂਜੀ, ਉਹ ਬਾਣੀ, ਉਹ ਇਹ ਨਹੀਂ ਹੈ ਕਿ ਬਾਣੀ ਹੁਣ ਪੜਦਾ ਪਿਆ ਤੇ ਕੱਲ ਨਹੀਂ ਪੜੇਗਾ। ਉਹਦੇ ਅੰਦਰ ਉਹ ਪੜੇ ਨਾ ਪੜੇ ਕੋਈ ਫਰਕ ਨਹੀਂ ਪੈਂਦਾ। ਉਹਦੇ ਅੰਦਰ ਬਾਣੀ ਚਲਦੀ ਪਈ ਹੈ, ਸਾਰ ਹੈ ਉਹਦੇ ਅੰਦਰ। ਉਹ ਬਾਬਾ ਬੁੱਢਾ ਜੀ ਵਰਗੇ ਕਹਿੰਦੇ ਨਾ, ਕਾਲੀ ਫੂਲਾ ਸਿੰਘ ਹੋਰੀ ਵੱਡੇ ਹੋਏ ਹਨ, ਸਕਾਲਰ ਵੀ ਹੋਏ ਹਨ, ਸਿੱਖ ਜਰਨੈਲ ਵੀ ਹੋਏ ਹਨ, ਵੱਡੇ ਸਿੱਖ ਫੌਜਾਂ ਦੀ ਰਹਿਨੁਮਾਈ ਕੀਤੀ ਹੈ ਉਹਨਾਂ ਨੇ। ਨੌਸ਼ਹਿਰੇ ਦੀ ਜੰਗ ਲੜੀ, ਮੁਲਤਾਨ ਦੀ ਜੰਗ ਲੜੀ, ਅੰਮ੍ਰਿਤਸਰ ਰਹਿੰਦੇ ਸਨ। ਮਹਾਰਾਜ ਰਣਜੀਤ ਸਿੰਘ ਬੜੀ ਵਾਰੀ ਸਨੇਹ ਭੇਜਦੇ ਸਨ ਕਿ ਤੁਸੀਂ ਇਤਨੇ ਵੱਡੇ ਬਹਾਦਰ ਹੋ, ਇਤਨੇ ਬਾਣੀ ਦੇ, ਤੁਸੀਂ ਲਾਹੌਰ ਰਹੋ, ਮੇਰੇ ਕੋਲ, ਮੇਰੇ ਮਹਿਲਾਂ 'ਚ ਰਹੋ, ਇਹ ਕਰੋ। ਨੇ ਕਿਹਾ ਨਹੀਂ, ਅਸੀਂ ਅਕਾਲ ਤਖਤ ਛੋੜ ਕੇ ਕਿਧਰੇ ਨਹੀਂ ਜਾਣਾ। ਅਕਾਲ ਤਖਤ ਦੇ ਜਥੇਦਾਰ ਰਹੇ ਜਦ ਤੱਕ ਆਪ ਸਨ। ਕਹਿੰਦੇ ਹਨ, ਇਤਿਹਾਸ ਲਿਖਿਆ ਕਿ ਉਹਨਾਂ ਦੇ ਬੁੱਲ ਜਿਹੜੇ ਹੈ, ਉਹਨਾਂ ਦੇ ਲਿਪਸ ਜਿਹੜੇ ਹਮੇਸ਼ਾ ਫੜਫੜਾਉਂਦੇ ਸਨ ਬੁੱਲ। ਉਹਨਾਂ ਦੇ ਮੈਦਾਨੇ ਜੰਗ ਵਿੱਚ ਵੀ ਘੱਟ ਬੋਲਦੇ ਸਨ, ਬਹੁਤ ਜ਼ਿਆਦਾ ਬੋਲਦੇ ਨਹੀਂ ਸਨ। ਕਹਿੰਦੇ ਹਨ ਵਾਹਿਗੁਰੂ ਮੰਤਰ ਦਾ ਜਾਪ ਜਿਹੜਾ ਕੋਈ ਵੀ ਜੋ ਜਾਪ ਕਰਦੇ ਸਨ ਅਕਾਲ ਦਾ, ਉਹ ਉਹਨਾਂ ਦੇ ਬੁੱਲਾਂ ਦੇ ਉੱਤੇ ਹਮੇਸ਼ਾ ਰਹਿੰਦਾ ਸੀ। ਮੈਦਾਨੇ ਜੰਗ ਵਿੱਚ ਵੀ ਰਿਹਾ ਹੈ, ਜਿਨ੍ਹਾਂ ਨੇ ਇਤਿਹਾਸ ਲਿਖਿਆ ਮਿਲਦਾ ਇਸ ਤਰ੍ਹਾਂ। ਕਿਉਂਕਿ ਉਸ ਅਵਸਥਾ 'ਚ ਹੋਣੇ ਨਾ ਮੰਨੇ ਦੀ। ਉਹਨਾਂ ਦੇ ਅੰਦਰ ਉਹ ਸੱਚੇ ਸੰਤ ਸਿਪਾਹੀ ਵੀ ਸਨ ਬੜੇ। ਉਹਨਾਂ ਨੇ ਫਿਰ ਜਿਹਦੇ ਤਲਵਾਰ ਦੇ ਧਨੀ ਹੈ, ਜਿੱਥੇ ਸ਼ਬਦ ਦੇ ਵੀ ਧਨੀ ਹੈ ਨਾਲ। ਡਰ ਨਾ ਦੀ ਤੇ ਕੋਈ ਚੀਜ਼ ਹੈ ਹੀ ਨਹੀਂ ਇਹਨਾਂ ਦੇ ਅੰਦਰ। ਤੇ ਮੰਨੇ ਦੀ ਅਵਸਥਾ ਜਿਸ ਇਹ ਅਵਸਥਾ ਬ੍ਰਹਮਗਿਆਨੀ ਦੀ ਅਵਸਥਾ ਵਿੱਚ ਵੀ ਹੈ। ਬ੍ਰਹਮਗਿਆਨੀ ਦੀ ਅਸ਼ਪਦੀ ਵਿੱਚ ਵੀ ਦੇਖੋਗੇ, ਜਦੋਂ ਡਿਸਕਸ਼ਨ ਸ਼ੁਰੂ ਹੋਣਗੀਆਂ ਬ੍ਰਹਮਗਿਆਨੀ ਦੀਆਂ, ਬ੍ਰਹਮਗਿਆਨੀ ਸਦਾ ਨਿਰਲੇਪ, ਪਹਿਲੇ ਨਿਰਲੇਪਤਾ ਦੀ ਗੱਲ ਕੀਤੀ। ਨਿਰਲੇਪ ਹਨ ਬ੍ਰਹਮਗਿਆਨੀ। ਮਨੇ ਬਹੁਤ ਕਨੈਕਟਡ ਨਹੀਂ ਹਨ, ਮੋਹ ਮਾਇਆ ਕੋਈ ਬਹੁਤ ਜ਼ਿਆਦਾ, ਉਹਨਾਂ ਸਿਰਫ ਪ੍ਰਮਾਤਮਾ ਨਾਲ ਹੀ ਰਿਲੇਸ਼ਨਸ਼ਿਪ ਜ਼ਿਆਦਾ ਹੈ ਉਹਨਾਂ ਦੀ। ਇਹ ਨਹੀਂ ਕਿ ਆਪਣੇ ਧੀਆਂ ਪੁੱਤਰਾਂ ਨੂੰ ਛੋੜ ਦਿੰਦੇ ਹਨ, ਇਹ ਨਹੀਂ ਕਿ ਆਪਣੇ ਪਰਿਵਾਰ ਦਾ ਸੰਗ ਨਹੀਂ ਰੱਖਦੇ। ਪਰਿਵਾਰ ਦਾ ਸੰਗ ਰੱਖਦੇ ਹੋਏ ਵੀ ਨਹੀਂ ਰੱਖਦੇ, ਇਨ ਦਾ ਸੈਂਸ ਕਿ ਉਹਨਾਂ ਦਾ ਮੇਨ ਧਿਆਨ ਕਿਧਰੇ ਹੋਰ ਹੈ। ਉਹ ਪੈਸੇ ਕਮਾਉਂਦੇ ਹਨ, ਉਹ ਜੀਵਨ ਚਲਾਉਂਦੇ ਹਨ, ਬੱਚਿਆਂ ਦਾ ਖਿਆਲ ਕਰਦੇ ਹਨ, ਸਪਾਊਸ ਦਾ ਵੀ ਖਿਆਲ ਕਰਦੇ ਹਨ, ਸਭ ਦਾ ਖਿਆਲ ਕਰਦੇ ਹਨ, ਮਾਪਿਓ ਦਾ ਵੀ ਖਿਆਲ ਕਰਦੇ ਹਨ, ਪਰ ਧਿਆਨ ਕਿਧਰੇ ਪ੍ਰਮਾਤਮਾ ਤਰਫ ਹੈ। ਪੜ੍ਹੇ ਲਿਖੇ ਵੀ ਹਨ। ਇਹ ਨਹੀਂ ਹਨ ਕਿ ਭਾਈ ਨੰਦ ਲਾਲ ਵਰਗੇ ਬ੍ਰਹਮ ਗਿਆਨੀ, ਭਾਈ ਨੰਦ ਲਾਲ ਪੜ੍ਹੇ ਲਿਖੇ ਨਹੀਂ ਹਨ, ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਐਸੀ ਗੱਲ ਨਹੀਂ। ਔਰ ਇਹ ਵੀ ਨਾ ਸਮਝ ਲਿਓ ਕਦੀ ਇਹ ਬੰਦਾ ਬੜਾ ਪੈਦਾ ਕਿ ਜਿਹੜੇ ਬ੍ਰਹਮ ਗਿਆਨੀ ਹੁੰਦੇ ਹਨ ਜੀ, ਉਹ ਬੜੇ ਗਰੀਬ ਹੁੰਦੇ ਹਨ ਬੜੇ ਜੀ, ਉਹ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਜੀ, ਬਿਲਕੁਲ। ਹਾਂਜੀ, ਇੱਕ ਲੰਬੀ ਕਥਾ ਹੈ ਕਲਗੀਧਰ ਚਮਤਕਾਰ ਵਿੱਚ, ਆਈ ਥਿੰਕ 2nd ਵੋਲਿਊਮ ਵਿੱਚ ਆਂਦੀ ਹੈ ਕਥਾ ਕਲਗੀਧਰ ਚਮਤਕਾਰ ਵਿੱਚ। ਇੱਕ ਸਾਧੂ ਸੀ ਉਜੈਨ ਤੋਂ, ਮੈਂ ਇੱਕ ਵਾਰੀ ਆਈ ਥਿੰਕ KCF ਸੁਣਾਈ ਹੋਈ ਹੈ ਇਹ ਕਥਾ, ਮੈਨੂੰ ਬਹੁਤ ਚੰਗੀ ਲੱਗਦੀ ਹੈ। ਪੂਰੀ ਦਿਨੀ ਸੁਣਾਣੀ, ਮੈਂ ਤੁਹਾਨੂੰ ਪਾਠ ਦਿੰਦਾ ਤੁਹਾਨੂੰ ਮੈਂ ਕਿ ਬ੍ਰਹਮ ਗਿਆਨੀਆਂ ਦੀਆਂ ਕਿਹੋ ਜਿਹੀ ਮਨ 'ਚ ਅਵਸਥਾ ਹੁੰਦੀ ਹੈ। ਵੈਰਾਗੀ ਸੀ ਸਿੱਖ, ਵੈਰਾਗੀ ਸਾਧੂਆਂ ਨਾਲ ਘਰ ਆਣਾ ਜਾਣਾ ਸੀ ਬੜਾ, ਉਹਨਾਂ ਦਿਨਾਂ 'ਚ ਬੜਾ ਕਾਮਨ ਸੀ। ਸਿੱਖ ਹੁੰਦੇ ਸਨ, ਸਭ ਕੁਝ ਕਰਦੇ ਸਨ, ਲੇਕਿਨ
ਸਨਾਤਨੀ ਧਰਮ ਦੇ ਨਾਲ ਵੀ ਰਿਲੇਸ਼ਨਸ਼ਿਪ ਕਈਆਂ ਨਾਲ ਹੁੰਦੇ ਸਨ, ਉਸ ਵੇਲੇ ਅਨਕਾਮਨ ਨਹੀਂ ਸੀ ਹੈ ਬੜਾ। ਤੇ ਵਿਰਾਗੀ ਕਿਸੇ ਨੇ ਘਰੋਂ ਕਿਸੇ ਨੇ ਇਨਕਰੇਜ ਮਿਲਣੀ ਕਿ ਅਨੰਦਪੁਰ ਸਾਹਿਬ ਜਾਓ, ਮਹਾਰਾਜ ਦਰਸ਼ਨ ਕਰੋ, ਖੁਸ਼ੀਆਂ ਪ੍ਰਾਪਤ ਕਰੋ। ਸਾਡੇ ਘਰੋਂ ਕੋਈ ਘਰ ਕੋਈ ਪ੍ਰੋਬਲਮ ਆ ਗਈ, ਉਹਨਾਂ ਦੇ ਵਪਾਰ ਨਾ ਠੀਕ ਚੱਲਿਆ। ਕਲਗੀ ਦਾ ਚਮਤਕਾਰ ਲਿਖਿਆ ਹੋਇਆ ਕਿ ਉਹ ਸਾਧੂ, ਉਹ ਜੈਨ ਤੋਂ ਸਾਧੂ ਨਹੀਂ ਸਨ, ਰੈਗੂਲਰ ਸਿੱਖ ਸੀ ਮੇਰੇ ਤੁਹਾਡੇ ਵਰਗੇ, ਲੇਕਿਨ ਵੈਰਾਗੀ ਸਾਧੂਆਂ 'ਚ ਵਿਸ਼ਵਾਸ ਕਰਦੇ ਸਨ। ਤੇ ਉਹਨਾਂ ਨੇ ਆਪਣੀ ਇਮੇਜ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਕੋਈ ਬਣਾਈ ਹੋਈ ਸੀ ਕਿ ਫੱਟੇ ਕੱਪੜੇ ਪਹਿਨੇ ਹੋਣਗੇ, ਗਿਰੇ ਹੋਏ ਕੱਪੜੇ, ਕੋਈ ਫੱਟੇ ਹੋਏ ਹੱਥ ਵਿੱਚ ਕੁਝ ਹੋਣਾ ਨਹੀਂ, ਗਰੀਬੀ ਜਿਹਾ ਕੋਈ ਹੱਟ ਵਿੱਚ ਰਹਿੰਦੇ ਹੋਣੇ ਕਿਧਰੇ, ਪੈਰਾਂ 'ਚ ਕੱਪੜੇ ਪਾਣ ਠੀਕ ਨਾ ਹੋਣ ਸ਼ਾਇਦ, ਪਤਾ ਨਹੀਂ ਚਿਹਰਾ ਪਤਾ ਨਹੀਂ ਹੋਵੇ, ਦਾੜਾ ਉੱਤੇ ਉਹ ਜਿਹੜਾ ਹੋਣ, ਪਤਾ ਨਹੀਂ ਇੱਕ ਉਹਦੇ ਮਨ 'ਚ ਇੱਕ ਇਮੇਜ ਉਹਨੇ ਬਣਾ ਕੇ ਰੱਖੀ ਸੀ ਗੁਰੂ ਦੀ। ਤੇ ਕਲਗੀ ਦਾ ਚਮਤਕਾਰ ਬੜਾ ਸੋਹਣਾ ਲਿਖਿਆ ਭਾਈ ਸਾਹਿਬ ਜੀ ਨੇ। ਕਹਿੰਦੇ ਨੇ ਜਦੋਂ ਗਿਆ ਉੱਥੇ, ਜਦੋਂ ਪਹੁੰਚਿਆ ਅਨੰਦਪੁਰ ਸਾਹਿਬ ਤੇ ਸਿੱਖਾਂ ਕੋਲ ਪੁੱਛਿਆ, ਦੇਖਿਆ ਵੀ ਸਿੱਖਾਂ ਦੀ ਬੜੀ ਠਾਠ ਬਾਠ ਹੈ ਇੱਥੇ, ਤੇ ਬੜੀ ਬਣੇ ਕਾਫੀ ਫਸਟ ਕਲਾਸ ਹੈ ਕੰਮ ਇੱਥੇ, ਤੇ ਕੋਈ ਮੈਨੂੰ ਕੋਈ ਗਰੀਬੀ ਵਾਲੀ ਹਾਲਤ ਕੋਈ ਨਜ਼ਰ ਨਹੀਂ ਆਉਂਦੀ। ਤਾਂ ਸਿੱਖਾਂ ਕੋਲ ਪੁੱਛਦਾ ਹੈ ਕਿ ਦਸਮ ਪਿਤਾ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਆਇਆ ਹਾਂ ਉਹ ਜੈਨ ਤੋਂ, ਕਿੱਥੇ ਹਨ? ਤੇ ਕਿਸੇ ਸਿੱਖ ਨੇ ਕਿਹਾ ਸ਼ਿਕਾਰ ਤੇ ਗਏ। ਤਾਂ ਉਹ ਤੇ ਸੁਣ ਕੇ ਹੈਰਾਨ ਹੋ ਗਿਆ, ਉਹ ਇਹ ਕੀ ਗੱਲ ਬਣ ਗਈ ਹੈ? ਉਹਨੇ ਕਲਗੀਧਰ ਪਾਤਸ਼ਾਹ ਸ਼ਿਕਾਰ ਕਰਦੇ ਹਨ? ਕਹਿੰਦੇ ਹਾਂ। ਕਹਿੰਦੇ ਨੂੰ ਉਹ ਸ਼ਸਤਰ ਰੱਖਦੇ ਹਨ ਕੋਲ? ਕਹਿੰਦੇ ਬਿਲਕੁਲ ਰੱਖਦੇ ਹਨ। ਸ਼ਸਤਰ ਵਿਦਿਆ ਵਿੱਚ ਨਿਪੁੰਨ ਹਨ? ਬਿਲਕੁਲ ਹਨ। परमात्मा के हाँ परमात्मा दे भगत भी अपीन हैं, बड़े भक्ति भी करते हैं, कीर्तन भी करते हैं, लेकिन सिपाही भी हैं, बिल्कुल हैं, अपने सिखा नू इनकरेज करते हैं, मिलिटरी जीनियस भी हैं बड़े। वो तो हुण शोशेपन च पै गया बड़ा भी ये की भाना वरत गया। कथा बड़ी लंबी है, मैं एक्सटेंड नहीं करनी। मैं तुहानू एक मंच बनाना कि जदों कहंदे कलगी दा चमत्कार लिखिया, जदों राती जदों शामी जदों महाराज आए, जो शिकार तो ना सिखां दे नाल ते घोड़े ते बैठे सन, ते कहंदे जदों महाराज जानी जान सन, मानो पता है सब कुछ की हो रहा है। ते सूर्य प्रकाश आई है कथा ते कलगीधर चमत्कार च आई है। ते कहंदे जदों उसने सिख ने अखां जदों देखियां ते महाराज दे घोड़े नूं देखिया ते उन्हां दे पोशाक नूं देखिया, जदों क्या राजियां वर्गे कपड़े पाए हुए हैं, कलगी सजी हुई है सिर ते उत्ते। इतिहास लिखिया मिलता है कि वो सिख महाराज दी अखां नूं देख नहीं सकिया, इतना जलाल सी उन्हां दी अखां विच। देखण दी कोशिश कीती ते अखां थल्ले कर लितियां उसने, ते महाराज पहचान गए। उत्थे कलगीधर चमत्कार बचन भी आए हैं। महाराज ने पूछा पुरखा कित्थों आया है? तो उन्होंने जवाब दिता वो जैन तो आया है। ते मुस्कुरा के कहने लगे हाले असीं इत्थे ही हां, ते नाल गलबात करांगे बाद विच। महाराज नूं पता सी इस गल दा। तो उहदे अंदर एक झरनाहट छिकगी उस सिख दे अंदर कि ये किहड़े ब्रह्म ज्ञानी है, ये किहड़े ब्रह्म ज्ञानी पैदा हो गए, ये कित्थों आ गए? ते राजियां वर्गे कपड़े पाए हुए, कलगी सिर ते सुशोभित है, शस्त्रां नाल लैस हैं बिल्कुल, चेहरे ते इतना जलाल है, रब्बी नूर चेहरे ते झलकदा है, ते शक्ल ते साधुओं वर्गी है ही नहीं बिल्कुल। सो ये भी गल अपने मन नूं हटा दिओ कि ब्रह्म ज्ञानी कोई किसे रूप विच है, कोई चिट्टे कपड़े वाला है, या कोई किसी दे पिछे 5 सिख चलते पे हैं, या किसी ने विआह नहीं कराया होया, वो गल बिल्कुल ना मन च रखियो। जी ब्रह्म ज्ञानी दा कोई रूप नहीं है, ब्रह्म ज्ञानी दा स्वरूप जो दिता होया है सशपद विच, वो ब्रह्म ज्ञानी दा स्वरूप। मेरे तुहाडे वर्गे गृहस्थी है ब्रह्म ज्ञानी हुण जिहड़े हैं बच्चे जिहड़े वो निर्लेप रहंदे हैं। निर्लेप वर्ड तां आया बिकॉज़ गृहस्थी है। असली बहुत ब्रह्म ज्ञानी जिहड़े सिख इतिहास में जिहड़े आए हैं वो सारे दे सारे गृहस्थी है, किसी ने कार-बार नहीं त्यागया। ओ बाबा बुड्ढा जी नूं ला लो, भाई नंद लाल नूं ला लो, भाई गुरदास नूं ला लो, अगे चलो तुसी सिख इतिहास चो कितने ओ जे ब्रह्म ज्ञानी तुहानूं मिलणगे। जसा सिंह आलूवालिया नूं लवो, गुरु के लाल जिन्हों कहा गया बाद विच, कीर्तन दी विद्या विच निपुण हैं, आसा की वार दी चौकी भी लगाते हैं, से सिख फौजां दी रहनुमाई भी करते हैं नाल। माता जी को रहे हैं पहले 14 साल दिल्ली, बड़ा प्यार माता जी को लिता। इतिहास तक लिखिया होया है कि जदों दिल्लीओं चल के नवाब कपूर सिंह नूं हथ दिता उन्हां दा,
ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਣੀ ਕਲਗੀਧਰ ਪਾਤਸ਼ਾਹ ਦੀ ਕਟਾਰ ਜਿਹੜੀ ਸੀ ਛੋਟੀ, ਉਹ ਭੇਟਾ ਕੀਤੀ ਇਹਨਾਂ ਦੇ, ਤੁਸੀਂ ਰੱਖੋ ਆਪਣੇ ਕੋਲ। ਜਿਹੜੇ ਰੱਖਦੇ ਸਨ ਕੋਲ ਆਪ, ਇਹ ਉਹਨਾਂ ਕੋਲ ਸ਼ਸਤਰ ਜਿਹੜੇ ਸਨ ਆਪਣੇ, ਉਹਨਾਂ ਦੇ ਸ਼ਸਤਰ ਕੱਢ ਕੇ ਇਹਨਾਂ ਦੇ ਹੱਥ 'ਚ ਪਹਿਨਾਏ ਉਹਨਾਂ ਦੇ। ਤੇ ਜੱਸਾ ਸਿੰਘ ਆਹਲੂਵਾਲੀਆ ਦੀ ਤਸਵੀਰ ਕਦੀ ਦੇਖੋ, ਪੂਰਬ ਬ੍ਰਹਮ ਗਿਆਨੀ ਵਾਲੀ ਹੈ ਜੀ, ਹੱਥ 'ਚ ਖੰਡਾ ਹੈ, ਭਗਤ ਹੈ ਪ੍ਰਮਾਤਮਾ ਦੇ ਬੜੇ, ਭਗਤੀ ਵੀ ਕਰਦੇ ਹਨ ਨਾਲ, ਔਰ ਪਹਿਲੇ 18 ਸਾਲ ਭਗਤੀ ਕੀਤੀ ਹੈ ਖਾਲੀ। ਤੁਸੀਂ ਹੈਰਾਨ ਹੋਵੋਗੇ ਜਦੋਂ ਨਵਾਬ ਕਪੂਰ ਸਿੰਘ ਕੋਲ ਜਾਂਦੇ ਹਨ ਉਸ ਅਵਸਥਾ ਵਿੱਚ, 16-17 ਸਾਲ ਦੀ ਅਵਸਥਾ ਨਵਾਬ ਕਪੂਰ ਸਿੰਘ ਕੋਲ ਜਾਂਦੇ ਹਨ ਤੇ ਸ਼ਸਤਰ ਚਲਾਣੇ ਸਿੱਖੇ ਨਹੀਂ ਹਨ ਹਾਲੇ ਉਹਨਾਂ ਨੇ, ਲੇਕਿਨ ਭਗਤੀ ਵਿੱਚ ਭਰਪੂਰਨ ਹੈ, ਨਾਮ 'ਚ ਭਰਪੂਰਨ ਪੂਰੇ। ਸੋ ਇਹ ਨਾ ਕੋਈ ਸੋਚੇ ਕਿ ਬ੍ਰਹਮ ਗਿਆਨੀ ਦੀ ਕੋਈ ਸਰਟਨ ਕੋਈ ਇਮੇਜ ਹੈ ਕੋਈ ਤੁਹਾਡੇ ਮਾਈਂਡ 'ਚ, ਉਹ ਜੀ ਕੋਈ ਗੱਲ ਨਹੀਂ। ਬ੍ਰਹਮ ਗਿਆਨੀ ਸਦਾ ਨਿਰਲੇਪ, ਤੇ ਨਿਰਲੇਪ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਦੇ ਉੱਤੇ ਰਹਿੰਦਾ ਹੈ, ਲੇਕਿਨ ਪਾਣੀ ਵਿੱਚੋਂ ਹੀ ਸਾਰਾ ਕੁਝ ਮਿਲਦਾ ਹੈ ਉਸਨੂੰ। ਪਾਣੀ ਦੀ ਵਜ੍ਹਾ ਨਾਲ ਉਹ ਖਿੜਿਆ ਹੋਇਆ ਹੈ, ਲੇਕਿਨ ਪਾਣੀ ਅਸਰ ਨਹੀਂ ਕਰਨ ਦਿੰਦਾ। ਮਾਇਆ ਚਾਹੀਦੀ ਹੈ ਜ਼ਿੰਦਗੀ ਵਿੱਚ, ਪੈਸੇ ਚਾਹੀਦੇ ਹਨ ਜ਼ਿੰਦਗੀ ਵਿੱਚ, ਕੋਈ ਕੰਮ ਨਹੀਂ ਹੁੰਦੇ ਪੈਸੇ ਬਿਨਾਂ, ਲੇਕਿਨ ਪੈਸੇ ਇਫੈਕਟ ਨਹੀਂ ਕਰਦੇ ਉਸਨੂੰ, ਉਹਨੂੰ ਮਾਇਆ ਇਫੈਕਟ ਨਹੀਂ ਕਰਦੀ। ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਧੀਆਂ ਪੁੱਤਰ ਭੈਣ ਭਰਾ ਸਾਰੇ ਚਾਹੀਦੇ ਹਨ ਜ਼ਿੰਦਗੀ ਵਿੱਚ, ਲੇਕਿਨ ਉਹ ਉਹਦੀ ਲਾਈਫ ਵਿੱਚ ਹੋਵਰ ਨਹੀਂ ਕਰਦੇ, ਉਹ ਉਹਦੀ ਲਾਈਫ ਵਿੱਚ ਹਾਵੀ ਨਹੀਂ ਹੁੰਦੇ, ਉਹਨਾਂ ਦੀ ਕਦਰ ਨਹੀਂ ਕਰਦਾ ਰਹਿੰਦਾ ਪੂਰੀ ਉਮਰ, ਉਹ ਦੂਸਰਿਆਂ ਦਾ ਖਿਆਲ ਵੀ ਕਰਦਾ ਹੈ ਬੜਾ। ਇਹ ਨਿਰਲੇਪਤਾ ਦੀ ਅਵਸਥਾ ਹੈ। ਇਹ ਬ੍ਰਹਮ ਗਿਆਨੀ ਦੀ ਪਹਿਲੀ ਜਿਹੜੀ ਦਿੱਤੀ ਨੇ ਜਿਹੜੀ ਡੈਫੀਨੇਸ਼ਨ। ਤੇ ਮਨ ਸਾਚਾ ਮੁਖ ਸਾਚਾ ਸੋਏ ਤੇ ਹੈ ਹੀ ਹੈ, ਉਹ ਤੇ ਮਨ ਦੀ ਅਵਸਥਾ ਤੇ ਪਹਿਲੇ ਹੀ ਪ੍ਰਾਪਤ ਹੈ ਉਸਨੂੰ। ਤਾਂ ਹੀ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਨਿਰਲੇਪ ਦੀ ਅਵਸਥਾ ਹੈ। ਤੇ ਦੂਸਰਾ ਹੈ ब्रह्म ज्ञानी सदा निर्दोख, जैसे सूर सर्प को सोख। सूरज की रोशनी लवो, सूरज की वार्मथ जिहड़ी है वो ते सब नूं जांदी है वार्मथ। ते वार्मथ जदों दिंदा है सूरज, जदों वार्मथ दिंदा है कि उहदी वार्मथ विच ते कोई कालापन या कोई उहदी वार्मथ विच ते नेगेटिविटी नहीं आंदी। हालांकि हर बड़ियां नेगेटिव चीज़ां ते उहदी सोख जांदा है, गंदगी ते भी सोख जाता है उहदा, जिथे जिथे किचड़ है उत्थे भी सोख जाता, उन्होंने भी सुका दिंदा जगह नूं। ते जिन्हां दे हिरदे विच परमात्मा नहीं है, जिन्हां दे हिरदे विच परमात्मा नहीं है, जिहदी वार्मथ बाहर जदों तुहानूं रोशनी जिहड़ी मिलदी है, ये भी सूरज तो आंदी है रोशनी सारी। आप ते निर्दोख है ना, यानी थोड़ी जी बारीक गल है समझण वाली। हाँ जी, ब्रह्म ज्ञानी अपने दूसरियां नूं सफल करन वास्ते, दूसरियां दे पाप नूं मिटाण वास्ते उन्हां दे विच मिल जांदा है। दूसरियां दी अवस्था नूं ओ कोडे राक्षस नूं ठीक करन वास्ते पंजाब तो चल के उन्हां कोल जांदा है। ओ किथे लोगां नूं, ओ किथे ठग्गां नूं मिलदे हन गुरु नानक देव जी है जी, लेकिन ठग्गां विच मिल के ठग्गां नाल रह के आप ठग नहीं बनदे, आप नहीं निर्दोख होंदे। ਉਹ ਨਿਰਦੋਖ ਹਨ, ਉਹ ਨਿਰਦੋਖਾਂ ਵਿੱਚ ਵਿਚਰਦੇ ਹਨ, ਉਹਨਾਂ ਨਾਲ ਰਹਿੰਦੇ ਹਨ, ਉਹਨਾਂ ਵਿੱਚ ਵਿਚਰਦੇ ਹਨ, ਉਹਨਾਂ ਦੇ ਨਾਲ ਉਹਨਾਂ ਦਾ ਸੰਗ ਹੁੰਦਾ, ਲੇਕਿਨ ਆਪ ਨਿਰਦੋਖ ਨਹੀਂ ਹੁੰਦੇ, ਆਪਣੀ ਵਾਰਮਥ ਨਹੀਂ ਘਟਦੀ ਉਹਨਾਂ ਨਾਲ ਬੈਠ ਕੇ। ਲੇਕਿਨ ਆਪ ਨਿਰਦੋਖ ਨਾ ਵੀ ਹੋਰ ਕਾਰਨ ਦੂਸਰਿਆਂ ਨੂੰ ਨਿਰਦੋਖ ਬਣਾ ਦਿੰਦੇ ਹਨ। ਭਾਵ ਬੜੇ ਵੱਡੇ ਪਰਉਪਕਾਰੀ ਹਨ, ਨੈਗੇਟਿਵਿਟੀ ਦੁਨੀਆ ਦੇ ਲੋਕਾਂ ਵਿੱਚੋਂ ਕੱਢਦੇ ਹਨ, ਨੈਗੇਟਿਵਿਟੀ दूसरियां नूं वार्मथ देंदे हैं जिस तरह सूरज वार्मथ दिंदा है, दूसरियां नूं निर्दोख बनाते हैं, दूसरियां दे पाप सुकांदे हैं जिस तरह ये सुकांदा है सूरज, जिहड़ी है गंदगी सुकांदा है सारियां दी। लेकिन सूरज दी वार्मथ दे विच कोई निर्दोख नहीं है। सूरज दी धुप उसी तरह पवित्र है, चाहे जितना मर्जी असीं एनवायरनमेंट अपना अपवित्र कर लीए, सूरज दी धुप कदी अपवित्र नहीं होंदी। सूरज दी रोशनी, सूरज दी वार्मथ ਦੇ ਵਿੱਚ ਕਦੀ ਕੋਈ ਫਰਕ ਨਹੀਂ ਪੈਂਦਾ। ਇਸੇ ਤਾਂ ਬ੍ਰਹਮ ਗਿਆਨੀ ਆਪ ਨਿਰਦੋਖ ਹੁੰਦਾ ਹੈ ਹਮੇਸ਼ਾ। ਉਹ ਵਿਚਰੇਗਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਿੱਚ, ਉਹ ਜਾਏਗਾ ਕੋਡੇ ਰਾਖਸ਼ ਕੋਲ, ਉਹ ਜਾਏਗਾ ਚੋਰਾਂ ਕੋਲ, ਉਹ ਜਾਏਗਾ ਲੁਟੇਰਿਆਂ ਕੋਲ, ਉਹ ਜਾਏਗਾ ਜਿਹੜੇ ਪ੍ਰਮਾਤਮਾ ਦੇ ਨਾਮ ਨਹੀਂ ਜਪਦੇ, ਉਹ ਜਾਏਗਾ ਉਹਨਾਂ ਵਿੱਚ ਜਿਹੜਾ ਝੂਠ ਵਿਚਰ ਰਿਹਾ ਹੈ, ਲੇਕਿਨ ਉਹਨਾਂ ਵਿੱਚ ਜਾ ਕੇ ਉਹਨਾਂ ਨੂੰ ਠੀਕ ਕਰੇਗਾ। ਲੇਕਿਨ ਉਹਨਾਂ ਦੇ ਆਪਣੀ ਮਨ ਦੀ ਅਵਸਥਾ 'ਚ ਕੋਈ ਫਰਕ ਨਹੀਂ ਪੈਂਦਾ, ਉਹਦੇ ਉੱਤੇ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ। ਉਹ ਦੂਸਰਿਆਂ ਦੀ ਨੈਗੇਟਿਵਿਟੀ ਦੂਰ ਕਰ ਸਕਦੇ ਹਨ, ਲੇਕਿਨ ਆਪ ਨੈਗੇਟਿਵਿਟੀ 'ਚ ਨਹੀਂ ਆਉਂਦੇ।
निर्दोख हैं आप। सूरज की वार्मथ जिस तरह निर्दोख है, पहले निर्लेपता वाला गुण है, फिर निर्दोखता वाला गुण है। ਅਸੀਂ निर्दोख नहीं बन सकते, ਅਸੀਂ डरते हैं। और पहले स्टेज में ਜਿਹੜਾ ਹੋਵੇ ਉਹ निर्दोख बन भी नहीं सकता, है ना। ਬਾਣੀ ਹਮੇਸ਼ਾ ਬਾਰ-ਬਾਰ ਕਹਿੰਦੇ ਹੈ ਕਿ ਮਨਮੁਖਾਂ ਦਾ ਸੰਗ ਨਾ ਕਰੋ, ਲਿਖਿਆ ਹੋਇਆ ਹੈ ਨਾ, ਬਾਣੀ ਬੜੀ ਬੜੀ ਆਇਨ ਵਰਡ ਹੈ। ਪਹਿਲੇ ਸਟੇਜ ਵਿੱਚ ਇੰਪੋਰਟੈਂਟ ਹੈ ਕਿ ਮਨਮੁਖਾਂ ਦਾ ਸੰਗ ਨਾ ਕਰੋ। ਮਨਮੁਖਾਂ ਦਾ ਸੰਗ ਕਰਦਿਆਂ ਤੁਹਾਡੇ ਅੰਦਰ ਮਨਮੁਖਤਾ ਆਏਗੀ। ਲੇਕਿਨ ਜਦੋਂ ਇਸ ਅਵਸਥਾ ਤੇ ਪਹੁੰਚ ਜਾਵੇ, ਜਦੋਂ ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਪਹੁੰਚ ਜਾਵੇ, ਤੇ ਫਿਰ ਉਹਦੇ ਉੱਤੇ ਉਸ ਚੀਜ਼ ਦਾ ਕੋਈ ਅਸਰ ਨਹੀਂ ਹੁੰਦਾ ਇਹਦੇ ਉੱਤੇ। ਨੈਕਸਟ ਵੀਕ ਆਈਲ ਰਿਮਾਈਂਡ ਮਾਈਸੈਲਫ, ਮੈਂ ਇੱਕ ਸ਼ਲੋਕ ਸੰਸਕ੍ਰਿਤੀ ਚੋਂ ਇੱਕ ਸ਼ਲੋਕ ਕੋਟ ਕਰਾਂਗਾ। ਤੇ ਇੱਥੇ ਪੰਡਤਾਂ ਨੇ ਵੀ ਇਹੀ ਸਵਾਲ ਕੀਤਾ ਕਿ ਮਹਾਰਾਜ ਜੀ ਅਗਰ ਇਹੋ ਜਿਹੇ ਬ੍ਰਹਮ ਗਿਆਨੀ ਕਿਧਰੇ, ਇੱਕ ਬ੍ਰਹਮ ਗਿਆਨੀ ਜੇ ਪੂਰੀ ਸੈਨਾ ਹੀ ਆ ਜਾਏ ਦੇ ਇਹਨਾਂ ਦੀ ਬ੍ਰਹਮ ਗਿਆਨੀਆਂ ਦੀ, ਇਹਨਾਂ ਦੀ ਸਾਧਾਂ ਦਾ ਸਮੂਹ ਹੀ ਆ ਜਾਏ ਕਿਧਰੇ, ਤੇ ਫਿਰ ਕੀ ਹੋਏ? ਫਿਰ ਇਹਨਾਂ ਦਾ ਕੋਈ ਬਾਲ ਬਿਕਾ ਕਰ ਸਕਦਾ? ਇਹਨਾਂ ਦਾ ਕੋਈ, ਇਹਨਾਂ ਨੂੰ ਕੋਈ ਹਰਾ ਸਕਦਾ ਇਹਨਾਂ ਨੂੰ? ਤੇ ਵਰਡ ਆਏ ਹਨ ਤੇ ਸੈਨਾ ਸਾਧ ਸਮੂਰ ਸੂ ਅਜਿਤਯੰ ਸਨਾਹਨ ਤਨ ਨਿਮਰਤਾ। ਮੈਨੂੰ ਅਚਾਨਕ ਆ ਗਿਆ ਸ਼ਲੋਕ ਯਾਦ ਕਿ ਇਹ ਜਿਹੜੀ ਅਗਰ ਇਹਨਾਂ ਸਾਧਾਂ ਦੀ ਸੈਨਾ ਇਕੱਠੀ ਹੋ ਜਾਏ ਕਿਧਰੇ, ਇਹਨਾਂ ਬ੍ਰਹਮ ਗਿਆਨੀਆਂ ਦੀ, ਇਹ ਕਿਧਰੇ ਆਰਮੀ ਬੁਲਾ ਲੈਣ ਆਪਣੀ ਕਦੀ ਕਦੀ, ਤੇ ਇਹ ਅਜਿਤਯੰ ਹੈ, ਇਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ। ਤੇ ਪੰਡਤਾਂ ਨੇ ਕੁਐਸਚਨ ਕੀਤਾ, ਮਹਾਰਾਜ ਇਹਨਾਂ 'ਚ ਕਿਹੜਾ ਇਹੋ ਜਿਹਾ ਕੋਈ ਗੁਣ ਆ ਗਿਆ ਵੱਡਾ ਜਿਹੜੇ ਜਿੱਤ ਨਹੀਂ ਸਕਦੇ? ਇਹਨਾਂ 'ਚ ਕਿਹੜੀ ਕੋਈ ਵੱਡੀ ਖਾਸੀਅਤ ਆ ਗਈ ਕਿ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ? तो पहले वर्ड आए हैं कि सनातन नम्रता, संस्कृत के वर्ड है। सनातन कहते हैं जेडे कवच, जेड़ा बॉडी आर्मर जेड़ा है, इन्हां कोल आर्मर पहनिया है इन्होंने, क्योंकि इन्हां नूं पियर्स नहीं कर सकता। ते पंडितां ने कहा महाराज केड़ा आर्मर है? ये ते वॉरियर्स नहीं है, ये आर्मर केड़ा? सनातन नम्रता वर्ड आए हैं श्लोक संस्कृति विच, महले पंजवें दी गुरु रविंद्र महाराज दी बाणी है। ਕਿਹੜਾ ਆਰਮਰ ਪਹਿਨਿਆ ਇਹਨਾਂ ਨੇ? ਇਹ ਕਿੰਨਾ ਸਟਰੋਂਗ ਆਰਮਰ ਹੈ? ਕਿਹੜਾ ਆਰਮਰ ਹੈ? ਕਹਿੰਦੇ ਨੇ ਨਿਮਰਤਾ ਦਾ ਆਰਮਰ ਪਹਿਨਿਆ ਹੋਇਆ ਇਹਨਾਂ ਨੇ, ਹਿਊਮਿਲਿਟੀ ਦਾ ਆਰਮਰ ਪਹਿਨਿਆ ਹੋਇਆ ਇਹਨਾਂ ਨੇ। ਇਹਨਾਂ ਨੂੰ ਕੁਝ ਨਹੀਂ ਕਰ ਸਕਦੇ ਤੁਸੀਂ ਕੋਈ। ਸਨਾਹਨ ਤਨ ਨਿਮਰਤਾ, ਨਿਮਰਤਾ ਦਾ, ਜਿਨ੍ਹਾਂ ਨੇ ਨਿਮਰਤਾ ਦਾ ਆਰਮਰ ਪਹਿਨਿਆ ਹੋਵੇ ਉਹਨਾਂ ਨੂੰ ਕੌਣ ਕੁਝ ਛੂ ਸਕਦਾ? ਉਹਨਾਂ ਨੂੰ ਅਜਿਤਯੰ ਸੈਨਾ ਹੈ ਇਹਨਾਂ ਦੀ, ਨਿਰਦੋਖ ਹਨ, ਇਹਨਾਂ ਨੂੰ ਕੋਈ ਨਹੀਂ, ਇਹਨਾਂ ਨੂੰ ਕੋਈ ਦੋਖ ਨਹੀਂ ਲੱਗ ਸਕਦਾ। ਇਹ ਪਹਿਲੇ ਦੋ ਗੁਣ ਜਿਹੜੇ ਹਨ ਬ੍ਰਹਮ ਗਿਆਨੀ ਦੀ ਅਸ਼ਪਦੀ ਵੀ ਦਿੱਤੇ ਨੇ, ਤੇ ਤੀਸਰਾ ਗੁਣ ਦਿੱਤਾ ਨੇ ब्रह्म ज्ञानी के दृश्य समान जैसे राज रंग को लागे तुल पवान, ਇਹਨਾਂ ਦੀ ਦ੍ਰਿਸ਼ਟੀ ਵੀ ਇੱਕੋ ਜੀ ਹੁੰਦੀ ਹੈ। ਫਿਰ ਇਹ ਗੁਰਦੁਆਰੇ ਦੇ ਜਾਂ ਕੋਈ ਹੈਡ ਕੋਈ ਹੋਵੇ ਜਾਂ ਕੋਈ ਇੰਪੋਰਟੈਂਟ ਅਮੀਰ ਬੰਦਾ ਹੋਵੇ ਤੇ ਉਹਨਾਂ ਨਾਲ ਕਈ ਬੰਦੇ ਡਿਫਰੈਂਟਲੀ ਗੱਲ ਕਰਦੇ ਹਨ, ਤੇ ਕੋਈ ਗਰੀਬ ਜਿਹਾ ਕੋਈ ਆ ਜਾਵੇ, ਗਰੀਬੜਾ ਕੋਈ ਆ ਜਾਵੇ ਤੇ ਉਹਨਾਂ ਨਾਲ ਡਿਫਰੈਂਟ ਪੇਸ਼ ਆਂਦਾ ਬੰਦਾ, ਫਿਰ ਉਹ ਜੀ ਇਹ ਇੱਕੋ ਅਵਸਥਾ 'ਚ ਗੱਲ ਕਰਦੇ ਹਨ ਦੋਨੋਂ। ਇਹ ਸੰਦਰਸੀ ਹੁੰਦੇ ਹਨ ਬ੍ਰਹਮ ਗਿਆਨੀ। ਬਹੁਤ ਮੁਸ਼ਕਿਲ ਹੈ ਵਾਲਾ ਗੁਣ ਲੈ ਕੇ ਆਉਣਾ ਆਪਣੇ ਅੰਦਰ, ਹਾਂਜੀ। ਦੂਸਰਿਆਂ ਨੂੰ ਇੱਕੋ ਜਿਹਾ ਟ੍ਰੀਟ ਕਰਨਾ, ਗਰੀਬ ਤੋਂ ਗਰੀਬ ਬੰਦੇ ਨੂੰ ਵੀ ਉਹ ਸਥਾਨ ਦੇਣਾ, ਘਰ ਦੇ ਨੌਕਰ ਹੋਵਣ ਤੇ ਘਰ ਦੇ ਨੌਕਰ ਨੂੰ ਵੀ ਉਹ ਇੱਜ਼ਤ ਮਾਨ ਦੇਵੇ ਜੋ ਆਪਣੇ ਮਾਪਿਓ ਨੂੰ ਇੱਜ਼ਤ ਮਾਨ ਮਿਲਦਾ ਹੈ। ਕੌਣ ਕਰ ਸਕਦਾ ਹੈ? ਬਹੁਤ ਮੁਸ਼ਕਿਲ ਹੈ। ਇੰਡੀਆ 'ਚ ਮੈਂ ਦੇਖਿਆ ਕਿਸ ਤਰ੍ਹਾਂ ਨੌਕਰਾਂ ਲੋਕ ਟ੍ਰੀਟ ਕਰਦੇ ਨੇ ਬਚਪਨ 'ਚ। ਮੈਂ ਆਈ ਹੈਵ ਸੀਨ ਦੈਟ ਵਿਦ ਮਾਈ ਓਨ ਆਈਜ਼, ਕਿਸ ਤਰ੍ਹਾਂ ਕਰ ਸਕਦਾ ਹੈ? ਕਿ ਕਿਉਂ ਦੂਸਰਿਆਂ ਨੂੰ ਇੱਕੋ ਜਿਹੇ ਰੂਪ 'ਚ ਦੇਖਣਾ, ਚਾਹੇ ਕਿਸੇ ਧਰਮ ਦਾ ਹੋਵੇ, ਕਿਸੇ ਕਲਰ ਦਾ ਹੋਵੇ, ਕਿਸੇ ਮੇਲ ਹੋਵੇ, ਫੀਮੇਲ ਹੋਵੇ, ਡਜ਼ਨਟ ਮੈਟਰ, ਕਿਸੇ ਇੱਕੋ ਜਿਹੇ ਰੂਪ 'ਚ ਦੇ। ਕਿਸ ਤਰ੍ਹਾਂ, ਜਿਸ ਤਰ੍ਹਾਂ ਹਵਾ ਦੇਖਦੀ ਹੈ, ਰੂਪ ਤੇ ਪਵਨ ਦੀ ਐਗਜ਼ਾਮਪਲ ਆਈ। ਹਵਾ ਨਹੀਂ ਪ੍ਰਵਾਹ ਕਰਦੀ। ਰਾਜ ਰੰਗ ਕੋ ਲਾਗੇ ਤੁਲ ਪਵਾਨ, ਮਨੇ ਚਾਹੇ ਰਾਜਾ ਹੋਵੇ ਚਾਹੇ ਗਰੀਬ ਹੋਵੇ, ਹਵਾ ਦੋਨਾਂ ਨੂੰ ਸੇਮ ਹੀ, ਹਵਾ ਦਾ ਰੁਖ ਬਦਲਦਾ ਨਹੀਂ ਹੈ। ਸੋ ਇਹ ਬ੍ਰਹਮ ਗਿਆਨੀ ਦੇ ਹੁਣ ਇਹ ਲੱਛਣ ਦੇਣੇ ਸ਼ੁਰੂ ਕੀਤੇ ਹਨ ਬ੍ਰਹਮ ਗਿਆਨੀ ਦੇ ਇਹਨਾਂ ਦੇ, ਹਾਂਜੀ। ਤੇ ਮੇਰਾ ਇੱਕ ਕੁਐਸਚਨ ਹੈ ਕਿ ਇਹ ਕਿਉਂ ਦੇ ਰਹੇ ਹਨ ਬ੍ਰਹਮ ਗਿਆਨੀ ਦੇ ਲੱਛਣ? what is that got to do with us? ਕਿਉਂ ਹੈ ਜੀ? ਇਹ ਕੌਣ ਪੁਆਇੰਟ ਕਰ ਸਕਦਾ ਇਸ ਚੀਜ਼ ਨੂੰ? 5 ਮਿੰਟ ਹੈ ਮੇਰੇ ਕੋਲ, then I'm going to stop ਦੀ। ਇਹ ਕਿਉਂ ਕਰ ਰਹੇ ਜੀ? ਇਹ why bother talking about ਇਤਨੀ ਡੈਪਥ ਵਿੱਚ ਇਸ ਗੱਲ ਦੀ? ਕਿ ਇਹਦੇ ਨਾਲ ਗੁਰਮਤ ਦਾ ਕੀ ਹੈ ਕਨੈਕਸ਼ਨ ਆਪਸ ਵਿੱਚ ਜੀ? If anybody can point that out, I'll wait for an answer ਜੀ। ਸਾਡੀ ਲਾਈਫ ਮਨੇ ਕਿਉਂ ਕਰ ਰਹੇ ਨੇ ਸਭ ਚੀਜ਼ਾਂ? why? We can recognize and so we can emulate. Absolutely. ਕਿਉਂਕਿ ਤੁਸੀਂ ਉਹਨਾਂ ਵਰਗੇ ਬਣੋ, ਤੇ ਜੇ ਬਣੋਗੇ ਤੇ ਫਿਰ ਕੀ ਹੋਏਗਾ? ਫਿਰ ਤੁਹਾਡੇ ਅੰਦਰ ਨਾਨਕ ਭਗਤਾਂ ਸਦਾ ਵਿਗਾਸ ਵਾਲੀ ਗੱਲ ਆਏਗੀ, ਤੇ ਨਾਲੇ ਸੁਖ ਬਣੀ ਸੁਖ ਅੰਮ੍ਰਿਤ ਪ੍ਰਮ ਨਾਨ ਭਗਤ ਜਨਾ ਕੇ
क्योंकि भगत जना के मन विश्राम है, ਤੁਹਾਡੇ ਅੰਦਰ ਵੀ ਵਿਸ਼ਰਾਮ ਕਰੇਗਾ ਜੇ ਉਹ ਜੀ ਕੁਆਲਿਟੀ ਜੇ ਇਹ ਜੀ ਕੁਆਲਿਟੀ ਨੂੰ ਪਰਸੂ ਕਰੋਗੇ ਤੁਸੀਂ। ਜੇ ਇਹੋ ਜਿਹੀਆਂ ਕੁਆਲਿਟੀ ਨੂੰ ਪਰਸੂ ਕਰੋਗੇ ਤੇ ਤੁਹਾਡੇ ਅੰਦਰ ਵੀ ਪ੍ਰਮਾਤਮਾ ਦਾ ਨਾਮ ਆਏਗਾ, ਤੁਹਾਡੇ ਅੰਦਰ ਵੀ ਉਹ ਚੀਜ਼ਾਂ ਆਣਗੀਆਂ। ਇੱਕ ਤੇ ਇਹ ਮੋਟਿਵ ਹੈ, ਤੇ ਦੂਸਰਾ ਮੋਟਿਵ ਹੈ ਬ੍ਰਹਮ ਗਿਆਨ ਨੂੰ ਪਹਿਚਾਨ ਲਵੋਗੇ ਫਟੋਫਟ। ਹਾਂਜੀ, ਇਹ ਦੂਸਰਿਆਂ ਨੂੰ ਇੱਕ ਜਿਹਾ ਟ੍ਰੀਟ ਕਰਦਾ ਹੈ, ਨਿਮਰਤਾ ਹੈ ਇਹਦੇ ਅੰਦਰ, ਨਿਰਦੋਖ ਵਾਲਾ ਕਨਸੈਪਟ ਹੈ ਕਿ ਆਪਣੀ ਲਾਈਫ ਨੂੰ ਆਪਣੀ ਪ੍ਰਵਾਹ ਨਾ ਕੀਤੇ ਹੋਏ ਇਹ ਜਾ ਕੇ ਸੀਰੀਆ ਜਾ ਕੇ ਵੀ ਲੰਗਰ ਸੇਵਾ ਕਰਦਾ ਹੈ। ਬੜਾ ਨਿਰਦੋਖ ਵਾਲੀ ਅਵਸਥਾ ਹੈ। ਇਹ ਆਪਣੀ ਲਾਈਫ ਦੀ ਪ੍ਰਵਾਹ ਨਹੀਂ ਕਰਦਾ ਜੀ, ਇਹ ਜਾ ਕੇ ਇਹ ਜਿੱਥੇ ਮਰਜ਼ੀ ਜਾ ਕੇ ਸੇਵਾ ਕਰੇਗਾ। ਚਾਹੇ ਨੇਪਾਲ 'ਚ ਫਲੱਡ ਆਏ ਹੋਣ ਤੇ ਫਲੱਡ ਦੀ ਪ੍ਰਵਾਹ ਨਹੀਂ ਕਰਦਾ। ਇਹ ਚਾਹੇ ਹੁਣ COVID-19 ਚੱਲਿਆ ਹੋਵੇ ਤਾਂ ਵੀ ਲੰਗਰ ਚਲਾਉਂਦਾ ਹੈ ਜੀ, ਕਿਧਰੇ ਜਾ ਕੇ ਨਿਰਦੋਖ ਹੈ ਬੜਾ। ਇਹ ਆਪਣੀ ਨਿਰਦੋਖਤਾ ਦੀ ਪ੍ਰਵਾਹ ਨਹੀਂ ਕਰਦਾ ਹੈ। ਹਾਂਜੀ, ਇਹ ਇਸ ਵਾਸਤੇ ਦੇ ਰਹੇ ਤੁਹਾਨੂੰ ਵੀ ਇਨਕਰੇਜ ਕਰਦੇ ਹਨ। ਦੇਖੋ ਜੀ, ਬ੍ਰਹਮ ਗਿਆਨੀ ਇਹੋ ਜਿਹੇ ਹੁੰਦੇ ਹਨ, ਪ੍ਰਮਾਤਮਾ ਦੇ ਨਾਮ ਜਿਹੜੇ ਲੈਂਦੇ ਹਨ, ਬਹੁਤ ਪ੍ਰਮਾਤਮਾ ਦੇ ਜਿਹੜੇ ਨੇੜੇ ਟੁਕਦੇ ਹਨ, ਇਹ ਕੁਆਲਿਟੀਆਂ ਉਹਨਾਂ ਦੇ। ਔਰ ਇੱਕ ਹੋਰ ਮੈਂ ਗੱਲ ਕਹਿ ਦਿਆਂ, ਨਿਰਲੇਪ ਨਿਰਦੋਖ ਤੇ ਦ੍ਰਿਸ਼ ਸਮਾਨ ਵਾਲੀ ਅਵਸਥਾ ਇਹਨਾਂ ਦੇ ਅੰਦਰ ਇਹਨਾਂ ਨੂੰ ਸੋਚਣੀ ਨਹੀਂ ਪੈਂਦੀ, ਇਹ ਇਹਨਾਂ ਦੇ ਸੁਭਾਅ ਦਾ ਹਿੱਸਾ ਹੈ। ਇਹ ਗੱਲ ਨਾ ਭੁੱਲਿਓ, ਇਹ ਬੜਾ ਇੰਪੋਰਟੈਂਟ। ਇਹਨਾਂ ਨੂੰ ਆਪਣੇ ਆਪ ਨੂੰ ਰਿਮਾਈਂਡ ਨਹੀਂ ਕਰਨਾ ਪੈਂਦਾ, ਓ ਲੈਟ ਮੀ ਬੀ ਹੰਬਲ ਟੁਡੇ, ਯੂ نو। ਇਹ ਇਹਨਾਂ ਦਾ ਮਨ ਜਿਹੜਾ ਵਾ, ਔਰ ਇਹਨਾਂ ਦਾ ਇਕਾਗਰ ਮਨ ਹੁੰਦਾ ਬੜਾ। ਹੁਣ ਵੀ ਕਿੰਨੇ ਬੰਦੇ ਸੁਣ ਰਹੇ ਮੈਨੂੰ, ਕੋਈ ਆਪਸ ਗੱਲਾਂ ਕਰ ਰਿਹਾ ਹੋਵੇ ਸ਼ਾਇਦ, ਕਿਉਂਕਿ ਮੈਨੂੰ ਨਜ਼ਰ ਨਹੀਂ ਆਉਂਦੇ ਸਾਰੇ, ਕਈ ਨਜ਼ਰ ਵੀ ਆ ਰਹੇ ਹਨ, ਕਈ ਵਾਰੀ ਗੱਲ ਕਰ ਰਹੇ ਹੋਣ ਕਿਸੇ ਨਾਲ, ਕਿ ਸਭ ਦਾ ਧਿਆਨ ਨਹੀਂ ਲੱਗ ਸਕਦਾ, ਕਿਉਂਕਿ ਧਿਆਨ ਇਕਾਗਰਤਾ ਇੱਕ ਬਹੁਤ ਵੱਡੀ ਚੀਜ਼ ਹੈ। ਉਹਦੇ ਬਾਰੇ ਵੀ ਨੈਕਸਟ ਵੀਕ ਆਈ ਵਿਲ ਟਾਕ ਅਬਾਊਟ ਧਿਆਨ ਜਿਹੜਾ ਹੈ। ਧਿਆਨ ਕਿਉਂ ਇਹਨਾਂ ਧਿਆਨ ਬਹੁਤ ਮੁਸ਼ਕਿਲ ਹੈ ਮਿਲਣਾ। ਕਈ ਬੰਦੇ ਹੁਣ they were like 70 odd people listening right now, out of them maybe half of them are doing something else completely, or they are listening to me for 2 minutes and they're not listening there, they're talking to in between, then missing out in between। क्यों? एकाग्रता मिलनी बहुत मुश्किल है, एकाग्रता मिलनी बहुत इंपॉर्टेंट है बड़ी। इन्हां विच निर्दोखता ते निर्लेपता ते ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹਨ, ਇਹ ਨੈਚੁਰਲ ਅਵਸਥਾ ਵਿੱਚ ਚਲਦੀਆਂ ਨੇ। ਇਹਨਾਂ ਨੂੰ ਜ਼ੋਰ ਨਹੀਂ ਲਾਣਾ ਪੈਂਦਾ। ਸੁਣਿਆਂ ਦੀ ਅਵਸਥਾ ਵਿੱਚ ਜ਼ੋਰ ਲਾਣਾ ਪੈਂਦਾ ਹੈ, ਸੁਣਿਆਂ ਦੀ ਅਵਸਥਾ ਵਿੱਚ ਫੋਕਸ ਕਰਨਾ ਪੈਂਦਾ ਹੈ। ਮੰਨੇ ਦੀ ਅਵਸਥਾ ਵਿੱਚ ਫੋਕਸ ਨਹੀਂ ਕਰਨਾ ਪੈਂਦਾ। ਮੰਨੇ ਦੀ ਅਵਸਥਾ ਵਿੱਚ ਨੈਚੁਰਲ ਹੈ ਸਾਰਾ ਕੁਝ। ਆਈ ਵਾਂਟ ਟੂ ਸਟਾਪ ਹੇਅਰ, ਇਟਸ 10:28, ਪਰ 10 ਮਿੰਟ ਐਕਸਟਰਾ